ਲਾਸਟ ਟਾਈਮ ਆਪਾਂ ਸੀਡੀਪੀ ਤੇ ਗੱਲ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਨੇ, ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਨੇ, ਔਰ ਸਭ ਤੋਂ ਵੱਡੀ ਗੱਲ ਕਿਹੜਾ ਜਵਾਬ ਠੀਕ ਹੋਏਗਾ ਤੇ ਕਿਹੜਾ ਗਲਤ ਹੋਏਗਾ, ਡੂਜ਼ ਐਂਡ ਡੋਂਟਸ, ਉਹਨਾਂ ਦੇ ਉੱਤੇ ਫੋਕਸ ਕੀਤਾ ਸੀਗਾ। ਔਰ ਮੈਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਉਹਦੇ ਨਾਲ ਕਲੀਅਰ ਹੋਈਆਂ ਹੋਣਗੀਆਂ। ਅੱਜ ਜਿਹੜੀ ਚੀਜ਼ ਆਪਾਂ ਕਰਨ ਲੱਗੇ ਹਾਂ ਦੈਟ ਇਜ਼ ਥਿਓਰੀਜ਼ ਆਫ ਚਾਈਲਡ ਡਿਵੈਲਪਮੈਂਟ, ਔਰ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਥਿਓਰੀ ਆ ਜਾਂਦੀ ਹੈ ਉਹਨੂੰ ਕਹਿੰਦੇ ਨੇ ਕਿ ਪਿਆਜੇ ਦੀ ਥਿਓਰੀ, ਪਿਆਜੇ ਦੀ ਥਿਓਰੀ ਆਫ ਕੋਗਨੀਟਿਵ ਡਿਵੈਲਪਮੈਂਟ। ਸੋ ਲੈਟ ਅਸ ਮੂਵ ਔਨ, ਔਰ ਇਸ ਚੀਜ਼ ਨੂੰ ਦੇਖੀਏ ਆਪਾਂ ਕਿ ਪਿਆਜੇ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪੈਂਦਾ ਕਿ ਪਿਆਜੇ ਕੌਣ ਸੀ, ਕਿਉਂਕਿ ਇਸ ਚੀਜ਼ ਦੇ ਉੱਤੇ ਵੀ ਕੁਐਸਚਨ ਆਉਂਦੇ ਨੇ ਐਗਜ਼ਾਮ ਦੇ ਵਿੱਚ, ਪਿਆਜੇ ਕੌਣ ਸੀ। ਨਾਓ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਸਾਨੂੰ ਕਿ ਹੀ ਵਾਜ਼ ਬੋਰਨ ਇਨ ਸਵਿਟਜ਼ਰਲੈਂਡ, ਹੀ ਵਾਜ਼ ਅ ਸਵਿਸ ਸਾਇੰਟਿਸਟ। ਬੇਸਿਕਲੀ ਪਿਆਜੇ ਇੱਕ ਬਾਇਓਲੋਜਿਸਟ ਸੀਗਾ ਐਂਡ ਉਸਨੇ ਬਾਇਓਲੋਜੀ ਤੋਂ ਆਪਣਾ ਜਿਹੜਾ ਫੋਕਸ ਚੇਂਜ ਕਰਕੇ ਚਾਈਲਡ ਡਿਵੈਲਪਮੈਂਟ ਦੇ ਉੱਤੇ ਸ਼ੁਰੂ ਕੀਤਾ, ਔਰ ਉਸਨੂੰ ਐਪਿਸਟੇਮੋਲੋਜਿਸਟ ਵੀ ਕਿਹਾ ਜਾਂਦਾ। ਦੈਟ ਮੀਨਸ ਹੀ ਵਾਜ਼ ਅ ਰਿਸਰਚਰ ਆਫ ਨੌਲੇਜ ਦੀ ਸਟੱਡੀ ਦੇ ਉੱਤੇ ਉਹਦਾ ਫੋਕਸ ਸੀਗਾ। ਔਰ ਉਸ ਚੀਜ਼ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੇ ਆਪਣਾ ਜਿਹੜਾ ਮੇਨ ਫੋਕਸ ਸ਼ੁਰੂ ਕੀਤਾ ਦੈਟ ਇਜ਼ ਚਾਈਲਡ ਡਿਵੈਲਪਮੈਂਟ ਦੇ ਉੱਤੇ। ਸੋ ਹੀ ਵਾਜ਼ ਅ ਬਾਇਓਲੋਜਿਸਟ ਆਲਸੋ, ਐਪਿਸਟੇਮੋਲੋਜਿਸਟ ਆਲਸੋ, ਐਂਡ ਚਾਈਲਡ ਸਾਈਕੋਲੋਜੀ ਦੇ ਇਹਨਾਂ ਨੂੰ ਫਾਦਰ ਵੀ ਕਿਹਾ ਜਾਂਦਾ। ਔਰ ਇਹਨਾਂ ਦੀ ਜਿਹੜੀ ਬੇਸਿਕ ਸਟੱਡੀ ਰਹੀ ਹੈ, ਕਿਉਂਕਿ ਇਸੇ ਚੀਜ਼ ਦੇ ਉੱਤੇ ਬੇਸਡ ਕੁਐਸਚਨ ਆਉਂਦੇ ਨੇ, ਇਸੇ ਕਰਕੇ ਮੈਂ ਰਿਪੀਟ ਕਰ ਰਿਹਾ, ਉਹਨਾਂ ਨੇ ਆਪਣੇ ਹੀ ਬੱਚਿਆਂ ਦੇ ਉੱਤੇ ਐਕਸਪੈਰੀਮੈਂਟ ਕੀਤੇ। ਉਹਨਾਂ ਦੇ 3 ਬੱਚੇ ਸੀ, ਕਈ ਜਗ੍ਹਾ ਤੇ ਲਿਖਿਆ ਜਾਂਦਾ ਹੈ ਕਿ ਉਹਨਾਂ ਦੇ ਇੱਕ ਨੈਫਿਊ ਸੀ, ਦੈਟ ਮੀਨਸ ਭਤੀਜਾ ਸੀਗਾ, ਤੇ ਬੱਚੇ ਸੀਗੇ, ਉਹਨਾਂ ਦੇ ਐਕਸਪੈਰੀਮੈਂਟ ਕੀਤੇ। ਪਰ ਆਮ ਤੌਰ ਤੇ ਕਿ ਉਹਨਾਂ ਦੇ ਆਪਣੇ 3 ਬੱਚਿਆਂ ਦੇ ਉੱਤੇ ਐਕਸਪੈਰੀਮੈਂਟ ਕੀਤੇ, ਔਰ ਉਹਨਾਂ ਦੇ ਬੇਸਿਸ ਦੇ ਉੱਤੇ ਹੀ ਉਹਨਾਂ ਨੇ ਆਪਣੀ ਜਿਹੜੀ ਸੀ ਥਿਓਰੀ ਉਹ ਡਿਵੈਲਪ ਕੀਤੀ। ਔਰ ਇੱਥੇ ਇੱਕ ਵਰਡ ਯੂਜ਼ ਕੀਤਾ ਗਾ ਪ੍ਰੀਕੌਸ਼ੀਅਸ, ਦੈਟ ਮੀਨਸ ਕਿ ਜਿਹੜਾ ਬੰਦਾ ਆਪਣੀ ਉਮਰ ਤੋਂ ਜ਼ਿਆਦਾ ਇੰਟੈਲੀਜੈਂਟ ਹੋਵੇ। 11 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੇ ਇੱਕ ਰਿਸਰਚ ਪੇਪਰ ਜਿਹੜਾ ਸੀ ਪਬਲਿਸ਼ ਕੀਤਾ ਸੀਗਾ। ਸੋ ਦੈਟ ਮੀਨਸ ਹੀ ਵਾਜ਼ ਅ ਵੈਰੀ ਇੰਟੈਲੀਜੈਂਟ ਪਰਸਨ, ਔਰ ਉਹਨਾਂ ਨੇ ਚਾਈਲਡ ਡਿਵੈਲਪਮੈਂਟ ਤੇ ਕੰਮ ਕੀਤਾ। ਮੈਂ ਤੁਹਾਨੂੰ ਦੱਸਿਆ ਸੀਗਾ ਐਪਿਸਟੇਮੋਲੋਜੀ, ਹੀ ਵਾਜ਼ ਐਪਿਸਟੇਮੋਲੋਜਿਸਟ ਆਲਸੋ, ਦੈਟ ਮੀਨਸ ਉਹਨਾਂ ਨੇ ਨੌਲੇਜ ਲਰਨਿੰਗ ਦੇ ਉੱਤੇ ਜਿਹੜਾ ਸੀਗਾ ਕੰਮ ਕੀਤਾ। ਔਰ ਚਾਈਲਡ ਐਜੂਕੇਸ਼ਨ ਤੇ ਇਹਨਾਂ ਦਾ ਐਮਫੈਸਿਸ ਸੀਗਾ। ਔਰ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ, ਫਾਦਰ ਆਫ ਚਾਈਲਡ ਸਾਈਕੋਲੋਜੀ ਵੀ ਕਿਹਾ ਜਾਂਦਾ ਹੈ। ਇੰਨੇ ਆਸਪੈਕਟ ਦੇ ਵਿੱਚ ਹੀ ਕਈ ਵਾਰੀ 1-2 ਕੁਐਸਚਨ ਆ ਜਾਂਦੇ ਨੇ, ਇਸੇ ਕਰਕੇ ਮੈਂ ਤੁਹਾਨੂੰ ਇਸ ਚੀਜ਼ ਬਾਰੇ ਥੋੜਾ ਜਿਹਾ ਜ਼ਿਆਦਾ ਜਾਣੂ ਕਰਵਾਇਆ। ਔਰ ਨੈਕਸਟ ਜਿਹੜੀ ਚੀਜ਼ ਦੇਖੀ ਆਪਾਂ ਇਹ ਕਿ ਹੁਣ ਤੱਕ ਬੇਸਿਕਲੀ ਇਹਨਾਂ ਦਾ ਤੁਸੀਂ ਦੇਖਦੇ ਹੋ ਕਿ ਇਹਨਾਂ ਦਾ ਜਿਹੜਾ ਜਨਮ ਸੀਗਾ ਦੈਟ ਮੀਨਸ ਹੀ ਵਾਜ਼ ਬੋਰਨ ਇਨ 1896, ਔਰ 1980 ਦੇ ਵਿੱਚ ਤਕਰੀਬਨ ਕੋਈ ਤੁਸੀਂ ਦੇਖਦੇ ਹੋ ਕਿ 84 ਸਾਲ ਦੀ ਉਮਰ ਜਿਹੜੀ ਸੀ ਇਹਨਾਂ ਨੇ ਭੋਗੀ। ਉਹ 1896 ਦੇ ਵਿੱਚ ਜਨਮ ਹੋਇਆ। ਔਰ ਸਭ ਤੋਂ ਵੱਡੀ ਗੱਲ ਕਿ ਇਸ ਤੋਂ ਪਹਿਲਾਂ ਬੱਚਿਆਂ ਨੂੰ ਸਮਝਿਆ ਜਾਂਦਾ ਸੀਗਾ ਕਿ ਵੀ ਬੱਚੇ ਵੱਡਿਆਂ ਦਾ ਇੱਕ ਛੋਟਾ ਰੂਪ ਨੇ, ਉਹਨਾਂ ਦਾ ਦਿਮਾਗ ਛੋਟਾ ਹੈ ਔਰ ਵੱਡਿਆਂ ਦਾ ਛੋਟੇ ਦਿਮਾਗ ਦਾ ਰੂਪ ਹੈ ਉਹਨਾਂ ਦਾ। ਇਹਨਾਂ ਨੇ ਮਤਲਬ ਕਿ ਇਹ ਗੱਲ ਕਹੀ ਕਿ ਨਹੀਂ, ਬੱਚੇ ਇਕੁਅਲੀ ਇੰਟੈਲੀਜੈਂਟ ਨੇ, ਉਹਨਾਂ ਦਾ ਦੇਖਣ ਦਾ ਸਮਝਣ ਦਾ ਨਜ਼ਰੀਆ ਫਰਕ ਹੈ, ਕਿਉਂਕਿ ਉਹਨਾਂ ਨੇ ਹਾਲੇ ਦੁਨੀਆ ਦੇਖੀ ਨਹੀਂ, ਇਸ ਕਰਕੇ ਉਹ ਦੁਨੀਆ ਨੂੰ ਕਿਸੇ ਹੋਰ ਆਪਣੇ ਨਜ਼ਰੀਏ ਨਾਲ ਦੇਖ ਰਹੇ ਨੇ। ਇੰਟੈਲੀਜੈਂਸ ਦਾ ਜਿਹੜਾ ਲੈਵਲ ਹੈ ਉਹ ਕਹਿੰਦੇ ਕਿ ਓਨਾ ਹੀ ਹੈ ਉਹਨਾਂ ਦਾ। ਔਰ ਜੇ ਉਹ ਕੋਈ ਗਲਤ ਜਵਾਬ ਵੀ ਦਿੰਦੇ ਨੇ ਤਾਂ ਉਹਦਾ ਮਤਲਬ ਇਹ ਹੈ ਕਿ ਹਾਲੇ ਉਹਨਾਂ ਨੂੰ ਉਸ ਚੀਜ਼ ਦੀ ਸਮਝ ਨਹੀਂ ਪਈ ਜਾਂ ਉਸ ਚੀਜ਼ ਬਾਰੇ ਪਤਾ ਨਹੀਂ ਲੱਗਿਆ। ਜਦੋਂ ਉਹਨਾਂ ਨੂੰ ਉਸ ਚੀਜ਼ ਦਾ ਪਤਾ ਲੱਗ ਜਾਂਦਾ ਹੈ, ਸਮਝ ਆ ਜਾਂਦੀ ਹੈ, ਦੈਟ ਉਹ ਉਸ ਵੇਲੇ ਜਿਹੜੀ ਸੀ ਉਸ ਚੀਜ਼ ਨੂੰ ਐਕਵਾਇਰ ਕਰ ਲੈਂਦੇ ਨੇ, ਔਰ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਉਸ ਚੀਜ਼ ਨੂੰ ਸਮਝ ਜਾਂਦੇ ਨੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਸੀਗੀ ਇੱਥੇ 2-3 ਚੀਜ਼ਾਂ ਹੋਰ ਸਮਝਣ ਵਾਲੀਆਂ ਨੇ ਕਿ ਇਹ ਕਹਿੰਦੇ ਨੇ ਕਿ ਇਹਨਾਂ ਦੀ ਸਾਰੀ ਥਿਓਰੀ ਇਹ ਬੱਚਿਆਂ ਦੇ ਉੱਤੇ ਹੈਗੀ ਹੈ, ਲਰਨਰ ਦੇ ਉੱਤੇ ਨਹੀਂ। ਲਰਨਰ ਤਾਂ ਮੈਂ ਵੀ ਇੱਕ ਲਰਨਰ ਹਾਂ, ਅੱਜ ਮੈਂ ਇੱਕ ਨਵੀਂ ਚੀਜ਼ ਸਿੱਖਦਾ ਤਾਂ ਮੈਂ ਵੀ ਲਰਨਰ ਹਾਂ, ਪਰ ਇਹਨਾਂ ਦੀ ਜਿਹੜੀ ਸਾਰੀ ਦੀ ਸਾਰੀ ਰਿਸਰਚ ਰਹੀ ਹੈ ਦੈਟ ਇਜ਼ ਫੋਕਸਡ ਔਨ ਚਿਲਡਰਨ, ਉਹ ਬੱਚਿਆਂ ਦੇ ਉੱਤੇ ਫੋਕਸ ਰਹੀ ਹੈ। ਪਹਿਲੀ ਗੱਲ ਤਾਂ ਇਹ ਠੀਕ ਹੈ ਜੀ। ਇਹ ਚੀਜ਼ ਵੀ ਆ ਜਾਂਦੀ ਹੈ ਕਈ ਵਾਰੀ ਐਗਜ਼ਾਮ ਦੇ ਵਿੱਚ ਕਿ ਪਿਆਜੇ ਦੀ ਥਿਓਰੀ ਜਾਂ ਪਿਆਜੇ ਦੀ ਜਿਹੜੀ ਰਿਸਰਚ ਸੀਗੀ ਇਟ ਵਾਸ ਫੋਕਸਡ ਔਨ ਚਿਲਡਰਨ, ਔਨ ਅਡਲਟਸ, ਔਨ ਆਲ ਪਰਸਨਸ, ਜਾਂ ਕਿਸ ਦੇ ਉੱਤੇ ਸੀ ਉਹ। ਸੋ ਇਹਨਾਂ ਦੀ ਜਿਹੜੀ ਮੇਨ ਥਿਓਰੀ ਫੋਕਸ ਰਹੀ ਹੈ ਉਹ ਬੱਚਿਆਂ ਦੇ ਉੱਤੇ ਫੋਕਸ ਰਹੀ ਹੈ ਰਾਦਰ ਦੈਨ ਔਨ ਲਰਨਰਸ। ਦੂਜੇ ਪਾਸੇ ਕੀ ਹੈ, ਲਰਨਰ ਤਾਂ ਮੈਂ ਵੀ ਲਰਨਰ ਹਾਂ, ਤੁਸੀਂ ਵੀ ਲਰਨਰ ਹੋ, ਠੀਕ ਹੈ ਜੀ। ਲਰਨਰ ਦੇ ਉੱਤੇ ਨਹੀਂ, ਬੱਚਿਆਂ ਦੇ ਉੱਤੇ ਫੋਕਸ ਰਹੀ ਹੈ। ਦੂਜਾ ਇਹਨਾਂ ਦੀ ਥਿਓਰੀ ਇਜ਼ ਫੋਕਸਡ ਔਨ ਡਿਵੈਲਪਮੈਂਟ, ਡਿਵੈਲਪਮੈਂਟ ਦੇ ਉੱਤੇ ਰਹੀ ਹੈ।
दैट मीनस लर्निंग के उत्ते नहीं, डिवेलपमेंट के उत्ते रही है। ठीक है। और तीजी चीज़ इन्होंने सब तो वड्डी जिहड़ी चीज़ कही है कि जिहड़ी लर्निंग हैगी है इट इज़ डिवाइडेड इनटू स्टेजिज। ठीक है, ਉਹਦੇ ਉੱਤੇ ਆਪਾਂ ਬਾਅਦ ਚ ਗੱਲ ਕਰਦੇ ਹਾਂ, ਬੜੇ ਆਰਾਮ ਦੇ ਨਾਲ ਗੱਲ ਕਰਦੇ ਹਾਂ। ਇਹਨਾਂ ਨੇ ਕਿਹਾ ਕਿ ਜਿਹੜਾ ਲਰਨਿੰਗ ਦਾ ਪ੍ਰੋਸੈਸ ਹੈ ਇਹ ਸਟੇਜ ਲੈਵਲ ਦਾ ਪ੍ਰੋਸੈਸ ਹੈ। ਇਹ ਜਿਹੜੀ ਲਰਨਿੰਗ ਦਾ ਪ੍ਰੋਸੈਸ ਹੈ ਇਹ ਕੋਈ ਕੰਟੀਨਿਊਸ ਪ੍ਰੋਸੈਸ ਨਹੀਂ ਹੈ। ਇਹ ਜਿਹੜਾ ਪ੍ਰੋਸੈਸ ਹੈ ਇਹ ਸਟੇਜ ਲੈਵਲ ਪ੍ਰੋਸੈਸ ਹੈ। दैट मीनस एक स्टेज ਦੇ ਵਿੱਚ ਤੁਸੀਂ ਇੰਨਾ ਸਿੱਖਦੇ ਹੋ, ਦੂਜੀ ਸਟੇਜ ਤੁਸੀਂ ਇੰਨਾ ਸਿੱਖੋਗੇ, ਤੀਜੀ ਸਟੇਜ ਤੇ ਇੰਨਾ ਸਿੱਖੋਗੇ, ਚੌਥੀ ਸਟੇਜ ਤੁਸੀਂ ਇੰਨਾ ਸਿੱਖੋਗੇ। ਸੋ ਇਸ ਕਰਕੇ ਜਿਹੜਾ ਸੀਗਾ ਇਹਨੂੰ ਸਟੇਜ ਥਿਊਰੀ ਵੀ ਕਿਹਾ ਜਾਂਦਾ ਹੈ। ਨਾਓ ਇਹਨਾਂ ਨੇ ਕਿਹਾ ਕਿ ਜਿਹੜੇ ਬੱਚਿਆਂ ਦੇ ਜਿਹੜੇ ਦਿਮਾਗ ਨੇ ਇਹ ਸਮਾਲਰ ਵਰਜ਼ਨ ਆਫ ਅਡਲਟ ਮਾਈਂਡ ਨਹੀਂ ਹੈਗੇ, ਇਹ ਇਕੁਅਲੀ ਇੰਟੈਲੀਜੈਂਟ ਨੇ पर यह डिफरेंट तरीके ना सोचते हैं। ठीक है जी। हुण जे मैं कहा कि बच्चा लस्सी नूं दुध कहे तो यदा मतलब ये थोड़ी कि भी बच्चे नूं जिहड़ा सीगा बच्चे नूं तां दुध ते लस्सी दे विच फर्क नहीं पता ना हाले। ठीक है ना, जदों उहनूं लस्सी ते दुध च फर्क नज़र पता लग जाएगा वो लस्सी नूं लस्सी कहेगा, दुध नूं दुध कहेगा वो। ठीक है। सो ਇਹ ਜਿਹੜੇ ਐਕਸਪੀਰੀਐਂਸਿਸ ਦੇ ਨਾਲ ਬੱਚਾ ਜਿਹੜਾ ਸੀਗਾ ਸਿੱਖਦਾ ਹੈ ਔਰ ਉਹ ਜਿਹੜੇ ਐਕਸਪੀਰੀਐਂਸਿਸ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਨਾਲ ਜਿਹੜਾ ਸੀਗਾ ਉਹਨੂੰ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੋ। ਠੀਕ ਹੈ ਜੀ। ਹੁਣ ਇੱਕ ਚੀਜ਼ ਹੋਰ, ਵਾਟ ਇਜ਼ ਕੋਗਨੀਸ਼ਨ। ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿ ਪਿਆਜੇ ਥਿਊਰੀ ਆਫ ਕੋਗਨੀਸ਼ਨ ਡਿਵੈਲਪਮੈਂਟ, ਤਾਂ ਕੋਗਨੀਸ਼ਨ ਕੀ ਚੀਜ਼ ਹੈ। ਆਮ ਤੌਰ ਤੇ ਆਪਾਂ ਪੰਜਾਬੀ ਚ ਕਹਿ ਦਈਏ ਉਹਨੂੰ ਤਾਂ ਉਹਨੂੰ ਕਹਿ ਦਿਆਂਗੇ ਆਪਾਂ ਅਕਲ ਕਹਿ ਦਿਆਂਗੇ ਜਾਂ ਦਿਮਾਗ ਕਹਿ ਦਿਆਂਗੇ। ਠੀਕ ਹੈ ਜੀ, ਅਕਲ ਕਹਿ ਦਿਆਂਗੇ, ਦਿਮਾਗ ਕਹਿ ਦਿਆਂਗੇ ਉਹਨੂੰ। ਠੀਕ ਹੈ। ਇੰਟੈਲੀਜੈਂਸ, ਇੰਟਰਸਟ, ਮੈਮੋਰੀ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਕੋਗਨੀਸ਼ਨ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ। ਇਮੈਜੀਨੇਸ਼ਨ, ਕਨਸੈਪਟਸ, ਥਾਟ, ਪ੍ਰੋਬਲਮ ਸੋਲਵਿੰਗ, ਅਟੈਂਸ਼ਨ, ਪਰਸੈਪਸ਼ਨ, ਆਬਜ਼ਰਵੇਸ਼ਨ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸੀਗਾ ਅਸੀਂ ਕੋਗਨੀਸ਼ਨ ਦੇ ਵਿੱਚ ਮੰਨ ਕੇ ਚੱਲਦੇ ਹਾਂ। ਦੈਟ ਮੀਨਸ ਬੰਦੇ ਦਾ ਦਿਮਾਗ ਕਿੰਨਾ, ਉਹਦੇ ਇੰਟਰਸਟ ਕਿਹੜੇ ਇੰਟਰਸਟ ਨੇ, ਉਹਦੀ ਮੈਮਰੀ ਕਿੰਨੀ ਸ਼ਾਰਪ ਹੈ, ਉਹਦੇ ਕਨਸੈਪਟ ਕਲੈਰਿਟੀ ਕਿਵੇਂ ਹੈਗੀ ਹੈ, ਉਹਦੇ ਸੋਚਣ ਸ਼ਕਤੀ ਜਿਹੜੀ ਹੈਗੀ ਕਿੰਨੀ ਹੈਗੀ ਹੈ, ਪ੍ਰੋਬਲਮ ਸੋਲਵਿੰਗ ਕਿ ਉਹ ਕਿਸੇ ਪਜ਼ਲਸ ਨੂੰ ਕਿਵੇਂ ਜਲਦੀ ਸੋਲਵ ਕਰ ਸਕਦਾ ਕਿ ਨਹੀਂ ਕਰ ਸਕਦਾ, ਉਹ ਕਿੰਨੇ ਧਿਆਨ ਨਾਲ ਕਿਸੇ ਚੀਜ਼ ਨੂੰ ਦੇਖ ਕੇ ਉਸ ਨੂੰ ਆਬਜ਼ਰਵ ਕਰਦਾ ਹੈ, ਜਾਂ ਉਹਦੀ ਪਰਸੈਪਸ਼ਨ ਜਿਹੜੀ ਸੀ ਉਸ ਚੀਜ਼ ਨੂੰ ਦੇਖ ਕੇ ਉਹ ਕਿੰਨੀ ਜਲਦੀ ਉਸ ਚੀਜ਼ ਨੂੰ ਸਮਝ ਜਾਂਦਾ ਹੈ। ਇਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਜਿਹੜੀ ਸੀ ਇਹ ਕੋਗਨੀਸ਼ਨ ਦੇ ਵਿੱਚ ਆ ਜਾਂਦੀਆਂ ਨੇ। ਸੋ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਾਟ ਇਜ਼ ਕੋਗਨੀਸ਼ਨ ਆਲਸੋ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਵੱਡਿਆਂ ਤੇ ਛੋਟਿਆਂ ਦੇ ਦਿਮਾਗ ਦੇ ਵਿੱਚ ਫਰਕ ਨਹੀਂ ਹੈ ਕੋਈ, ਤਾਂ ਫਿਰ ਸੋਚ ਵਿੱਚ ਕਿਉਂ ਫਰਕ ਹੈ। ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਸੋਚ ਵਿੱਚ ਕਿਉਂ ਫਰਕ ਹੈ, ਕਿਉਂਕਿ ਜਿਹੜਾ ਬੁੱਧੀ ਦਾ ਵਿਕਾਸ ਹੈ ਜਾਂ ਕੋਗਨੀਸ਼ਨ ਦਾ ਜਿਹੜਾ ਵਿਕਾਸ ਹੈ, ਠੀਕ ਹੈ, ਇਹ ਸਮੇਂ ਤੇ ਅਨੁਭਵਾਂ ਦੇ ਨਾਲ ਹੁੰਦਾ। ਠੀਕ ਹੈ। ਟਾਈਮ ਐਂਡ ਜਿਹੜਾ ਸੀਗਾ ਐਕਸਪੀਰੀਅੰਸਿਸ ਦੇ ਨਾਲ ਹੁੰਦਾ ਉਹ। ਠੀਕ ਹੈ। ਜਿਵੇਂ ਆਪਾਂ ਗੱਲ ਕਰਾਂਗੇ ਕਿ ਸਟੇਜਿਸ ਦੇ ਵਿੱਚ ਡਿਵੈਲਪਮੈਂਟ ਹੁੰਦੀ ਆ ਉਹ। ਠੀਕ ਹੈ। ਸੋ ਇਹ ਕਿਉਂ, ਕਿਉਂਕਿ ਇਹ ਜਿਹੜੇ ਫਰਕ ਨੇ ਇਹ ਕੁਆਲੀਟੇਟਿਵ ਵੀ ਨੇ ਤੇ ਕੁਆਂਟੀਟੇਟਿਵ ਵੀ ਨੇ। ਠੀਕ ਹੈ। ਇਹਨਾਂ ਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਚੀਜ਼ ਸਮਝ ਆਉਂਦੀ ਆ, ਹੌਲੀ ਹੌਲੀ ਕਰਕੇ ਚੀਜ਼ ਸਮਝ ਆਉਂਦੀ ਆ ਉਹ, ਕਿਉਂਕਿ ਉਹਨਾਂ ਨੇ ਜਿੰਨੀ ਦੁਨੀਆ ਦੇਖੀ ਹੈ ਉਹਦੇ ਮੁਤਾਬਕ ਹੀ ਉਹਨਾਂ ਦੀ ਜਿਹੜੀ ਸੀਗੀ ਸੋਚ ਡਿਵੈਲਪ ਹੁੰਦੀ ਹੈ। ਇੱਕ 2 ਸਾਲ ਦਾ ਬੱਚਾ ਹੈ ਤੇ ਇੱਕ 10 ਸਾਲ ਦਾ ਬੱਚਾ ਹੈ। ਠੀਕ ਹੈ। ਦੋਨਾਂ ਦੀ ਸੋਚ, ਜਾਂ 20 ਸਾਲ ਦਾ ਬੱਚਾ ਹੈ, ਦੋਨਾਂ ਦੀ ਸੋਚ ਵਿੱਚ ਫਰਕ ਕਿਉਂ ਹੈ, ਕਿਉਂਕਿ ਉਹਨਾਂ ਨੇ ਦੁਨੀਆ ਹਾਲੇ ਓਨੀ ਹੀ ਦੇਖੀ ਹੈ। ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਬਹੁਤ ਕੁਆਲੀਟੇਟਿਵ ਤੇ ਕੁਆਂਟੀਟੇਟਿਵ ਇਸ ਚੀਜ਼ਾਂ ਦਾ ਫਰਕ ਹੈਗਾ। ਇਸ ਕਰਕੇ ਜਿਹੜਾ ਸੀਗਾ ਦੋਨਾਂ ਦੀ ਸੋਚ ਦੇ ਵਿੱਚ ਇਹ ਫਰਕ ਆ ਜਾਂਦਾ ਹੈ। ਨਾਓ ਕੋਗਨੀਟਿਵ ਡਿਵੈਲਪਮੈਂਟ ਜਾਂ ਬੋਧਾਤਮਕ ਵਿਕਾਸ ਦੇ ਵਿੱਚ ਕਿਹੜੇ ਫੈਕਟਰਸ ਨੇ ਜਿਹੜੇ ਕਿ ਸਾਡੀ ਇਹ ਕੋਗਨੀਸ਼ਨ ਨੂੰ ਅਫੈਕਟ ਕਰਦੇ ਨੇ ਔਰ ਕਿਹੜੇ ਸਟੇਜਸ ਨੇ। ਬੇਸਿਕਲੀ ਪਿਆਜੇ ਦੀ ਇਹੀ ਜਿਹੜੀ ਥਿਊਰੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਕਿਹੜੇ ਫੈਕਟਰ ਨੇ ਔਰ ਕਿਹੜੇ ਸਟੇਜਸ ਨੇ, ਇਸ ਚੀਜ਼ ਨੂੰ ਅੱਜ ਆਪਾਂ ਥੋੜਾ ਡਿਟੇਲ ਦੇ ਵਿੱਚ ਸਮਝਦੇ ਹਾਂ ਔਰ ਉਹਦੇ ਬੇਸਿਸ ਦੇ ਉੱਤੇ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਉਹ ਵੀ ਚੀਜ਼ ਆਪਾਂ ਡਿਸਕਸ ਕਰਦੇ ਹਾਂ ਫਿਰ ਬਾਅਦ ਵਿੱਚ ਉਹ। ਸੋ ਫਸਟ ਆਫ ਆਲ ਲੈਟ ਅਸ ਗੋ ਟੂ ਦ ਫੈਕਟਰਸ। ਠੀਕ ਹੈ। ਸੋ ਬੇਸਿਕਲੀ 4 ਫੈਕਟਰ ਨੇ। ਠੀਕ ਹੈ। ਔਰ ਇਹ ਉਹਦੇ ਅੱਗੇ ਸਬ ਫੈਕਟਰ ਨੇ। ਇਹ ਫਸਟ ਇਜ਼ ਮੈਚੁਰਿਟੀ ਜਾਂ ਮੈਚੂਰੇਸ਼ਨ ਵੀ ਕਹਿ ਦਿੰਦੇ ਆਪਾਂ ਉਹਨੂੰ। ਸੈਕੰਡ ਇਜ਼ ਐਕਟੀਵਿਟੀ ਜਾਂ ਐਕਸਪੀਰੀਅੰਸ ਕਹਿ ਦਿੰਦੇ ਹਾਂ। ਸੋਸ਼ਲ ਸੈਟਅਪ, ਇਕੁਇਲਿਬਰੀਅਮ, ਇਕੁਇਲਿਬਰੇਸ਼ਨ,
ਸੋ ਇਹ 4 ਫੈਕਟਰ ਨੇ ਜਿਹੜਾ ਕਿ ਬੌਧਿਕ ਵਿਕਾਸ ਨੂੰ ਅਫੈਕਟ ਕਰਦੇ ਨੇ, ਔਰ ਕਿਸ ਤਰੀਕੇ ਨਾਲ ਅਫੈਕਟ ਕਰਦੇ ਨੇ ਆਪਾਂ ਉਸ ਚੀਜ਼ ਦੇ ਉੱਤੇ ਆਉਂਦੇ ਹਾਂ ਹੁਣੇ, ਉਹ ਕਿ ਕਿਸ ਤਰੀਕੇ ਨਾਲ ਅਫੈਕਟ ਕਰਦੇ ਨੇ ਉਹ, ਠੀਕ ਹੈ ਜੀ। ਸੋ ਫਸਟ ਇਜ਼ ਮੈਚੂਰੇਸ਼ਨ ਜਾਂ ਮੈਚਿਓਰਿਟੀ, ਠੀਕ ਹੈ ਜੀ। ਨਾਓ ਮੈਚਿਓਰਿਟੀ ਆਪਾਂ ਕਹਿੰਦੇ ਹਾਂ ਨਾ ਕਿ ਵੀ ਬੰਦਾ ਮੈਚਿਓਰ ਹੋ ਗਿਆ, ਬੰਦਾ ਵੱਡਾ ਹੋ ਗਿਆ, ਉਹਨੂੰ ਸਮਝ ਆਉਣੀ ਸ਼ੁਰੂ ਹੋ ਗਈ। ਤਾਂ ਮੈਚੂਰੇਸ਼ਨ ਜਿਹੜੀ ਹੈਗੀ ਹੈ ਇਹ ਸਮੇਂ ਦੇ ਨਾਲ ਨਾਲ ਮੈਚਿਓਰਿਟੀ ਵੱਧਦੀ ਹੈ। ਕਿਉਂਕਿ ਇੱਕ ਛੋਟਾ ਬੱਚਾ, ਇੱਕ ਵੱਡਾ ਬੱਚਾ। ਛੋਟਾ ਬੱਚਾ ਜਿਹੜਾ ਸੀਗਾ ਉਹਨੂੰ ਤੁਸੀਂ ਕਹੋ, ਉਹ ਪਹਿਲਾਂ ਮਾਂ ਕਹਿਣਾ ਸਿੱਖਦਾ, ਉਹਨੂੰ ਲੱਗਦਾ ਕਿ ਵੀ ਜਿਹੜੀਆਂ ਲੇਡੀਜ਼ ਇਹ ਸਾਰੀਆਂ ਮਾਂ ਨੇ, ਬਟ ਅਲਟੀਮੇਟਲੀ ਜਿਹੜਾ ਸੀਗਾ ਹੀ ਕਮਸ ਟੂ ਅੰਡਰਸਟੈਂਡ ਕਿ ਮਾਂ ਉਹ ਹੈ ਮੇਰੀ ਜਿਹੜੀ ਕਿ ਮੈਨੂੰ ਦੁੱਧ ਪਿਲਾਉਂਦੀ ਹੈ, ਠੀਕ ਹੈ ਜੀ। ਸੋ ਬੇਸਿਕਲੀ ਉਸਨੂੰ ਇਹ ਚੀਜ਼ ਜਿਹੜੀ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ। ਔਰ ਫਿਰ ਜੇ ਮੈਚੂਰੇਸ਼ਨ ਦੇ ਹੋਰ ਆਪਾਂ ਐਗਜ਼ਾਮਪਲ ਲਈਏ ਇਹ ਕਿ ਜੇ ਆਪਾਂ ਕਹੀਏ ਕਿ ਵੀ ਤੂੰ ਦਿੱਲੀ ਦੇ ਵਿੱਚ ਰਹਿੰਦਾ ਜਾਂ ਤੂੰ ਚੰਡੀਗੜ੍ਹ ਦੇ ਵਿੱਚ ਰਹਿੰਦਾ ਕਿ ਤੂੰ ਇੰਡੀਆ ਦੇ ਵਿੱਚ ਰਹਿੰਦਾ, ਨਾਓ ਬੱਚਾ ਸੋਚੀ ਪੈ ਜਾਏਗਾ ਕਿ ਚੰਡੀਗੜ੍ਹ ਕੀ ਚੀਜ਼ ਹੈ, ਇੰਡੀਆ ਕੀ ਚੀਜ਼ ਹੈ, ਠੀਕ ਹੈ। ਜਾਂ ਆਪਾਂ ਉਹਨੂੰ ਕਹੀਏ ਕਿ ਹਿੰਦੁਸਤਾਨ ਦੀ ਜਿਹੜੀ ਰਾਜਧਾਨੀ ਆ ਉਹ ਦਿੱਲੀ ਹੈ ਕਿ ਨਹੀਂ ਹੈ, ਠੀਕ ਹੈ। ਬਿਕਾਜ਼ ਹਾਲੇ ਬੱਚੇ ਨੂੰ ਕੈਪੀਟਲ ਦਾ ਕਨਸੈਪਟ ਨਹੀਂ ਪਤਾ, ਬੱਚੇ ਨੂੰ ਹਾਲੇ ਕੰਟਰੀ ਦਾ ਕਨਸੈਪਟ ਨਹੀਂ ਪਤਾ, ਠੀਕ ਹੈ। ਸੋ ਜਿਹੜਾ ਛੋਟਾ ਬੱਚਾ ਹੋਏਗਾ ਉਹਨੂੰ ਇਹ ਚੀਜ਼ਾਂ ਹਾਲੇ ਸਮਝ ਨਹੀਂ ਆਉਣਗੀਆਂ, ਜਾਂ ਜਦੋਂ ਸਮਝ ਆਉਣੀਆਂ ਸ਼ੁਰੂ ਹੋਣਗੀਆਂ ਉਹਨੂੰ ਉਹਨਾਂ ਚੀਜ਼ਾਂ ਟਾਈਮ ਲੱਗੇਗਾ ਉਹ, ਠੀਕ ਹੈ। ਸੋ ਜੇ ਇਹਨੂੰ ਕਹੀਏ ਕਿ ਤੂੰ ਇੰਡੀਅਨ ਹੈ ਕਿ ਤੂੰ ਅਮਰੀਕਨ ਹੈ, ਬਤਾਓ ਇੰਡੀਅਨ ਕੀ ਹੁੰਦਾ, ਅਮਰੀਕਨ ਕੀ ਹੁੰਦਾ, ਇਹ ਚੀਜ਼ਾਂ ਸਮੇਂ ਦੇ ਨਾਲ ਸਮਝ ਆਉਣਗੀਆਂ ਉਹਨੂੰ। ਜਦੋਂ ਉਹਨੂੰ ਪਤਾ ਲੱਗੇਗਾ ਕਿ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ ਬੱਚਾ, ਉਹਨੂੰ ਅਸੀਂ ਇੰਡੀਅਨ ਕਹਿੰਦੇ ਹਾਂ, ਠੀਕ ਹੈ। ਸੋ ਜੇ ਅਸੀਂ 2-3 ਸਾਲ 4 ਸਾਲ ਦੇ ਬੱਚੇ ਨੂੰ ਇਹ ਗੱਲ ਪੁੱਛਾਂਗੇ, ਉਹਦੇ ਕੋਲ ਇਸ ਚੀਜ਼ ਦਾ ਜਵਾਬ ਨਹੀਂ ਹੋਏਗਾ। ਪਰ ਜੇ ਅਸੀਂ 10 ਸਾਲ 12 ਸਾਲ ਦੇ ਬੱਚੇ ਨੂੰ ਇਹ ਚੀਜ਼ ਪੁੱਛਾਂਗੇ, ਹੀ ਵਿਲ ਸੇ ਆਈ ਐਮ ਐਨ ਇੰਡੀਅਨ, ਠੀਕ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੌਲੀ ਹੌਲੀ ਜਿਹੜੀ ਸੀਗੀਆਂ ਮੈਚਿਓਰਿਟੀ ਦੇ ਨਾਲ, ਉਮਰ ਦੇ ਨਾਲ ਜਿਹੜੀਆਂ ਸੀਗੀਆਂ ਪਤਾ ਲੱਗਦੀਆਂ ਨੇ। ਸੋ ਦ ਫਸਟ ਐਸਪੈਕਟ ਇਜ਼ ਮੈਚੂਰੇਸ਼ਨ, ਠੀਕ ਹੈ। ਚਾਈਲਡ ਇਜ਼ ਨਾਟ ਰੈਡੀ ਟੂ ਲਰਨ। ਇਸ ਵੇਲੇ ਬੱਚਾ ਜਦੋਂ 2, 3, 4 ਸਾਲ ਦਾ ਬੱਚਾ ਹੈਗਾ, ਉਹ ਇਹਨਾਂ ਚੀਜ਼ਾਂ ਨੂੰ ਸਿੱਖਣ ਦੇ ਹਾਲੇ ਕਾਬਲ ਨਹੀਂ ਹੋਇਆ, ਠੀਕ ਹੈ। ਉਸ ਨੂੰ ਇਹਨਾਂ ਚੀਜ਼ਾਂ ਨੂੰ ਸਿੱਖਣ ਤੇ ਸਮਝਣ ਦੇ ਵਿੱਚ ਟਾਈਮ ਲੱਗਦਾ ਹੈ, ਠੀਕ ਹੈ। ਯੂ ਕੈਨਟ, ਔਰ ਇਸੇ ਕਰਕੇ ਜਿਹੜਾ ਸੀਗਾ ਅਸੀਂ ਜਦੋਂ ਵੀ ਬੱਚੇ ਨੂੰ ਕੋਈ ਤੁਸੀਂ ਕਿਤਾਬਾਂ ਪੜ੍ਹਾਉਣੀਆਂ ਨੇ, ਜਦੋਂ ਕਿੰਡਰਗਾਰਟਨ ਦੇ ਵਿੱਚ ਹੈ ਉਹਨੂੰ ਤੁਸੀਂ ਕੀ ਪੜ੍ਹਾਓਗੇ, ਕੱਕਾ ਖਾਕਾ ਗੱਗਾ ਪੜ੍ਹਾਓਗੇ ਉਹਨੂੰ, ਠੀਕ ਹੈ ਜੀ। ਉਹਨੂੰ ਤੁਸੀਂ ਕੋਈ ਫਿਲਾਸਫੀ ਥੋੜ੍ਹੀ ਪੜ੍ਹਾਉਣੀ ਸ਼ੁਰੂ ਕਰ ਦਿਓਗੇ ਉਹ, ਠੀਕ ਹੈ। ਜਦੋਂ ਪਹਿਲੀਆਂ ਕਲਾਸਾਂ ਦੇ ਵਿੱਚ ਹੋਏਗਾ ਉਹਨੂੰ ਬੇਸਿਕ ਕਿਤਾਬ ਦਿਓਗੇ ਉਹ। ਸਿਮਿਲਰਲੀ ਜਦੋਂ ਉਹ 3ਜੀ 4ਥੀ ਵਿੱਚ ਜਾਂਦਾ ਉਹਨੂੰ ਕੋਈ ਅਲਜਬਰਾ ਥੋੜ੍ਹੀ ਪੜ੍ਹਾਉਣਾ ਸ਼ੁਰੂ ਕਰ ਦਿਆਂਗੇ ਆਪਾਂ ਉਹ, ਜਾਂ ਕੋਈ ਟ੍ਰਿਗਨੋਮੈਟਰੀ ਥੋੜ੍ਹੀ ਪੜ੍ਹਾਉਣੀ ਸ਼ੁਰੂ ਕਰ ਦਿਆਂਗੇ। ਨਾਓ ਦੈਟ ਮੀਨਸ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਮਰ ਦੇ ਨਾਲ ਨਾਲ ਜਿਹੜਾ ਸੀਗਾ ਬੱਚਾ ਉਹਨਾਂ ਚੀਜ਼ਾਂ ਨੂੰ ਸਿੱਖਦਾ, ਔਰ ਉਸ ਫੈਕਟਰ ਨੂੰ ਕੀ ਕਿਹਾ ਜਾਂਦਾ, ਉਹਨੂੰ ਮੈਚਿਓਰਿਟੀ ਕਿਹਾ ਜਾਂਦਾ ਜਾਂ ਉਹਨੂੰ ਮੈਚੂਰੇਸ਼ਨ ਕਿਹਾ ਜਾਂਦਾ ਨੇ, ਠੀਕ ਹੈ। ਸੋ ਦੈਟ ਇਜ਼ ਦ ਫਰਸਟ ਫੈਕਟਰ। ਦੈਟ ਉਹ ਫੈਕਟਰ ਕੀ ਹੋਗਾ ਤੁਹਾਡਾ, ਉਹ ਏਜ ਐਂਡ ਐਕਸਪੀਰੀਅੰਸ, ਕਿਉਂਕਿ ਉਹਦੇ ਏਜ ਦੇ ਨਾਲ ਨਾਲ ਉਹਦੇ ਜਿਹੜੇ ਐਕਸਪੀਰੀਅੰਸਿਸ ਜਿਹੜੇ ਹੈਗੇ ਨੇ ਉਹ ਨਾਲ ਮੈਟਰ ਕਰਦੇ ਨੇ। ਸੈਕੰਡ, ਐਕਟੀਵਿਟੀ। ਨਾਓ ਵਾਟ ਡੂ ਯੂ ਮੀਨ ਬਾਈ ਐਕਟੀਵਿਟੀ? ਬੱਚੇ ਨੂੰ ਕਹੋ ਕਿ ਵੀ ਤੁਹਾਨੂੰ ਮਿਊਜ਼ਿਕ ਜਿਹੜਾ ਸੀਗਾ ਸਿੱਖਣਾ ਚਾਹੀਦਾ ਹੈ, ਠੀਕ ਹੈ। ਉਹਨੂੰ ਮਿਊਜ਼ਿਕ ਸਿਖਾਉਣਾ ਸ਼ੁਰੂ ਕੀਤਾ ਹੈ ਕਿ ਕਿਤਾਬ ਲਿੱਤੀ ਔਰ ਉਹਨੂੰ ਦੱਸਿਆ ਕਿ ਇਹ ਹਾਰਮੋਨੀਅਮ ਹੁੰਦਾ ਹੈ, ਇਹ ਹਾਰਮੋਨੀਅਮ ਦੇ ਉੱਤੇ ਆਹ ਬਟਨ ਦਬਾਏਗਾ ਤਾਂ ਸਾ ਦੀ ਆਵਾਜ਼ ਆਏਗੀ, ਇਹ ਬਟਨ ਦਬਾਏਗਾ ਤਾਂ ਰਾ ਦੀ ਆਵਾਜ਼ ਆਏਗੀ, ਇਹ ਬਟਨ ਦਬਾਏਗਾ ਤਾਂ ਗਾ ਦੀ ਆਵਾਜ਼ ਆਏਗੀ। ਮੈਂ ਉਹਨੂੰ ਸਰਗਮ ਸਿਖਾ ਰਿਹਾ ਕਿਤਾਬ ਦੇ ਵਿੱਚ, ਠੀਕ ਹੈ। ਔਰ ਉਹੀ ਚੀਜ਼ ਜੇ ਮੈਂ ਹਾਰਮੋਨੀਅਮ ਲੈ ਕੇ ਉਹਦੇ ਸਾਹਮਣੇ ਬੈਠ ਕੇ ਕਰਾਂਗਾ ਤਾਂ ਉਹ ਕਿਸ ਚੀਜ਼ ਤੋਂ ਜਲਦੀ ਸਿੱਖੇਗਾ, ਉਹ ਆਪਣੇ ਐਕਸਪੀਰੀਅੰਸ ਦੇ ਨਾਲ ਜਲਦੀ ਸਿੱਖੇਗਾ, ਐਕਟੀਵਿਟੀ ਦੇ ਨਾਲ ਜਲਦੀ ਸਿੱਖੇਗਾ, ਠੀਕ ਹੈ ਜੀ। ਉਹ ਕਿਹਦੇ ਨਾਲ ਸਿੱਖੇਗਾ, ਉਹ ਐਕਸਪੀਰੀਅੰਸ ਐਂਡ ਐਕਟੀਵਿਟੀ ਦੇ ਨਾਲ ਜਲਦੀ ਸਿੱਖੇਗਾ ਉਹ। ਸੋ ਦੈਟ ਮੀਨਸ ਕਿ ਵਾਟ ਇਜ਼ ਇੰਪੋਰਟੈਂਟ ਫॉर द ਕਿਹੜੇ ਆਪਾਂ ਗੱਲ ਕੀ ਕਰ ਰਹੇ ਹਾਂ, ਫੈਕਟਰਸ ਕਿਸ ਅਫੈਕਟ ਕਰਦੇ ਨੇ, ਉਹ ਡਿਵੈਲਪਮੈਂਟ ਨੂੰ ਅਫੈਕਟ ਕਰਦੇ ਨੇ, ਉਹਦੀ ਕੋਗਨੀਸ਼ਨ ਡਿਵੈਲਪਮੈਂਟ ਨੂੰ ਅਫੈਕਟ ਕਰਦੇ ਨੇ। ਸੋ ਦੈਟ ਮੀਨਸ ਐਕਟੀਵਿਟੀ ਉਹਦੀ ਡਿਵੈਲਪਮੈਂਟ ਨੂੰ ਅਫੈਕਟ ਕਰਦੀ ਹੈ। ਜਦੋਂ ਬੱਚਾ ਆਪ ਖੁਦ ਕੰਮ ਕਰਕੇ ਕੋਈ ਚੀਜ਼ ਸਿੱਖਦਾ ਹੈ, ਉਹਦੀ ਜਿਹੜੀ ਡਿਵੈਲਪਮੈਂਟ ਹੈ ਉਹ ਜ਼ਿਆਦਾ ਹੁੰਦੀ ਹੈ, ਬਜਾਏ ਇਹਦੇ ਕਿ ਉਹਨੂੰ ਕਾਗਜ਼ਾਂ ਦੇ ਵਿੱਚ ਸਮਝਾਈਏ।
ਠੀਕ ਹੈ ਜੀ। ਉਹਨੂੰ ਕਹੀਏ ਵੀ ਸਾਈਕਲ ਇਸ ਤਰੀਕੇ ਨਾਲ ਚੱਲਦਾ ਹੈ, ਠੀਕ ਹੈ ਜੀ, ਉਹਦੇ 2 ਪਹੀਏ ਹੁੰਦੇ ਨੇ, ਉਹਦਾ ਹੈਂਡਲ ਫੜ ਕੇ ਜਿਹੜਾ ਸੀਗਾ ਤੁਸੀਂ ਇਹਦੀ ਕਾਠੀ ਤੇ ਬਹਿ ਜਾਣਾ ਤੇ ਪੈਡਲ ਮਾਰਨੇ, ਸਾਈਕਲ ਚੱਲਣ ਲੱਗ ਜਾਊਗਾ। ਨੋ, ਇਟ ਵੋਂਟ ਹੈਪਨ ਦੈਟ ਵੇ। ਬੱਚੇ ਨੂੰ ਜਿਹੜਾ ਸੀਗਾ ਉਹਨੂੰ ਸਿਖਾਉਣਾ ਪੈਂਦਾ, ਸਾਈਕਲ ਦੇ ਉੱਤੇ ਬੈਠ ਕੇ ਉਹਨੂੰ ਜਦੋਂ ਚਲਾਏਗਾ ਤਾਂ ਉਹ ਜਲਦੀ ਸਿੱਖੇਗਾ। ਔਰ ਕਾਗਜ਼ਾਂ ਦੇ ਵਿੱਚ ਜਿਹੜੀ ਸੀਗੀ ਉਹ ਚੀਜ਼ ਉਹਨੂੰ ਸਮਝ, ਉਹਨੂੰ ਪਤਾ ਲੱਗਦਾ ਹੈ ਪਰ ਉਹਨੂੰ ਚਲਾਉਣਾ ਨਹੀਂ ਇੰਨੀ ਜਲਦੀ ਸਿੱਖੇਗਾ ਉਹ, ਠੀਕ ਹੈ। ਸੋ ਦੈਟ ਮੀਨਸ ਪ੍ਰੈਕਟਿਸ ਜਿਹੜੀ ਸੀਗੀ ਉਹ ਮੈਟਰ ਕਰਦੀ ਹੈ, ਐਕਸਪੀਰੀਅੰਸ ਜਿਹੜਾ ਸੀਗਾ ਉਹਦਾ ਮੈਟਰ ਕਰਦਾ ਉਹ। ਸੋ ਪਹਿਲਾ ਫੈਕਟਰ ਸੀਗਾ ਸਾਡਾ ਮੈਚਿਓਰਿਟੀ, ਦੈਟ ਮੀਨਸ ਏਜ, ਔਰ ਦੂਜਾ ਜਿਹੜਾ ਸੀਗਾ ਐਕਟੀਵਿਟੀ ਔਰ ਐਕਸਪੀਰੀਅੰਸ। ਸੋ ਇਹ 2 ਹੋ ਗਏ ਹੋ। ਨਾਓ ਥਰਡ ਇਜ਼ ਸੋਸ਼ਲ ਸੈਟਅਪ। ਸੋਸ਼ਲ ਸੈਟਅਪ ਦਾ ਕੀ ਮਤਲਬ ਹੋਇਆ? ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬੱਚਾ ਪੈਦਾ ਹੋਇਆ, ਪਲਿਆ, ਵਧਿਆ, ਉਹ ਚੀਜ਼ ਬੜੀ ਫਰਕ ਪਾਉਂਦੀ ਹੈ, ਉਹਦੀ ਡਿਵੈਲਪਮੈਂਟ ਦੇ ਉੱਤੇ ਫਰਕ ਪਾਉਂਦੀ ਹੈ, ਠੀਕ ਹੈ ਨਾ। ਕਈ ਵਾਰ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਇਹ ਤਾਂ ਗਵਾਰ ਹੈ, ਠੀਕ ਹੈ ਜੀ, ਉਹਦਾ ਕੀ ਮਤਲਬ ਹੈ ਕਿ ਵੀ ਇਹਨੂੰ ਤਾਂ ਕੁਝ ਪਤਾ ਹੀ ਨਹੀਂ। ਕਈ ਵਾਰੀ ਆਮ ਤੌਰ ਤੇ ਸ਼ਹਿਰੀ ਲੋਕੀ ਕਹਿੰਦੇ, ਕੋਈ ਪੇਂਡੂ ਬੰਦਾ ਆਵੇ ਨਾ ਉਹਨੂੰ ਕਹਿੰਦੇ ਤਾਂ ਗਵਾਰ ਹੈ, ਠੀਕ ਹੈ। ਕਿਉਂ ਕਹਿ ਦਿੰਦੇ ਆ? ਵੀ ਇਹਨੂੰ ਤਾਂ ਪਤਾ ਹੀ ਕੁਝ ਨਹੀਂ, ਠੀਕ ਹੈ ਜੀ। ਕਈ ਵਾਰੀ ਮੈਨੂੰ ਯਾਦ ਹੈ ਕਿ ਅਸੀਂ ਇੱਕ ਵਾਰੀ ਕਿ ਪਿੰਡ ਦੇ ਵਿੱਚ ਗਏ ਸੀ, ਆਈ ਐਮ ਟਾਕਿੰਗ 20 years ਬੈਕ, MP 'ਚ ਮੇਰੀ ਉਸ ਵੇਲੇ ਨੌਕਰੀ ਸੀਗੀ। ਜਦੋਂ ਅਸੀਂ ਪਿੰਡ ਗਏ ਤਾਂ ਅਸੀਂ ਕਾਰ ਵਿੱਚ ਗਏ ਸੀਗੇ ਉੱਥੇ। ਉਸ ਪਿੰਡ ਦੇ ਲੋਕਾਂ ਨੇ ਕਦੇ ਕਾਰ ਹੀ ਨਹੀਂ ਸੀ ਦੇਖੀ ਹੋਈ, ਠੀਕ ਹੈ। ਸੋ ਯੂ ਕੈਨ ਵੈਲ ਇਮੇਜਿਨ ਕਿ ਉਹਨਾਂ ਦਾ ਜਿਹੜਾ ਲੈਵਲ ਆਫ ਡਿਵੈਲਪਮੈਂਟ ਕੀ ਹੋਏਗਾ। ਉਹ ਕਾਰ ਨੂੰ ਪਤਾ ਨਹੀਂ ਕੀ ਸਮਝਦੇ ਸੀਗੇ, ਪਤਾ ਨਹੀਂ ਕੀ ਚੀਜ਼ ਹੈ ਇਹ, ਠੀਕ ਹੈ। ਸੋ ਉਹਨਾਂ ਦੇ ਐਕਸਪੀਰੀਅੰਸਿਸ ਜਿਹੜੇ ਸੀਗੇ ਉਹ ਡਿਫਰੈਂਟ ਹੋਣਗੇ, ਉਹਨਾਂ ਦੀ ਡਿਵੈਲਪਮੈਂਟ ਵੀ ਜਿਹੜੀ ਸੀ ਡਿਫਰੈਂਟ ਹੋਏਗੀ। ਜਿਹੜੇ ਬੱਚੇ ਨੇ ਅੱਜ ਕੱਲ੍ਹ ਛੋਟੇ ਬੱਚੇ ਜੰਮਦੇ ਹੀ ਜਿਹੜਾ ਸੀਗਾ ਮੋਬਾਈਲ ਫੜ ਕੇ ਜਿਹੜਾ ਸੀਗਾ ਉਹਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ, ਠੀਕ ਹੈ, ਉਹਨੂੰ ਚਲਾਉਣਾ ਸਿੱਖ ਜਾਂਦੇ ਨੇ। ਉਹਨਾਂ ਦੀ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ, ਡੈਫੀਨੇਟਲੀ ਜ਼ਿਆਦਾ ਹੋ ਜਾਂਦੀ ਹੈ। ਸੋ ਦੈਟ ਮੀਨਸ ਕਿ ਕਿਸ ਤਰੀਕੇ ਦੇ ਸੋਸ਼ਲ ਸੈਟਅਪ ਦੇ ਵਿੱਚ ਬੱਚਾ ਰਹਿੰਦਾ ਪਿਆ ਉਹਦਾ ਵੀ ਫਰਕ ਪੈਂਦਾ ਉਹਦੇ ਉੱਤੇ। ਉਹ ਕਿ ਉਹ ਕਿਸੇ ਲੈਟ ਅਸ ਸੇ ਕਿ ਕਿਸੇ ਕਨਵੈਂਟ ਸਕੂਲ 'ਚ ਪੜ੍ਹਿਆ ਤਾਂ ਉਹਨੂੰ ਇੰਗਲਿਸ਼ ਜਲਦੀ ਬੋਲਣੀ ਆ ਗਈ ਉਹ, ਠੀਕ ਹੈ। ਉਹਨੇ ਕੋਈ ਲਰਨਿੰਗ ਪ੍ਰੋਸੈਸ ਜਿਹੜਾ ਸੀਗਾ ਉਹਦਾ ਫਾਸਟ ਹੋ ਗਿਆ ਉੱਥੇ ਉਹ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਸੀਗਾ ਉਹ ਸੋਸ਼ਲ ਸੈਟਅਪ ਜਿਹੜਾ ਸੀਗਾ ਉਹ ਉਹਦੇ ਉੱਤੇ ਫਰਕ ਪਾਉਂਦਾ ਉਹ, ਠੀਕ ਹੈ ਜੀ। ਔਰ ਹਾਂਜੀ, ਨੈਕਸਟ ਇਜ਼ ਇਕੁਇਲਿਬਰੇਸ਼ਨ। ਦਿਸ ਇਜ਼ ਦ ਮੋਸਟ ਇੰਪੋਰਟੈਂਟ ਪਾਰਟ, ਠੀਕ ਹੈ ਜੀ। ਫੈਕਟਰ ਅਫੈਕਟਿੰਗ ਕੋਗਨੀਟਿਵ ਡਿਵੈਲਪਮੈਂਟ, ਠੀਕ ਹੈ। ਸੋ ਇਹਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ। ਇੱਕ ਵਰਡ ਯੂਜ਼ ਕਰਦਾ ਪਿਆਜੇ, ਉਹਨੂੰ ਕਹਿੰਦੇ ਸਕੀਮਾ। ਵਾਟ ਇਜ਼ ਸਕੀਮਾ? ਠੀਕ ਹੈ। ਜਦੋਂ ਵੀ ਬੱਚਾ ਕਿਸੇ ਚੀਜ਼ ਨੂੰ ਦੇਖਦਾ ਹੈ, ਓਬਜ਼ਰਵ ਕਰਦਾ ਹੈ, ਉਹਦੇ ਦਿਮਾਗ ਦੇ ਵਿੱਚ ਉਹਦੀ ਇੱਕ ਨਾ ਤਸਵੀਰ ਬਹਿ ਜਾਂਦੀ ਹੈ। ਔਰ ਜਦੋਂ ਉਹਦੇ ਦਿਮਾਗ 'ਚ ਉਹ ਤਸਵੀਰ ਬਹਿ ਜਾਂਦੀ ਹੈ ਔਰ ਉਸ ਚੀਜ਼ ਨੂੰ ਜਿਹੜਾ ਸੀਗਾ ਉਹ ਇੱਕ ਨਾਮ ਦੇ ਦਿੱਤਾ ਜਾਂਦਾ ਹੈ। ਸੋ ਦੈਟ ਮੀਨਸ ਉਹ ਕੀ ਹੋ ਗਿਆ? ਇੱਕ ਸਕੀਮਾ ਹੋ ਗਿਆ। ਬੱਚੇ ਨੇ ਇੱਕ ਕੁਰਸੀ ਦੇਖੀ, ਠੀਕ ਹੈ ਜੀ, ਕੁਰਸੀ ਦੇਖੀ, ਠੀਕ ਹੈ, ਉਹਦੇ ਜਿਹੜਾ ਸੀਗਾ ਯੂ ਕੈਨ ਸੇ 4 ਲੱਤਾਂ ਨੇ, ਠੀਕ ਹੈ। ਸੋ ਵੈਨ ਹੀ ਲੁਕਸ ਐਟ ਏ ਚੇਅਰ ਤਾਂ ਉਹਨੂੰ ਮਤਲਬ ਕਿ ਪਤਾ ਲੱਗ ਗਿਆ ਕਿ ਇਹ ਕੁਰਸੀ ਹੈ, ਠੀਕ ਹੈ ਜੀ। ਇਹ ਬੈਠਣ ਵਾਸਤੇ ਇੱਕ ਚੀਜ਼ ਹੈਗੀ ਹੈ ਜਿਹਦੇ ਉੱਤੇ ਜਿਹਨੂੰ ਕੁਰਸੀ ਕਿਹਾ ਜਾਂਦਾ ਹੈ, ਠੀਕ ਹੈ। ਸੋ ਨਾਓ ਜਦੋਂ ਵੀ ਉਹ ਕੋਈ ਟੇਬਲ, ਨਾਓ ਲੈਟ ਅਸ ਸੇ ਕਿ ਇੱਕ ਟੇਬਲ ਦੇਖਿਆ ਉਹਨੇ, ਠੀਕ ਹੈ ਜੀ, ਔਰ ਉਹਦੇ ਉੱਤੇ ਕੋਈ ਬੰਦਾ ਬਹਿ ਗਿਆ, ਉਹ ਕੀ ਉਹਨੇ ਦਿਮਾਗ ਦੇ ਵਿੱਚ ਕਹਿੰਦਾ ਕਿ ਇਹ ਕੁਰਸੀ ਹੈ, ਠੀਕ ਹੈ ਜੀ। ਫਿਰ ਅਸੀਂ ਕਹਿੰਦੇ ਕਿ ਨਹੀਂ, ਇਹ ਮੇਜ਼ ਹੈ, ਠੀਕ ਹੈ। ਨਾਓ ਇਹ ਨਾਓ ਵਾਟ ਹੀ ਵਿਲ ਡੂ ਕਿ ਆਪਣੀ ਸੋਚ ਵਿੱਚ ਬਦਲਾਵ ਕਰੇਗਾ, ਆਪਣਾ ਦਿਮਾਗ ਦੇ ਵਿੱਚ ਉਹ ਹੁਣ ਇਸ ਚੀਜ਼ ਨੂੰ ਬਦਲ ਰਿਹਾ ਹੈ ਕਿ ਆਹ ਜਿਹੜੀ ਚੀਜ਼ ਹੈ ਇਹ ਤਾਂ ਹੈ ਕੁਰਸੀ ਹੈ, ਠੀਕ ਹੈ ਜੀ, ਔਰ ਇੱਥੇ ਕੋਈ ਸਮਾਨ ਰੱਖਦੇ ਹਾਂ ਅਸੀਂ ਜਾਂ ਇੱਥੇ ਸਮਾਨ ਰੱਖ ਕੇ ਅਸੀਂ ਰੋਟੀ ਖਾਂਦੇ ਹਾਂ, ਇਹ ਮੇਜ਼ ਹੈ, ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਇੱਕ ਚੀਜ਼ ਨੂੰ ਉਹ ਆਪਣੇ ਦਿਮਾਗ ਦੇ ਵਿੱਚ ਪਿਕਚਰ ਬਿਠਾ ਲੈਂਦਾ ਹੈ, ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਸਕੀਮਾ ਕਿਹਾ ਜਾਂਦਾ ਹੈ। ਔਰ ਇਹ ਸਕੀਮਾ ਇਹ ਹਰ ਰੋਜ਼ ਆਪਣੀ ਆਬਜ਼ਰਵੇਸ਼ਨ ਤੋਂ ਔਰ ਉਹਦੇ ਨਾਲ ਲੈਂਗੁਏਜ ਤੋਂ ਜਿਹੜਾ ਇਹ ਚੀਜ਼ਾਂ ਉਹ ਸਿੱਖਦਾ ਹੈ। ਸੋ ਵੀ ਵਰ ਡਿਸਕਸਿੰਗ ਅਬਾਊਟ ਦਾ ਸਕੀਮਾ। ਆਪਾਂ ਨੇ ਗੱਲ ਕੀਤੀ ਸਕੀਮਾ ਦੇ ਬਾਰੇ, ਗੱਲ ਕੀਤੀ ਕਿ ਸਕੀਮਾ ਕੀ ਚੀਜ਼ ਹੈ। ਸਕੀਮਾ ਜਿਹੜੀ ਸੀਗੀ ਦਿਮਾਗ ਦੇ ਵਿੱਚ ਇੱਕ ਜਿਹੜਾ ਇਮੇਜ ਬੈਠ ਗਿਆ, ਉਹਨੂੰ ਇੱਕ ਨਾਮ ਦੇ ਦਿੱਤਾ, ਦੈਟ ਇਜ਼ ਉਹ ਆਰਗੇਨਾਈਜ਼ ਹੋ ਗਿਆ ਦਿਮਾਗ ਦੇ ਵਿੱਚ ਉਹ। ਸੋ ਉਹਨੂੰ ਕੀ ਕਿਹਾ ਜਾਂਦਾ? ਸਕੀਮਾ ਕਿਹਾ ਜਾਂਦਾ ਉਹ, ਠੀਕ ਹੈ। ਸੋ ਦੈਟ ਮੀਨਸ ਬੱਚੇ ਨੇ ਇੱਕ ਚੀਜ਼ ਨੂੰ ਆਪਣੀ ਅੰਡਰਸਟੈਂਡਿੰਗ ਆਤਮਸਾਤ ਕਰ ਲਿਆ, ਆਪਣੇ ਅੰਦਰ ਬਿਠਾ ਲਿਆ
ਕਿ ਇਹ ਚੀਜ਼ ਨੂੰ ਇਹ ਕਿਹਾ ਜਾਂਦਾ ਹੈ। ਸੋ ਇਸ ਤਰੀਕੇ ਨਾਲ ਉਹਨੂੰ ਕੀ ਕਿਹਾ, ਉਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ, ਉਹਨੂੰ ਅਸਿਮੀਲੇਸ਼ਨ ਕਿਹਾ ਜਾਂਦਾ ਹੈ। ਉਸ ਪ੍ਰੋਸੈਸ ਨੂੰ ਕੀ ਕਹਾਂਗੇ ਅਸੀਂ, ਅਸਿਮੀਲੇਸ਼ਨ ਕਹਾਂਗੇ। ਸੋ ਇਹ ਅਸਿਮੀਲੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਇਹ ਬੇਸਿਕਲੀ ਸਰਕੂਲਰ ਪ੍ਰੋਸੈਸ ਹੈ। ਠੀਕ ਹੈ, ਇਹਨੂੰ ਆਪਾਂ ਅੱਗੇ ਵੀ ਹੋਰ ਪੀਪੀਟੀ ਦੇਖਦੇ ਹਾਂ। ਇਟਸ ਅ ਸਰਕੂਲਰ ਪ੍ਰੋਸੈਸ। ਸੋ ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਬੱਚੇ ਦੇ ਦਿਮਾਗ ਦੇ ਵਿੱਚ ਜਾਂ ਉਹਨੂੰ ਸਮਝ ਦੇ ਵਿੱਚ ਜਿਹੜੀ ਆਉਂਦੀ ਹੈ, ਉਸ ਪ੍ਰੋਸੈਸ ਨੂੰ ਉਹ ਅਸਿਮੀਲੇਟ ਕਰਦਾ ਹੈ, ਆਪਣੇ ਦਿਮਾਗ ਦੇ ਵਿੱਚ ਬਿਠਾ ਲੈਂਦਾ ਹੈ। ਨਾਓ ਤੁਹਾਨੂੰ ਇੱਥੇ ਇਹ ਵੀ ਚੀਜ਼ ਮੈਂ ਦੱਸ ਦਿਆਂ ਬੇਸਿਕਲੀ, ਕਿਉਂਕਿ ਆਪਾਂ ਫੈਕਟਰਸ ਕਰ ਰਹੇ ਹਾਂ, ਵੈਸੇ ਤਾਂ ਉਸ ਚੀਜ਼ ਨੂੰ ਆਪਾਂ ਸੈਂਸਰੀ ਮੋਟਰ ਦੇ ਵਿੱਚ ਕਰਾਂਗੇ ਕਿ ਜਦੋਂ ਬੱਚਾ ਕੋਈ ਤਕਰੀਬਨ 1.5-2 ਸਾਲ ਦਾ ਹੁੰਦਾ ਨਾ, ਉਹਨੂੰ ਸਿਰਫ 18-20 ਅੱਖਰ ਹੀ ਆਉਂਦੇ ਹੁੰਦੇ ਨੇ। 2 ਸਾਲ ਦੇ ਵਿੱਚ ਉਹਨੂੰ ਕੋਈ ਤਕਰੀਬਨ 80 ਤੋਂ ਲੈ ਕੇ 100 ਅੱਖਰ ਜਿਹੜੇ ਸੀਗੇ ਉਹਨੂੰ ਪਤਾ ਹੁੰਦੇ ਨੇ। ਉਹ ਆਪਾਂ ਇਸ ਚੀਜ਼ ਨੂੰ ਫਿਰ ਅੱਗੇ ਬਾਅਦ ਦੇ ਵਿੱਚ ਵੀ ਕਰਦੇ ਹਾਂ। ਪਰ ਫਸਟ ਆਫ ਆਲ ਆਪਾਂ ਗੱਲ ਕਰ ਰਹੇ ਸੀ ਸਕੀਮਾ ਦੀ। ਸਕੀਮਾ ਆਰਗੇਨਾਈਜੇਸ਼ਨ, ਸਕੀਮਾ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦਾ ਮਤਲਬ ਕੀ ਹੋਇਆ ਕਿ ਉਹਨੇ ਇੱਕ ਪਿਕਚਰ ਦਿਮਾਗ ਦੇ ਵਿੱਚ ਬਿਠਾ ਲਈ ਔਰ ਬਿਠਾ ਕੇ ਉਸ ਚੀਜ਼ ਨੂੰ ਉਹਨੇ ਕੀ ਕਰ ਲਿਆ, ਆਪਣੇ ਦਿਮਾਗ ਦੇ ਵਿੱਚ ਉਹਨੇ ਫਿੱਟ ਕਰ ਲਿਆ, ਅਸਿਮੀਲੇਟ ਕਰ ਲਿਆ, ਆਤਮਸਾਤ ਕਰ ਲਿਆ। ਸੋ ਇਹ ਪ੍ਰੋਸੈਸ ਜਿਹੜਾ ਸੀਗਾ ਇੱਕ ਕੰਟੀਨਿਊਸ ਪ੍ਰੋਸੈਸ ਹੈ। ਹੁਣ ਇਸ ਪ੍ਰੋਸੈਸ ਦੇ ਵਿੱਚ ਬਦਲਾਵ ਕਿਵੇਂ ਆਉਂਦੇ ਨੇ, ਬੱਚਾ ਆਪਣੇ ਆਪ ਨੂੰ ਕਿਵੇਂ ਜਿਹੜਾ ਸੀਗਾ ਉਹਨਾਂ ਚੀਜ਼ਾਂ ਨਾਲ ਜਿਹੜਾ ਸੀਗਾ ਫੇਸ ਕਰਦਾ ਸਿਚੁਏਸ਼ਨਸ ਨੂੰ, ਉਹਨਾਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ। ਜਿਵੇਂ ਮੈਂ ਗੱਲ ਕਰਾਂ ਕਿ ਬੱਚੇ ਨੂੰ ਅਸੀਂ ਕੋਈ ਕਾਰ ਦਿਖਾਈ, ਬੱਚਾ ਮੋਸਟਲੀ ਬੱਚੇ ਹੁੰਦੇ ਨੇ ਉਹਨਾਂ ਨੂੰ ਕਾਰਾਂ ਦਾ ਸ਼ੌਕ ਹੁੰਦਾ। ਸੋ ਕਾਰ ਦੇਖੀ ਉਹਨੇ ਤਾਂ ਉਹਨੇ ਬਾਜ਼ਾਰੋਂ ਕਾਰ ਲੈ ਕੇ ਆਂਦੀ, 4 ਪਹੀਏ ਨੇ ਕਾਰ ਦੇ ਲੱਗੇ ਹੋਏ, ਤਾਂ ਉਹਨੇ ਕਾਰ ਚਲਾਈ, ਉਹ ਆਪਣੇ ਖਿਡੌਣਿਆਂ ਨਾਲ ਖੇਡਿਆ। ਉਹ ਜੇ ਮੈਂ ਕੱਲ ਉਹਨੂੰ ਇੱਕ ਟਰੈਕਟਰ ਲਿਆ ਕੇ ਦੇ ਦਿਆਂ ਜਾਂ ਜੀਪ ਲਿਆ ਕੇ ਦੇ ਦਿਆਂ, ਉਹ ਕੀ ਕਹੇਗਾ, ਡੈਡੀ ਕਾਰ ਲੈ ਕੇ ਆਏ ਹੋ। ਠੀਕ ਹੈ ਜੀ, ਕਾਰ। ਠੀਕ ਹੈ, ਨਾਓ ਬੇਸਿਕਲੀ ਦੈਨ ਵੀ ਟਰਾਈ ਟੂ ਮੇਕ ਹਿਮ ਅੰਡਰਸਟੈਂਡ ਕਿ ਇਹ ਕਾਰ ਨਹੀਂ, ਇਹ ਜੀਪ ਹੈ। ਠੀਕ ਹੈ, ਜਾਂ ਇਹ ਟਰੈਕਟਰ ਹੈ। ਉਹਨੂੰ ਫਿਰ ਆਪਣਾ ਦੈਟ ਮੀਨਸ ਵਟ ਹੀ ਵਿਲ ਹੈਵ ਟੂ ਡੂ ਕਿ ਉਹਨੂੰ ਆਪਣੀ ਜਿਹੜੀ ਐਗਜ਼ਿਸਟਿੰਗ ਨੌਲੇਜ ਹੈਗੀ ਹੈ ਉਹਦੇ 'ਚ ਬਦਲਾਵ ਲਿਆਉਣਾ ਪਏਗਾ। ਉਹਨੂੰ ਸੋਚਣਾ ਪਏਗਾ, ਹੈ ਇਹ ਕਾਰ ਕਿਉਂ ਨਹੀਂ ਹੈਗੀ ਇਹ। ਠੀਕ ਹੈ ਨਾ, ਇਹਦੇ ਵਿੱਚ ਤੇ ਕਾਰ ਦੇ ਵਿੱਚ ਫਰਕ ਕੀ ਹੈ। ਦੈਟ ਮੀਨਸ ਕਿ ਜਿਹੜਾ ਇਕੁਇਲਿਬਰੇਸ਼ਨ ਜਿਹੜੀ ਸੀਗੀ, ਇਕੁਇਲਿਬਰੀਅਮ ਬਣਿਆ ਹੋਇਆ ਸੀ ਦਿਮਾਗ ਦੇ ਵਿੱਚ, ਉਹ ਕਿ 4 ਪਹੀਆਂ ਵਾਲੀ ਜਿਹੜੀ ਚੀਜ਼ ਹੁੰਦੀ ਹੈ ਉਹ ਕਾਰ ਹੁੰਦੀ ਹੈ, ਉਹ ਟੁੱਟ ਗਿਆ। ਠੀਕ ਹੈ ਜੀ, ਕਿਉਂ? ਕਿਉਂਕਿ ਨਵੀਂ ਸਿਚੁਏਸ਼ਨ ਖੜੀ ਹੋ ਗਈ, ਇੱਕ ਨਵਾਂ ਇੰਸਟਰੂਮੈਂਟ ਉਹਦੇ ਸਾਹਮਣੇ ਆ ਗਿਆ, ਨਵੀਂ ਸਿਚੁਏਸ਼ਨ ਖੜੀ ਹੋ ਗਈ। ਦੈਟ ਮੀਨਸ ਦਿਮਾਗ ਦੇ ਵਿੱਚ ਕੀ ਚੀਜ਼ ਪੈਦਾ ਹੋ ਗਈ, ਅਸੰਤੁਲਨ ਪੈਦਾ ਹੋ ਗਿਆ, ਡਿਸਇਕੁਇਲਿਬਰੀਅਮ ਹੋ ਗਿਆ ਉਹਦੇ ਵਿੱਚ ਉਹ। ਠੀਕ ਹੈ, ਔਰ ਫਿਰ ਜਦੋਂ ਮੈਂ ਉਹਨੂੰ ਸਮਝਾਇਆ ਕਿ ਆਹ ਜਿਹੜੀ ਚੀਜ਼ ਹੈ ਇਹ ਜੀਪ ਹੁੰਦੀ ਹੈ, ਇਸ ਤਰੀਕੇ ਦੀ ਹੁੰਦੀ ਹੈ, ਕਾਰ ਜਿਹੜੀ ਹੁੰਦੀ ਹੈ ਉੱਤੋਂ ਬੰਦ ਹੁੰਦੀ ਹੈ, ਇਸ ਤਰੀਕੇ ਦੀ ਹੁੰਦੀ ਹੈ, ਜਿਹੜੀ ਜੀਪ ਹੁੰਦੀ ਹੈ ਉੱਤੋਂ ਖੁੱਲੀ ਹੁੰਦੀ ਹੈ, ਇਸ ਤਰੀਕੇ ਨਾਲ ਸਮਝਾਉਣਾ ਸ਼ੁਰੂ ਕੀਤਾ ਉਹਨੂੰ ਮੈਂ। ਉਹ ਤਾਂ ਨਾ ਇਹਦੇ ਮੁਤਾਬਕ ਉਹ ਚੀਜ਼ਾਂ ਨੂੰ ਸਮਝ ਗਿਆ, ਤਾਂ ਦੈਟ ਮੀਨਸ ਉਹ ਫਿਰ ਉਹ ਚੀਜ਼ ਨੂੰ ਉਹਨੇ ਵੀ ਆਤਮਸਾਤ ਕਰ ਲਿਆ, ਅਸਿਮੀਲੇਟ ਕਰ ਲਿਆ, ਸਮਝ ਲਿਆ, ਤਾਂ ਉਹਨੇ ਉਸ ਇਨਫੋਰਮੇਸ਼ਨ ਨੂੰ ਕੀ ਕਰ ਲਿਆ, ਅਕਮੋਡੇਟ ਕਰ ਲਿਆ। ਨਾਓ I hope you understand this aspect also ਕਿ ਉਸਨੇ ਉਸ ਇਨਫੋਰਮੇਸ਼ਨ ਨੂੰ ਅਕਮੋਡੇਟ ਕਰ ਲਿਆ ਔਰ ਉਹ ਆਪਣੀ ਵੋਕੈਬਲਰੀ ਦੇ ਵਿੱਚ ਉਹਨੇ ਐਡ ਕਰ ਲਿੱਤੀ ਉਹ। ਠੀਕ ਹੈ ਜੀ, ਸੋ ਕੀ ਹੋ ਗਿਆ, ਇਹ ਦੁਬਾਰਾ ਇਨਫੋਰਮੇਸ਼ਨ ਇਹ ਅਸਿਮੀਲੇਟ ਹੋ ਗਈ। ਇਹ ਅਕਮੋਡੇਸ਼ਨ ਤੋਂ ਬਾਅਦ ਕੀ ਹੋ ਗਿਆ, ਉਹ ਇਨਫੋਰਮੇਸ਼ਨ ਉਹ ਅਸਿਮੀਲੇਟ ਹੋ ਗਈ, ਉਹਦੀ ਨੌਲੇਜ ਦੇ ਵਿੱਚ ਕੀ ਹੋ ਗਿਆ, ਵਾਧਾ ਹੋ ਗਿਆ, ਹੈ ਨਾ। ਸੋ ਇਸ ਤਰੀਕੇ ਦੇ ਨਾਲ these are the factors which affect the cognitive development of a child। ਆਪਾਂ ਹੋਰ ਐਗਜ਼ਾਮਪਲਾਂ ਕਰਦੇ ਹਾਂ ਔਰ ਇਹੀ ਐਗਜ਼ਾਮਪਲਾਂ ਨੇ ਬੇਸਿਕਲੀ ਜਿਹੜੀਆਂ ਐਗਜ਼ਾਮ ਦੇ ਵਿੱਚ ਆਮ ਤੌਰ ਤੇ ਪੁੱਛੀਆਂ ਜਾਂਦੀਆਂ ਨੇ, ਕਿਉਂਕਿ ਪਿਆਜੇ ਨੇ ਤੁਹਾਨੂੰ ਦੱਸਿਆ ਸੀ ਕਿ ਐਕਸਪੈਰੀਮੈਂਟ ਕੀਤੇ ਸੀ, ਆਪਣੇ ਬੱਚਿਆਂ ਤੇ ਕੀਤੇ ਸੀਗੇ, ਔਰ ਜਿਹੜੇ ਐਕਸਪੈਰੀਮੈਂਟ ਕੀਤੇ ਉਹਨਾਂ ਦੇ ਉੱਤੇ ਬੇਸ ਦੇ ਉੱਤੇ ਹੀ ਜਿਹੜਾ ਸੀਗਾ ਹੋਰ ਕੁਐਸਚਨ ਪੁੱਛ ਲਿੱਤੇ ਜਾਂਦੇ ਨੇ। ਜਿਵੇਂ ਕਿ ਆਪਾਂ ਕਹਿੰਦੇ ਕਿ ਇੱਕ ਪੇਰੈਂਟ ਹੈ ਔਰ ਇੱਕ ਚਾਈਲਡ ਹੈ, ਉਹਨੇ ਕੁੱਤਾ ਦੇਖਿਆ, ਇੱਕ ਉਹ 4 ਲੱਤਾਂ ਵਾਲਾ ਕੁੱਤਾ ਦੇਖਿਆ, ਉਹਦੇ ਪੂੰਛ ਵੀ ਲੱਗੀ ਹੋਈ ਹੈ, ਉਹਦੇ ਇੱਕ ਅੱਗੇ ਮੂੰਹ ਵੀ ਲੱਗਿਆ ਹੈਗਾ। ਠੀਕ ਹੈ ਨਾ, ਸੋ ਉਹਨੇ ਪੇਰੈਂਟ ਨੇ ਕੀ ਦੱਸਿਆ, ਉਹਨੂੰ ਫਾਦਰ ਨੇ ਕੀ ਦੱਸਿਆ, ਮਦਰ ਨੇ ਕੀ ਦੱਸਿਆ, ਇਹ ਇਟਸ ਡੌਗੀ, ਇਹ ਕੁੱਤਾ ਹੈ ਇੱਕ ਇਹ। ਠੀਕ ਹੈ ਜੀ, ਨਾ ਜਦੋਂ ਉਹਨੇ ਦੇਖਿਆ ਇਹ ਕੁੱਤਾ ਹੈ ਤਾਂ ਉਹਨੂੰ ਸਮਝ ਆ ਗਿਆ ਕਿ ਜਿਹੜਾ 4 ਲੱਤਾਂ ਵਾਲਾ ਜਾਨਵਰ ਹੈ ਨਾ, ਉਹਦੇ ਪਿੱਛੇ ਪੂੰਛ ਵੀ ਲੱਗੀ ਹੋਈ ਹੈ, ਤਾਂ ਇਹ ਕੀ ਹੈ, ਇਹ ਇਹਨੂੰ ਡੌਗੀ ਕਹਿੰਦੇ ਨੇ। ਠੀਕ ਹੈ ਨਾ, ਸੋ ਦੈਟ ਮੀਨਸ ਉਹਦੇ ਦਿਮਾਗ 'ਚ ਸਕੀਮਾ ਬਣ ਗਿਆ ਇੱਕ ਇਹ ਇਨਫੋਰਮੇਸ਼ਨ ਉਹਨੇ ਸੀ ਕੀ ਕਰ ਲਿੱਤਾ, ਅਸਿਮੀਲੇਟ ਕਰ ਲਿੱਤੀ। ਉਹ ਕੱਲ ਨੂੰ ਉਹਨੂੰ ਸਾਹਮਣੇ ਇੱਕ ਬਿੱਲੀ ਨਜ਼ਰ ਆਉਂਦੀ ਹੈ
ਕੈਟ ਨਜ਼ਰ ਆਈ ਉਹਨੂੰ ਇੱਕ ਇਹ ਨਾ ਜਿਹੜੀ ਕੈਟ ਹੈ ਉਹਦੇ ਵੀ 4 ਲੱਤਾਂ ਨੇ, ਠੀਕ ਹੈ, ਉਹਦੇ ਵੀ ਪੂੰਛ ਹੈ, ਤਾਂ ਬੱਚਾ ਕੀ ਕਹੇਗਾ ਕੈਟ ਡੈਡਾ ਕੈਟ, ਠੀਕ ਹੈ ਜੀ। ਤਾਂ ਫਿਰ ਉਹਨੂੰ ਉਹਦਾ ਫਾਦਰ ਮਦਰ ਦੱਸੇਗਾ ਨਹੀਂ ਇਹ ਬਿੱਲੀ ਹੈ, ਠੀਕ ਹੈ। ਦੈਟ ਮੀਨਸ ਵਨਸ ਅਗੇਨ ਕੀ ਪੈਦਾ ਹੋ ਗਿਆ, ਠੀਕ ਹੈ ਜੀ, ਨਵੀਂ ਸਿਚੁਏਸ਼ਨ ਦੇ ਨਾਲ ਕੀ ਪੈਦਾ ਹੋ ਗਿਆ ਡਿਸਇਕੁਇਲਿਬਰੀਅਮ। ਦੈਟ ਮੀਨਸ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਨਵੀਂ ਸਿਚੁਏਸ਼ਨ ਆ ਗਈ। ਨਵੀਂ ਸਿਚੁਏਸ਼ਨ ਦੇ ਨਾਲ ਉਹਦਾ ਪੁਰਾਣਾ ਕਨਸੈਪਟ ਜਿਹੜਾ ਸੀਗਾ ਉਹਨੂੰ ਹੁਣ ਚੇਂਜ ਕਰਨਾ ਪੈ ਰਿਹਾ ਕਿ ਇਹ ਕੁੱਤਾ ਨਹੀਂ ਇਹ ਬਿੱਲੀ ਹੈ। ਕਿਉਂ? ਕਿਉਂਕਿ ਕੁੱਤਾ ਕੀ ਕਰਦਾ ਹੈ ਭੌ ਭੌ ਕਰਦਾ ਹੈ, ਬਿੱਲੀ ਕੀ ਕਰਦੀ ਹੈ ਮਿਆਉ ਮਿਆਉ ਕਰਦੀ ਹੈ, ਠੀਕ ਹੈ। ਉਹਦੇ ਪੇਰੈਂਟ ਨੇ ਦੱਸਿਆ ਕਿ ਬਿੱਲੀ ਕੀ ਕਰਦੀ ਹੈ ਮਿਆਉ ਮਿਆਉ ਕਰਦੀ ਹੈ, ਕੁੱਤਾ ਉਹ ਕੀ ਕਰਦਾ ਹੈ ਉਹ ਭੌ ਭੌ ਕਰਦਾ ਹੈ, ਠੀਕ ਹੈ ਨਾ। ਦੈਟ ਮੀਨਸ ਨਾਓ ਹੀ ਹੈਜ਼ ਅਡਾਪਟਡ ਦ ਸੇਮ ਇਨਫੋਰਮੇਸ਼ਨ। ਨਵੀਂ ਸਿਚੁਏਸ਼ਨ ਤੋਂ ਡਿਸਇਕੁਇਲਿਬਰੀਅਮ 'ਚ ਗਿਆ, ਉਸ ਇਨਫੋਰਮੇਸ਼ਨ ਨੂੰ ਉਹਨੇ ਅਕੋਮੋਡੇਟ ਕਰ ਲਿਆ ਕਿ ਇਹ ਜਿਹੜਾ ਜਾਨਵਰ ਹੈ ਇਹ ਬਿੱਲੀ ਹੈ, ਠੀਕ ਹੈ, ਕੁੱਤੇ ਨਾਲੋਂ ਇਹ ਅਲੱਗ ਹੈ, ਠੀਕ ਹੈ। ਸੋ ਉਸ ਚੀਜ਼ ਨੂੰ ਫਿਰ ਉਹਨੇ ਆਪਣੀ ਇਨਫੋਰਮੇਸ਼ਨ ਦੇ ਵਿੱਚ ਕੀ ਕਰ ਲਿਆ ਅਸਿਮੀਲੇਟ ਕਰ ਲਿਆ। ਸੋ ਇਸ ਤਰੀਕੇ ਨਾਲ ਇੱਕ ਸਰਕੂਲਰ ਪ੍ਰੋਸੈਸ ਹੈ ਜਿਹੜਾ ਕਿ ਚੱਲਦਾ ਰਹਿੰਦਾ ਹੈ। ਔਰ ਫਿਰ ਆਪਾਂ ਹੋਰ ਐਗਜ਼ਾਮਪਲਾਂ ਕਰਦੇ ਹਾਂ ਕਿਉਂਕਿ ਇਹੀ ਐਗਜ਼ਾਮਪਲ ਜਿਹੜੇ ਐਗਜ਼ਾਮ ਦੇ ਵਿੱਚ ਕਿਤੇ ਪੁੱਛੀਆਂ ਜਾਂਦੀਆਂ ਨੇ। ਬੱਚੇ ਨੇ ਜਿਹੜਾ ਸੀਗਾ ਇੱਕ ਪੰਛੀ ਦੇਖਿਆ ਉੱਡਦਾ ਹੋਇਆ, ਠੀਕ ਹੈ ਨਾ। ਤਾਂ ਪੇਰੈਂਟ ਨੇ ਕਿਹਾ ਦਿਸ ਇਜ਼ ਅ ਬਰਡ, ਇਹ ਤਾਂ ਬਰਡ ਹੈ, ਠੀਕ ਹੈ ਜੀ। ਫਿਰ ਬੱਚਾ ਘਰੋਂ ਬਾਹਰ ਨਿਕਲਿਆ, ਠੀਕ ਹੈ, ਉਹਨੇ ਦੇਖਿਆ ਕਿ ਜਹਾਜ਼ ਉੱਡਦਾ ਪਿਆ। ਉਹ ਕਹਿੰਦਾ ਡੈਡੀ ਨੂੰ ਆਪਣੇ ਫਾਦਰ ਨੂੰ ਕਹਿੰਦਾ ਬਰਡ, ਠੀਕ ਹੈ ਜੀ। ਸੋ ਪੇਰੈਂਟ ਉਹਦਾ ਸਮਝਾਉਂਦਾ ਨੋ ਬੇਟਾ ਇਹ ਬਰਡ ਨਹੀਂ ਦਿਸ ਇਜ਼ ਐਰੋਪਲੇਨ, ਇਹ ਐਰੋਪਲੇਨ ਹੈ, ਠੀਕ ਹੈ ਜੀ। ਨਾਓ ਦੈਟ ਮੀਨਸ ਬੱਚੇ ਨੂੰ ਫੇਰ ਦੁਬਾਰਾ ਆਪਣੀ ਇਨਫੋਰਮੇਸ਼ਨ ਦੇ ਵਿੱਚ ਕੀ ਕਰਨਾ ਪੈ ਰਿਹਾ ਬਦਲਾਵ ਕਰਨਾ ਪੈ ਰਿਹਾ, ਠੀਕ ਹੈ ਜੀ। ਜਿਹੜਾ ਉਹਦਾ ਇੱਕ ਪ੍ਰੋਸੈਸ ਸੀਗਾ ਸਕੀਮਾ ਸੀਗਾ ਬਰਡ ਦਾ ਔਰ ਇੱਕ ਇਕੁਇਲਿਬਰੀਅਮ ਬਣਿਆ ਹੋਇਆ ਸੀਗਾ ਕਿ ਜਿਹੜਾ ਅਸਮਾਨ ਦੇ ਵਿੱਚ ਜਿਹੜੀ ਚੀਜ਼ਾਂ ਉੱਡਦੀਆਂ ਪਈਆਂ ਨੇ ਉਹ ਬਰਡ ਨੇ, ਠੀਕ ਹੈ ਜੀ। ਉਹਦਾ ਇਕੁਇਲਿਬਰੇਸ਼ਨ ਬਣਿਆ ਹੋਇਆ ਸੀਗਾ। ਹੁਣ ਨਵੀਂ ਸਿਚੁਏਸ਼ਨ ਆ ਗਈ ਹੈ। ਨਵੀਂ ਸਿਚੁਏਸ਼ਨ ਕੀ ਆ ਗਈ ਹੈ ਕਿ ਇਹ ਜਿਹੜੀ ਬਰਡ ਨਹੀਂ ਹੈ ਇਹ ਐਰੋਪਲੇਨ ਹੈ, ਠੀਕ ਹੈ ਜੀ। ਔਰ ਇਹਦੇ ਵਿੱਚ ਬੰਦੇ ਬੈਠੇ ਹੋਏ ਨੇ, ਸਮਾਨ ਹੈਗਾ, ਠੀਕ ਹੈ ਜੀ। ਇਹ ਕੋਈ ਜਿਉਂਦੀ ਚੀਜ਼ ਨਹੀਂ। ਬਰਡ ਇੱਕ ਇਜ਼ ਅ ਲਿਵਿੰਗ ਬੀਇੰਗ, ਐਰੋਪਲੇਨ ਇਜ਼ ਅ ਨॉन ਲਿਵਿੰਗ ਥਿੰਗ, ਠੀਕ ਹੈ ਜੀ। ਨਵੀਂ ਸਿਚੁਏਸ਼ਨ ਕ੍ਰੀਏਟ ਹੋ ਗਈ ਉਹਦੇ ਚੋਂ। ਔਰ ਕੀ ਹੋਇਆ ਦਿਮਾਗ ਦੇ ਵਿੱਚ ਫਿਰ ਇਹ ਡਿਸਇਕੁਇਲਿਬਰੀਅਮ ਹੋ ਗਿਆ। ਦੈਟ ਮੀਨਸ ਹੁਣ ਉਹ ਦਿਮਾਗ ਦੇ ਵਿੱਚ ਕਿ ਇਹ ਬਰਡ ਇਸ ਤਰ੍ਹਾਂ ਦਾ ਨਹੀਂ, ਇਹ ਜਿਹੜਾ ਸੀਗਾ ਨਾ ਇਹ ਜਹਾਜ਼ ਇਹ ਬਰਡ ਨਹੀਂ ਹੈਗਾ, ਇਹ ਕੋਈ ਹੋਰ ਚੀਜ਼ ਹੈ। ਔਰ ਡਿਸਇਕੁਇਲਿਬਰੀਅਮ ਪੈਦਾ ਹੋ ਗਿਆ। ਔਰ ਫਿਰ ਉਹਨੇ ਦਿਮਾਗ ਦੇ ਵਿੱਚ ਕੀ ਫਿੱਟ ਕੀਤਾ ਕਿ ਇਹ ਜਿਹੜੀ ਚੀਜ਼ ਉੱਡਦੀ ਪਈ ਹੈ, ਠੀਕ ਹੈ ਜੀ, ਇਟ ਇਜ਼ ਨਾਟ ਏ ਬਰਡ, ਇਟ ਇਜ਼ ਏ ਨॉन ਲਿਵਿੰਗ ਥਿੰਗ, ਇਟਸ ਏ ਐਰੋਪਲੇਨ। ਸੋ ਆਪਣੀ ਐਗਜ਼ਿਸਟਿੰਗ ਇਨਫੋਰਮੇਸ਼ਨ ਦੇ ਵਿੱਚ ਉਹਨੇ ਕੀ ਕੀਤਾ ਚੇਂਜ ਲੈ ਕੇ ਆਉਂਦਾ ਔਰ ਉਸ ਚੀਜ਼ ਨੂੰ ਉਹਨੇ ਐਕਸੈਪਟ ਕਰ ਲਿਆ। ਤਾਂ ਉਹ ਕੀ ਹੋ ਗਿਆ ਅਕੋਮੋਡੇਟ ਹੋ ਗਿਆ ਔਰ ਉਹਦੀ ਇਨਫੋਰਮੇਸ਼ਨ 'ਚ ਐਡ ਹੋ ਕੇ ਅਸਿਮੀਲੇਟ ਹੋ ਗਿਆ। ਇਸ ਤਰੀਕੇ ਦੇ ਨਾਲ ਇਹ ਜਿਹੜੇ ਫੈਕਟਰ ਨੇ ਉਸ ਚੀਜ਼ ਨੂੰ ਉਹਦੀ ਕੋਗਨੀਟਿਵ ਡਿਵੈਲਪਮੈਂਟ ਨੂੰ ਅਫੈਕਟ ਕਰਦੇ ਨੇ, ਠੀਕ ਹੈ ਜੀ। ਸੋ ਇੱਕ ਸੈਕੰਡ ਐਗਜ਼ਾਮਪਲ ਸੀਗੀ। ਹੋਰ ਐਗਜ਼ਾਮਪਲ ਵੀ ਹੈਗੀ ਹੈ। ਪ੍ਰੋਸੈਸ ਆਫ ਇਕੁਇਲਿਬਰੇਸ਼ਨ ਬੇਸਿਕਲੀ ਕੀ ਹੁੰਦਾ ਹੈ ਸਕੀਮਾ ਹੈ, ਠੀਕ ਹੈ ਜੀ। ਉਹਦੇ 'ਚ ਅਕੋਮੋਡੇਸ਼ਨ ਹੋ ਗਈ, ਅਸਿਮੀਲੇਸ਼ਨ ਹੋ ਗਈ, ਫਿਰ ਉਹਦੀ ਨਵਾਂ ਸਕੀਮਾ ਬਣ ਗਿਆ। ਹੁਣ ਐਰੋਪਲੇਨ ਇੱਕ ਨਵਾਂ ਸਕੀਮਾ ਹੈ। ਪਹਿਲਾਂ ਬਰਡ ਇੱਕ ਸਕੀਮਾ ਸੀਗਾ, ਹੁਣ ਜਿਹੜਾ ਐਰੋਪਲੇਨ ਹੈ ਉਹ ਵੀ ਕੀ ਹੈ ਇੱਕ ਨਵਾਂ ਸਕੀਮਾ ਹੈ। ਟਰੈਕਟਰ ਜਦੋਂ ਉਹਨੇ ਦੇਖਿਆ ਤਾਂ ਉਹ ਕੀ ਹੈ ਇੱਕ ਨਵਾਂ ਸਕੀਮਾ ਹੈ। ਉਹਦੇ ਪਹਿਲਾਂ ਸਕੀਮਾ ਦੇ ਵਿੱਚ ਕਾਰ ਸੀਗੀ, ਨਵਾਂ ਸਕੀਮਾ ਕੀ ਆ ਗਿਆ ਜੀਪ ਵੀ ਐਡ ਹੋ ਗਈ, ਕਾਰ ਵੀ ਐਡ ਹੋ ਗਈ। ਬਰਡ ਦੇ ਨਾਲ ਹਵਾ 'ਚ ਉੱਡਣ ਵਾਲੀ ਚੀਜ਼ਾਂ ਦੇ ਵਿੱਚ ਐਰੋਪਲੇਨ ਵੀ ਐਡ ਹੋ ਗਿਆ, ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਨਵੀਆਂ ਜਿਹੜੀਆਂ ਚੀਜ਼ਾਂ ਉਹਦੇ ਦਿਮਾਗ 'ਚ ਆਈ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਉਹ ਅਸਿਮੀਲੇਸ਼ਨ ਔਰ ਉਸ ਤੋਂ ਬਾਅਦ ਉਹ ਅਕੋਮੋਡੇਸ਼ਨ ਦਾ ਐਸਪੈਕਟ ਆ ਜਾਂਦਾ। ਇੱਕ ਵਰਡ ਅਡੈਪਟੇਸ਼ਨ ਆਉਂਦਾ, ਇਸ ਚੀਜ਼ ਨੂੰ ਆਪਾਂ ਥੋੜ੍ਹਾ ਜਿਹਾ ਬਾਅਦ 'ਚ ਕਰਦੇ ਹਾਂ। ਔਰ ਇੱਕ ਐਗਜ਼ਾਮਪਲ ਹੋਰ ਹੈਗੀ ਹੈ, ਠੀਕ ਹੈ। ਵਨਸ ਅਗੇਨ ਐਗਜ਼ਾਮਪਲ ਹੈਗੀ ਹੈ ਕਿ ਬੱਚੇ ਨੇ ਦੇਖੀ ਬਿੱਲੀ ਦੇਖੀ ਹੈ। ਇੱਥੇ ਪਹਿਲਾਂ ਆਪਾਂ ਕੁੱਤਾ ਦੇਖਿਆ ਸੀ, ਹੁਣ ਉਹਨੇ ਬਿੱਲੀ ਦੇਖੀ ਹੈ, ਠੀਕ ਹੈ ਜੀ। ਉਹ ਕਹਿੰਦਾ ਜੀ ਇਹ ਬੱਚੇ ਨੇ ਇੱਕ ਨਾ ਛੋਟਾ ਪਿੱਲਾ ਦੇਖਿਆ, ਉਹਨੂੰ ਕਹਿੰਦਾ ਕਿ ਇਹ ਵੀ ਜਿਹੜਾ ਸੀਗਾ ਇਹ ਕੈਟ ਹੈ। ਉਹਦੀ ਭੈਣ ਜਾਂ ਉਹਦੀ ਮਦਰ ਕਹਿੰਦੀ ਨੋ ਇਹ ਜਿਹੜਾ ਸੀਗਾ ਇਹ ਇਟਸ ਅ ਕਬ, ਠੀਕ ਹੈ ਜੀ,
ਇਹ ਛੋਟਾ ਬੱਚਾ ਹੈ, ਠੀਕ ਹੈ ਜੀ। ਸੋ ਉਹ ਫਿਰ ਇਨਫੋਰਮੇਸ਼ਨ ਜਿਹੜਾ ਸੀਗਾ ਆਪਣੀ ਸਕੀਮ 'ਚ ਐਡ ਕਰ ਲੈਂਦਾ ਹੈ, ਠੀਕ ਹੈ ਜੀ। ਇਹ ਜਿਹੜਾ ਛੋਟਾ ਹੈ ਉਹਨੂੰ ਕਬ ਕਹਿੰਦੇ ਨੇ, ਪਿੱਲਾ ਕਹਿੰਦੇ ਨੇ ਇਹ, ਠੀਕ ਹੈ ਜੀ। ਔਰ ਜਿਹੜੀ ਵੱਡਾ ਹੈ ਉਹਨੂੰ ਬਿੱਲੀ ਕਹਿੰਦੇ ਨੇ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਬੱਚੇ ਦੀ ਆਪਣੀ ਜਿਹੜਾ ਸਕੀਮਾਂ ਦੇ ਵਿੱਚ ਐਡ ਹੋ ਜਾਂਦਾ, ਔਰ ਉਹ ਜਿਹੜਾ ਐਗਜ਼ਿਸਟਿੰਗ ਸਕੀਮਾਂ ਜਿਹੜਾ ਉਹਦੇ ਚੇਂਜ ਹੋ ਜਾਂਦੇ ਨੇ, ਔਰ ਉਹਨਾਂ 'ਚ ਅਕੋਮੋਡੇਸ਼ਨ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਕੋਗਨੀਟਿਵ ਡਿਵੈਲਪਮੈਂਟ ਹੁੰਦੀ ਹੈ ਬੱਚੇ ਦੀ, ਠੀਕ ਹੈ ਜੀ। ਸੋ ਹੁਣ ਆਪਾਂ ਇੱਥੇ ਕੁਐਸਚਨ ਕਰੀਏ, ਫਿਟਿੰਗ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਸਕੀਮਾ ਇਜ਼ ਨੋਨ ਐਜ਼, ਫਿਟਿੰਗ ਨਿਊ ਇਨਫੋਰਮੇਸ਼ਨ ਇਨਟੂ ਦ ਐਗਜ਼ਿਸਟਿੰਗ ਸਕੀਮਾ ਉਹਨੂੰ ਕੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਸੋ ਜਦੋਂ ਆਪਾਂ ਦੇਖਿਆ ਸੀਗਾ ਪਿਛਲੇ ਦੇ ਵਿੱਚ ਹੀ, ਇੱਕ ਸਕੀਮਾਂ ਦੇ ਵਿੱਚ ਨਵੀਂ ਇਨਫੋਰਮੇਸ਼ਨ ਜਿਹੜਾ ਸੀ ਉਹਨੇ ਐਡ ਕੀਤਾ ਹੈ, ਠੀਕ ਹੈ ਜੀ। ਸੋ ਉਹਨੂੰ ਕੀ ਕਹਿੰਦੇ ਆ ਅਸੀਂ ਕਹਿੰਦੇ ਆ ਉਹਨੂੰ ਅਸਿਮੀਲੇਸ਼ਨ ਕਹਿੰਦੇ ਆ। ਇਟ ਇਜ਼ ਨੋਨ ਐਜ਼ ਅਸਿਮੀਲੇਸ਼ਨ, ਠੀਕ ਹੈ ਜੀ। ਪ੍ਰੋਸੈਸ ਆਫ ਚੇਂਜਿੰਗ ਦਾ ਸਕੀਮਾ ਟੂ ਇਨਕਲੂਡ ਨਿਊ ਇਨਫੋਰਮੇਸ਼ਨ ਇਜ਼ ਕਾਲਡ, ਉਹਨੂੰ ਕੀ ਕਿਹਾ ਜਾਂਦਾ, ਉਹਨੂੰ ਅਕੋਮੋਡੇਸ਼ਨ ਕਿਹਾ ਜਾਂਦਾ। ਉਹਨੂੰ ਕੀ ਕਿਹਾ ਜਾਂਦਾ, ਉਹਨੂੰ ਅਕੋਮੋਡੇਸ਼ਨ ਕਿਹਾ ਜਾਂਦਾ, ਸੌਰੀ। ਹਾਂਜੀ, ਪ੍ਰੋਸੈਸ ਆਫ ਫਾਰਮਿੰਗ ਸਕੀਮਾਜ਼ ਐਂਡ ਅੰਡਰਸਟੈਂਡਿੰਗ ਦ ਵਰਲਡ ਇਜ਼ ਨੋਨ ਐਜ਼। ਨਾਓ ਪਹਿਲਾਂ ਆਪਾਂ ਨੇ ਇੱਥੇ ਵਰਡ ਜਿਹੜਾ ਸੀਗਾ ਨਾ, ਇੱਥੇ ਫਾਰਮਿੰਗ ਸਕੀਮਾਜ਼ ਐਂਡ ਅੰਡਰਸਟੈਂਡਿੰਗ ਦ ਵਰਲਡ, ਠੀਕ ਹੈ ਜੀ। ਇਹਨੂੰ ਕੀ ਕਿਹਾ ਜਾਂਦਾ ਹੈ, ਇਟ ਇਜ਼ ਨੋਨ ਐਜ਼ ਆਰਗੇਨਾਈਜੇਸ਼ਨ। ਦਿਮਾਗ ਦੇ ਵਿੱਚ ਕਿਸੇ ਚੀਜ਼ ਨੂੰ ਬਿਠਾਣਾ ਨਾ, ਆਰਗੇਨਾਈਜੇਸ਼ਨ ਇਜ਼ ਅ ਪ੍ਰੋਸੈਸ, ਠੀਕ ਹੈ ਜੀ। ਇੱਕ ਕੁੱਤਾ ਹੈ, 4 ਲੱਤਾਂ ਨੇ, ਠੀਕ ਹੈ ਜੀ, ਔਰ ਉਹਦੇ ਪੂੰਛ ਹੈ, ਉਹ ਭੌਂ ਭੌਂ ਕਰਦਾ ਹੈ, ਠੀਕ ਹੈ ਜੀ। ਦੈਟ ਮੀਨਸ ਦਿਮਾਗ ਦੇ ਵਿੱਚ ਕੋਈ ਚੀਜ਼ ਬਿਠਾਈ ਜਾ ਰਹੀ ਹੈ, ਆਰਗੇਨਾਈਜ਼ ਕੀਤੀ ਜਾ ਰਹੀ ਹੈ, ਉਸ ਨੂੰ ਫਾਰਮਿੰਗ ਸਕੀਮਾਂ। ਇੱਥੇ ਵਰਡ ਕੀ ਹੈ ਦੇਖੋ, ਜਦੋਂ ਆਪਾਂ ਕੁਐਸਚਨ ਕਰਨਾ ਨਾ ਧਿਆਨ ਨਾਲ ਪੜ੍ਹਨਾ, ਠੀਕ ਹੈ। ਤਾਂ ਇਹਦੇ ਕੀ ਹੈ ਕਿ ਫਾਰਮਿੰਗ ਸਕੀਮਾਜ਼, ਤਾਂ ਉਹਨੂੰ ਕੀ ਕਿਹਾ ਜਾਂਦਾ ਕਿ ਦਿਮਾਗ ਦੇ ਕਿਸੇ ਇਨਫੋਰਮੇਸ਼ਨ ਨੂੰ ਆਰਗੇਨਾਈਜ਼ ਕਰ ਰਿਹਾ ਹੈ ਉਹ, ਠੀਕ ਹੈ ਜੀ। ਸੋ ਇਹਨੂੰ ਕੀ ਕਹਾਂਗੇ ਅਸੀਂ, ਆਰਗੇਨਾਈਜੇਸ਼ਨ ਕਹਾਂਗੇ ਇਹਨੂੰ ਇਹ, ਠੀਕ ਹੈ ਜੀ। ਹੁਣ ਆਪਾਂ ਬੇਸਿਕਲੀ ਆਪਾਂ ਨੇ ਹੁਣ ਤੱਕ ਕੀ ਦੇਖਿਆ ਤੇ ਕੀ ਸਮਝਿਆ, ਇਸ ਚੀਜ਼ ਨੂੰ ਦੇਖ ਲਈਏ। ਆਪਾਂ ਨੇ ਹਾਲੇ ਤੱਕ ਜਿਹੜਾ ਸੀਗਾ ਇਹ ਸਮਝਿਆ ਕਿ ਵਾਟ ਇਜ਼ ਦੀਆਂ ਫੈਕਟਰਸ ਕਿਹੜੇ ਨੇ ਜਿਹੜੇ ਕਿ ਕੋਗਨੀਟਿਵ ਡਿਵੈਲਪਮੈਂਟ ਨੂੰ ਅਫੈਕਟ ਕਰਦੇ ਨੇ। ਅਕੋਰਡਿੰਗ ਟੂ ਪਿਆਜੇ, ਹਰ ਇੱਕ ਦੀ ਲਾਈਫ ਦੇ ਵਿੱਚ 4 ਸਟੇਜਿਸ ਨੇ ਜਿਨ੍ਹਾਂ ਦੇ ਵਿੱਚ ਉਹਦੀ ਕੋਗਨੀਟਿਵ ਡਿਵੈਲਪਮੈਂਟ ਹੁੰਦੀ ਹੈ, ਔਰ ਉਹ 4 ਸਟੇਜਾਂ ਕਿਹੜੀਆਂ ਨੇ। ਉਹਨੇ ਕਿਹਾ ਕਿ ਪਹਿਲੀ ਸੈਂਸਰੀ ਮੋਟਰ ਸਟੇਜ, ਦੈਟ ਇਜ਼ 0 to 2 years, ਕਿ 2 ਸਾਲ ਦੀ ਉਮਰ ਤੱਕ ਬੱਚਾ ਜਿਹੜਾ ਹੈਗਾ ਉਹ ਕੁਝ ਚੀਜ਼ਾਂ ਸਿੱਖਦਾ, ਠੀਕ ਹੈ ਜੀ। ਫਿਰ 2 ਸਾਲ ਤੋਂ ਲੈ ਕੇ 7 ਸਾਲ ਦੀ ਏਜ ਹੈਗੀ ਆ, ਉਹਨੇ ਕਿਹਾ ਪ੍ਰੀ ਆਪਰੇਸ਼ਨਲ ਸਟੇਜ ਕਿਹਾ। ਫਿਰ 7 ਸਾਲ ਤੋਂ ਲੈ ਕੇ 11 ਸਾਲ ਦੀ ਏਜ ਹੈ ਜਿਹੜੀ ਕਿ ਉਹਨੂੰ ਕਿਹਾ ਕੰਕਰੀਟ ਆਪਰੇਸ਼ਨ ਸਟੇਜ ਹੈ, ਠੀਕ ਹੈ ਜੀ। ਔਰ ਫਿਰ ਉਸਨੇ ਜਿਹੜਾ ਕਿਹਾ ਕਿ ਦੈਟ ਇਜ਼ ਫਾਰਮਲ ਆਪਰੇਸ਼ਨਲ ਸਟੇਜ ਕਿਹਾ, ਦੈਟ ਇਜ਼ 11 ਸਾਲ ਤੋਂ ਉੱਪਰ ਵਾਲੀ ਜਿਹੜੀ ਸਟੇਜ ਹੈ, ਦੈਟ ਇਜ਼ ਅਡੋਲੈਸੈਂਸ ਤੱਕ ਜਿਹੜਾ ਸੀਗਾ ਉਹਨੂੰ ਇਹਨੂੰ ਚੌਥੀ ਸਟੇਜ ਕਿਹਾ ਹੈ ਉਹਨੇ, ਫਾਰਮਲ ਆਪਰੇਸ਼ਨਲ ਸਟੇਜ ਕਿਹਾ ਹੈ। ਸੋ ਆਮ ਤੌਰ ਤੇ ਜਿਹੜੇ ਬਾਕੀ ਚਾਈਲਡ ਸਾਈਕੋਲੋਜਿਸਟ ਨੇ ਉਹ ਕਹਿੰਦੇ ਨੇ ਕਿ ਜਿਹੜੀ ਇਨਫੋਰਮੇਸ਼ਨ ਗਰੋਥ ਹੈਗੀ ਹੈ ਤੁਹਾਡੀ, ਜਾਂ ਲਰਨਿੰਗ ਦਾ ਪ੍ਰੋਸੈਸ ਹੈ, ਇਹ ਕੰਟੀਨਿਊਸ ਪ੍ਰੋਸੈਸ ਹੈ। ਪਿਆਜੇ ਉਸਨੂੰ ਡਿਸਟਿੰਕਟ ਹਿੱਸਿਆਂ ਦੇ ਵਿੱਚ ਵੰਡਦਾ, ਉਹਨੂੰ ਸਟੇਜਿਸ ਕਹਿੰਦਾ, 4 ਸਟੇਜ। ਇਸੇ ਕਰਕੇ ਇਹਦੀ ਥਿਓਰੀ ਨੂੰ ਨਾ ਸਟੇਜ ਥਿਓਰੀ ਵੀ ਕਿਹਾ ਜਾਂਦਾ ਕਿਤੇ ਨਾ ਕਿਤੇ। ਇਹ ਚੀਜ਼ ਵੀ ਐਗਜ਼ਾਮ ਦੇ ਕੁਐਸਚਨ ਆ ਜਾਂਦਾ ਕਿ ਸਟੇਜ ਡਿਵੈਲਪਮੈਂਟ ਥਿਓਰੀ ਕਿਹੜੀ ਹੈ। ਸੋ ਸਟੇਜ ਡਿਵੈਲਪਮੈਂਟ ਥਿਓਰੀ ਕਿਹਦੀ ਹੈ, ਉਹ ਪਿਆਜੇ ਦੀ ਥਿਓਰੀ ਹੈ। ਸੋ ਆਪਾਂ ਲੈਟ ਅਸ ਨਾਟ ਟਰਾਈ ਟੂ ਅੰਡਰਸਟੈਂਡ ਕਿ ਇਹ 4 ਸਟੇਜਾਂ ਕਿਹੜੀਆਂ ਨੇ ਔਰ ਇਹਨਾਂ ਦੇ ਵਿੱਚ ਕਿਹੜੇ ਫਰਕ ਆਉਂਦੇ ਨੇ। ਬੇਸਿਕਲੀ ਸੈਂਸਰੀ ਮੋਟਰ, ਠੀਕ ਹੈ ਜੀ, ਦੈਟ ਮੀਨਸ ਸੈਂਸੇਸ਼ਨ ਐਂਡ ਮੋਟਰ। ਮੋਟਰ ਦਾ ਬੇਸਿਕਲੀ ਮਤਲਬ ਕਿ ਇੱਥੇ ਕੀ ਹੈਗਾ ਉਹ ਕਿ ਬੱਚੇ ਦੀ ਫਿਜ਼ੀਕਲ ਐਕਟੀਵਿਟੀ, ਠੀਕ ਹੈ ਜੀ, ਜਿਹੜੀ ਕਿ ਉਹ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਕਰਦਾ ਹੈ, ਉਹਦੇ ਨਾਲ ਸੰਬੰਧ ਹੈ ਸੈਂਸਿਸ ਦੇ ਨਾਲ। ਸੋ 0 ਤੋਂ ਲੈ ਕੇ 2 ਸਾਲ ਤੱਕ ਜਿਹੜਾ ਸੀਗਾ, ਬਰਥ ਤੋਂ ਲੈ ਕੇ 2 ਸਾਲ ਤੱਕ ਜਿਹੜਾ ਸੀਗਾ, ਉਹਦੇ ਵਿੱਚ ਕਿਹੜੀ ਚੀਜ਼ਾਂ ਡਿਵੈਲਪ ਹੁੰਦੀ ਹੈ, ਦੈਟ ਇਜ਼ ਆਬਜੈਕਟ ਪਰਮਾਨੈਂਸ। ਆਪਾਂ ਹੁਣ ਇਹਨਾਂ ਚੀਜ਼ਾਂ ਨੂੰ ਥੋੜਾ ਡਿਟੇਲ 'ਚ ਡਿਸਕਸ ਕਰਦੇ ਹਾਂ। ਫਿਰ ਪ੍ਰੀ ਆਪਰੇਸ਼ਨਲ ਸਟੇਜ 2 ਸਾਲ ਤੋਂ ਲੈ ਕੇ 7 ਸਾਲ ਤੱਕ, ਸਿੰਬੋਲਿਕ ਥਾਟਸ, ਠੀਕ ਹੈ ਜੀ, ਸਿੰਬੋਲਿਕ ਥਾਟਸ ਜਿਹੜੇ ਦਿਮਾਗ ਦੇ ਵਿੱਚ ਆਉਣੇ ਸ਼ੁਰੂ ਹੁੰਦੇ ਨੇ ਬੱਚਿਆਂ ਦੇ ਉਹ। ਫਿਰ 7 ਸਾਲ ਤੋਂ ਲੈ ਕੇ 11 ਸਾਲ ਲੌਜਿਕ ਜਿਹੜਾ ਸੀਗਾ ਇੱਥੇ ਡਿਵੈਲਪ ਹੋਣਾ ਸ਼ੁਰੂ ਹੁੰਦਾ ਹੈ। ਫਿਰ ਅਡੋਲੈਸੈਂਸ ਟੂ ਅਡਲਟਹੁੱਡ ਸਾਇੰਟੀਫਿਕ ਰੀਜ਼ਨਿੰਗ ਜਿਹੜੀ ਸੀ ਇੱਥੇ ਆਉਂਦੀ ਹੈ। ਨਾ ਪਿਆਜੇ ਦਾ ਇਹਨਾਂ ਚੀਜ਼ਾਂ ਨੂੰ ਕਹਿਣਾ ਤੇ ਸਮਝਾਉਣ ਦਾ ਇੱਕ ਪਰਪਸ ਸੀਗਾ, ਠੀਕ ਹੈ। ਮੈਂ ਜਿਵੇਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀਗਾ ਕਿ 2 ਸਾਲ ਦਾ ਬੱਚਾ ਹੋਵੇ ਜਾਂ 3 ਸਾਲ 4 ਸਾਲ ਦਾ ਬੱਚਾ ਹੋਵੇ,
ਉਹਨੂੰ ਅਸੀਂ ਕਹਾਂਗੇ ਆਰ ਯੂ ਅ ਇੰਡੀਅਨ ਔਰ ਯੂ ਆਰ ਏ ਸਿਟੀਜ਼ਨ ਆਫ US, ਉਹਨੂੰ ਸਮਝ ਨਹੀਂ ਆਏਗਾ ਉਹ ਚੀਜ਼। ਉਹ ਠੀਕ ਹੈ ਨਾ, ਕਿਉਂ? ਕਿਉਂਕਿ ਉਹ ਉਸ ਏਜ ਦੇ ਲੈਵਲ ਤੇ ਨਹੀਂ ਪਹੁੰਚਿਆ, ਉਹਦਾ ਐਕਸਪੀਰੀਅੰਸ ਜ਼ਿੰਦਗੀ ਦੇ ਵਿੱਚ ਇੰਨਾ ਨਹੀਂ ਹੋਇਆ ਕਿ ਉਹ ਇਸ ਚੀਜ਼ ਨੂੰ ਸਮਝ ਸਕੇ। ਉਹ ਸਿਮਿਲਰਲੀ ਅਸੀਂ 5 ਸਾਲ ਦੇ ਬੱਚੇ ਨੂੰ ਅਸੀਂ ਕੋਈ ਹਿਸਟਰੀ ਦੇ ਲੈਸਨ ਨਹੀਂ ਪੜ੍ਹਾਉਣੇ ਸ਼ੁਰੂ ਕਰ ਦਿਆਂਗੇ, ਅਸੀਂ ਉਹਨੂੰ ਬੇਸਿਕ ਐਲਫਾਬੈਟ ਪੜ੍ਹਾਉਂਦੇ ਹਾਂ, ਕੱਕਾ ਖੱਗਾ ਗੱਗਾ ਇਹ ਚੀਜ਼ਾਂ ਪੜ੍ਹਾਉਣੀ ਸ਼ੁਰੂ ਕਰਦੇ ਹਾਂ, ABC ਪੜ੍ਹਾਉਣੀ ਸ਼ੁਰੂ ਕਰਦੇ ਹਾਂ। ਉਹ ਠੀਕ ਹੈ ਜੀ, ਇੱਕ ਬੇਸਿਕ ਕਾਇਦਾ ਦਿੰਦੇ ਹਾਂ ਉਹਨੂੰ। ਉਹ ਠੀਕ ਹੈ ਜੀ। ਸੋ ਦੈਟ ਮੀਨਸ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਚੀਜ਼ਾਂ ਇੰਪੋਰਟੈਂਟ ਨੇ। ਕਿਉਂ? ਕਿਉਂਕਿ ਇੱਕ 2 ਸਾਲ ਦਾ ਬੱਚਾ, ਉਹਨੂੰ ਕਿੰਨੇ ਕੁ ਅੱਖਰ ਆਉਂਦੇ ਨੇ? ਉਹਨੂੰ 18-20 ਅੱਖਰ ਆਉਂਦੇ ਨੇ ਸਾਰੇ। ਠੀਕ ਹੈ ਜੀ। ਤਕਰੀਬਨ 2 ਸਾਲ ਦੇ ਵਿੱਚ ਕਹਿੰਦੇ ਨੇ ਕਿ ਉਹਨੂੰ 100 ਅੱਖਰ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਫਿਰ 3 ਸਾਲ ਦਾ ਹੁੰਦਾ, ਉਹਨੂੰ 300-400 ਅੱਖਰ ਜਿਹੜੇ ਸੀਗੇ ਉਹ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ। ਫਿਰ ਜਦ 4 ਸਾਲ ਦਾ ਹੁੰਦਾ ਉਹਨੂੰ 1600, 3 ਸਾਲ ਦਾ ਹੁੰਦਾ ਤਕਰੀਬਨ 1000 ਅੱਖਰ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਜਦੋਂ 4 ਸਾਲ ਦਾ ਹੁੰਦਾ ਉਹਨੂੰ ਤਕਰੀਬਨ ਅਸੀਂ ਕਹਿ ਜਾਂਦੇ ਕਿ ਉਹਨੂੰ 1600 ਜਿਹੜੇ ਅੱਖਰ ਆਉਣੇ ਸ਼ੁਰੂ ਹੋ ਜਾਂਦੇ ਨੇ, ਔਰ 5 ਸਾਲ ਦੀ ਉਮਰ ਦੇ ਵਿੱਚ ਉਹਨੂੰ 16000 ਅੱਖਰ ਤੱਕ ਜਿਹੜੇ ਸੀਗੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਦੈਟ ਮੀਨਸ ਕਿ ਜਿਹੜਾ ਇਸ ਲੈਵਲ ਦੇ ਉੱਤੇ ਗਰੋਥ ਦਾ ਲੈਵਲ ਹੈਗਾ ਉਹ ਥੋੜੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਬਟ ਵਾਂਸ ਅਗੇਨ ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਤੁਸੀਂ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਲੈਵਲ ਦੇ ਬੱਚੇ ਦੀ ਗਰੋਥ ਦਾ ਲੈਵਲ ਇਹ ਹੈ, ਅੰਡਰਸਟੈਂਡਿੰਗ ਦਾ ਲੈਵਲ ਇਹ ਹੈ, ਅਸੀਂ ਉਹਨੂੰ ਕਿਸ ਤਰੀਕੇ ਨਾਲ ਪੜ੍ਹਾਉਣਾ ਹੈ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਇਸ ਕਰਕੇ ਪਿਆਜੇ ਦੀ ਥਿਊਰੀ ਟੀਚਰਸ ਵਾਸਤੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਸੋ ਅੱਗੇ ਚੱਲਦੇ ਹਾਂ, ਆਪਾਂ ਇਹਨੂੰ ਲੈ ਕੇ ਚੱਲਦੇ ਹਾਂ। ਪਹਿਲੀ ਸਟੇਜ ਉਹਨੂੰ ਸੈਂਸਰੀ ਮੋਟਰ ਸਟੇਜ, ਜਿਵੇਂ ਤੁਹਾਨੂੰ ਕਿਹਾ ਕਿ 0 ਤੋਂ ਲੈ ਕੇ 2 ਸਾਲ ਤੱਕ ਦੀ ਸਟੇਜ ਹੈ ਉਹਨੂੰ ਕਿਹਾ ਜਾਂਦਾ, ਉਹਨੂੰ ਸੈਂਸਰੀ ਮੋਟਰ ਸਟੇਜ ਹੈ। ਲਰਨਿੰਗ ਥਰੂ ਸੈਂਸਿਸ, ਐਬਸੈਂਸ ਆਫ ਲੈਂਗੁਏਜ। ਠੀਕ ਹੈ ਜੀ। ਬੱਚੇ ਨੂੰ ਅਸੀਂ ਕੋਈ ਲੈਕਚਰ ਦੇ ਕੇ ਨਹੀਂ ਸਮਝਾਉਂਦੇ, ਬੱਚੇ ਨੂੰ ਸੈਂਸਿਸ ਦੇ ਨਾਲ ਜਿਹੜੀ ਚੀਜ਼ ਹੈ ਉਹ ਸਮਝ ਆਉਂਦੀ ਹੈ, ਸਿੰਬਲ ਦੇ ਨਾਲ ਚੀਜ਼ ਸਮਝ ਆਉਂਦੀ ਹੈ ਉਹ। ਠੀਕ ਹੈ। ਬੱਚਾ ਜਿਹੜਾ ਸੀਗਾ ਖਿਡੌਣਿਆਂ ਨਾਲ ਖੇਡਦਾ ਹੈ, ਠੀਕ ਹੈ, ਇਸ਼ਾਰੇ ਨਾਲ ਸਮਝਦਾ ਹੈ, ਬੋਲਣਾ ਨਹੀਂ, ਉਹਨੂੰ ਹਾਲੇ ਲੈਂਗੁਏਜ ਸਮਝ ਨਹੀਂ ਆਉਂਦੀ ਉਹ। ਠੀਕ ਹੈ। ਸੋ ਦੈਟ ਇਜ਼ ਦ ਲਰਨਿੰਗ ਥਰੂ ਸੈਂਸਿਸ। ਠੀਕ ਹੈ। ਬੱਚੇ ਨੂੰ ਅਸੀਂ ਜਦੋਂ ਗੋਦੀ ਵਿੱਚ ਪਕੜਦੇ ਹਾਂ ਤਾਂ ਉਹਨੂੰ ਕੋਈ ਚੀਜ਼ ਸਮਝ ਆਉਂਦੀ ਹੈ ਕਿ ਵੀ ਜਿਹੜਾ ਹੈ ਮੈਨੂੰ ਕੋਈ ਪਿਆਰ ਕਰਨ ਲੱਗਿਆ, ਮੈਨੂੰ ਸਮਝਣ ਜਿਹੜਾ ਸੀਗਾ, ਜਾਂ ਕੋਈ ਚੀਜ਼ ਮੈਨੂੰ ਦੇਣ ਲੱਗਿਆ ਉਹ। ਸੋ ਉਹਨੂੰ ਸੈਂਸਿਸ ਦੇ ਨਾਲ ਸਮਝ ਆ ਰਹੀ ਹੈ ਚੀਜ਼ ਉਹ। ਠੀਕ ਹੈ। ਸੋ ਪਰ ਇਹਦੇ ਨਾਲ ਨਾਲ ਹੀ ਆਬਜੈਕਟ ਪਰਮਾਨੈਂਸ। ਠੀਕ ਹੈ ਜੀ। ਆਬਜੈਕਟ ਪਰਮਾਨੈਂਸ ਦਾ ਮਤਲਬ ਕੀ ਹੋਇਆ? ਇੱਕ ਬੱਚੇ ਨੂੰ ਮਾਂ ਨੇ ਗੋਦੀ ਚੱਕਿਆ ਹੈ, ਬੱਚਾ ਚੁੱਪਚਾਪ ਬੈਠਾ ਹੈ, ਠੀਕ ਹੈ ਜੀ, ਔਰ ਹੱਸ ਖੇਡ ਰਿਹਾ ਹੈ। ਤੁਸੀਂ ਜਾ ਕੇ ਕਹੋ ਲਿਆ ਦਿਓ, ਮੈਨੂੰ ਦਿਓ, ਮੈਨੂੰ ਪੜ੍ਹਾਓ ਬੱਚਾ, ਠੀਕ ਹੈ, ਬੱਚਾ ਇੱਕਦਮ ਰੋਣ ਲੱਗ ਜਾਂਦਾ। ਠੀਕ ਹੈ ਨਾ, ਕੀ ਹੋਇਆ ਉਹਨੂੰ ਮਤਲਬ ਕਿ ਸਮਝ ਆਉਂਦੀ ਹੈ ਨਾ। ਬੱਚਾ ਬੋਲ ਤਾਂ ਨਹੀਂ ਸਕਦਾ ਪਰ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਹੁਣ ਆਪਣੀ ਮਾਂ ਦੀ ਗੋਦੀ ਦੇ ਵਿੱਚ ਨਹੀਂ, ਮੈਨੂੰ ਕਿਸੇ ਅਜਨਬੀ ਨੇ ਚੱਕਿਆ। ਠੀਕ ਹੈ ਜੀ। ਸੋ ਉਹਨੂੰ ਸੈਪਰੇਸ਼ਨ ਐਂਗਜ਼ਾਇਟੀ, ਉਹਦੇ ਦਿਮਾਗ ਦੇ ਵਿੱਚ ਨਾ ਇੱਕ ਐਂਗਜ਼ਾਇਟੀ, ਡਰ ਪੈਦਾ ਹੋ ਜਾਂਦਾ, ਐਂਗਜ਼ਾਇਟੀ ਪੈਦਾ ਹੋ ਜਾਂਦੀ ਹੈ ਕਿ ਮੇਰੀ ਮਾਂ ਕਿੱਥੇ ਗਈ। ਠੀਕ ਹੈ ਜੀ। ਸੋ ਦੈਟ ਮੀਨਸ ਆਬਜੈਕਟ ਪਰਮਾਨੈਂਸ। ਉਹਦੀ ਆਬਜੈਕਟ ਪਰਮਾਨੈਂਸ ਕੀ ਹੈ ਕਿ ਮੇਰੀ ਮਾਂ ਹੈ, ਮੇਰਾ ਪਿਓ ਹੈ, ਮੇਰਾ ਭੈਣ ਹੈ, ਮੇਰਾ ਭਾਈ ਹੈ। ਠੀਕ ਹੈ। ਇਹ ਮੇਰੇ ਆਪਣੇ ਨੇ। ਜਦੋਂ ਕੋਈ ਅਣਜਾਣ ਆ ਗਿਆ ਉਹਨੇ ਚੱਕ ਲਿਆ, ਇਹ ਮੇਰਾ ਆਪਣਾ ਨਹੀਂ। ਠੀਕ ਹੈ। ਇਹ ਅਣਜਾਣ ਬੰਦਾ ਹੈ। ਬੱਚੇ ਨੂੰ ਇਹ ਚੀਜ਼ਾਂ ਪਤਾ ਲੱਗਦੀਆਂ, ਸਮਝ ਆਉਂਦੀਆਂ ਨੇ ਇਹ। ਸੋ ਆਬਜੈਕਟ ਪਰਮਾਨੈਂਸ ਦਾ ਮਤਲਬ ਜਿਹੜਾ ਸੀਗਾ ਤੁਹਾਨੂੰ ਸਮਝ ਆ ਗਿਆ ਹੋਏਗਾ, ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਕਿਸੇ ਅਣਜਾਣ ਬੰਦੇ ਨੇ ਬੱਚੇ ਨੂੰ ਚੱਕ ਲਿਆ, ਉਹ ਬੱਚਾ ਕੀ ਕਰਨਾ ਚਾਹੁੰਦਾ? ਰੋਣ ਲੱਗ ਜਾਂਦਾ। ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਮੇਰਾ ਆਪਣਾ ਨਹੀਂ ਹੈਗਾ, ਇਹ ਕੋਈ ਅਣਜਾਣ ਬੰਦਾ ਹੈ। ਸੋ ਉਹਦੇ ਵਾਸਤੇ ਪਰਮਾਨੈਂਟ ਕੀ ਚੀਜ਼ ਹੈ? ਉਹਦੇ ਵਾਸਤੇ ਉਹਦੀ ਮਾਂ, ਪਿਓ, ਭੈਣ, ਭਾਈ ਜਿਹੜੇ ਹਮੇਸ਼ਾ ਉਹਦੇ ਨਾਲ ਰਹਿੰਦੇ ਨੇ, ਉਹਦੇ ਵਾਸਤੇ ਆਬਜੈਕਟ ਪਰਮਾਨੈਂਸ ਹੈ। ਗੋਲ ਓਰੀਐਂਟਿਡ ਐਕਸ਼ਨਸ। ਗੋਲ ਓਰੀਐਂਟਿਡ ਐਕਸ਼ਨ ਦਾ ਮਤਲਬ ਕੀ ਹੋਇਆ ਕਿ ਬੱਚੇ ਨੂੰ ਆਪਣੀਆਂ ਚੀਜ਼ਾਂ ਸਮਝ ਆਉਂਦੀਆਂ ਨੇ। ਠੀਕ ਹੈ ਜੀ। ਦੈਟ ਮੀਨਸ ਕਿ ਉਹਨੂੰ ਖਿਡੌਣਿਆਂ ਨਾਲ ਚੰਗੇ ਲੱਗਦੇ ਨੇ। ਠੀਕ ਹੈ। ਤੁਸੀਂ ਇੱਕ ਬੱਚੇ ਨੂੰ ਇੱਕ ਬਾਲ ਦੇ ਦਿਓ ਜਾਂ ਉਹਨੂੰ ਤੁਸੀਂ ਇੱਕ 100 ਦਾ ਨੋਟ ਦੇ ਦਿਓ, ਬੱਚਾ ਕਿਹੜੀ ਚੀਜ਼ ਨੂੰ ਪ੍ਰੈਫਰ ਕਰੇਗਾ? ਉਹ 100 ਦੇ ਨੋਟ ਨੂੰ ਪ੍ਰੈਫਰ ਕਰੇਗਾ ਕਿ ਬਾਲ ਨੂੰ ਪ੍ਰੈਫਰ ਕਰੇਗਾ? ਬੱਚੇ ਨੂੰ ਤਾਂ ਬਾਲ ਸਮਝ ਆਉਂਦੀ ਹੈ, ਬੱਚੇ ਨੂੰ 100 ਦਾ ਨੋਟ ਸਮਝ ਨਹੀਂ ਆਉਂਦਾ। ਤੁਸੀਂ 10 ਸਾਲ ਦੇ ਬੱਚੇ ਨੂੰ 100 ਦਾ ਨੋਟ ਦਿਓਗੇ ਤੇ ਬਾਲ ਦਿਓਗੇ, ਉਹਨੂੰ ਸਮਝ ਆਏਗਾ ਕਿ ਮੇਰੇ 100 ਰੁਪਏ ਜਾ ਕੇ ਮੈਂ ਕੋਈ ਚੀਜ਼ ਲੈ ਸਕਦਾ। ਪਰ ਛੋਟਾ ਬੱਚਾ ਹੈ, ਉਹਨੂੰ ਤਾਂ ਬਾਲ ਸਮਝ ਆਉਂਦੀ ਹੈ। ਉਹਦੀ ਓਰੀਐਂਟੇਸ਼ਨ ਕੀ ਹੈ, ਉਹਦੇ ਨੌਲੇਜ ਕੀ ਹੈ ਕਿ ਮੈਨੂੰ ਬਾਲ ਜਿਹੜੀ ਹੈਗੀ ਹੈ, ਮੈਂ ਉਹਨੂੰ ਚੰਗੀ ਲੱਗਦੀ ਹੈ, ਉਹਨੂੰ ਉਹ ਹਿਲਾ ਸਕਦਾ ਹੈ, ਉਹਨੂੰ ਅੱਗੇ ਪਿੱਛੇ ਕਰ ਸਕਦਾ ਹੈ। ਸੋ ਉਹਨੂੰ ਉਹ ਚੀਜ਼ ਚੰਗੀ ਲੱਗਦੀ ਹੈ। ਸੋ ਉਹਦਾ ਬੇਸਿਕਲੀ ਜਿਹੜੀ ਉਹਦੀ ਨੌਲੇਜ ਕਿਸ ਤਰੀਕੇ ਨਾਲ ਡਿਵੈਲਪ ਹੋ ਰਹੀ ਹੈ, ਦੈਟ ਇਜ਼ ਗੋਲ ਓਰੀਐਂਟਿਡ ਹੈ ਉਹਦੀ ਉਹ ਨੌਲੇਜ। ਠੀਕ ਹੈ ਜੀ।
ਸੋ ਬੱਚਾ ਹੋਰ ਕਿਸ ਤਰੀਕੇ ਨਾਲ ਸਿੱਖਦਾ ਹੈ? ਇਮੀਟੇਸ਼ਨ ਨਾਲ ਸਿੱਖਦਾ ਹੈ, ਜਿਵੇਂ ਜਿਵੇਂ ਕਿ ਬਾਕੀ ਕਰਦੇ ਨੇ। ਬੋਲ ਬੱਚੇ ਮਾਮਾ, ਬੋਲ ਪਾਪਾ, ਕਹਿੰਦੇ ਹੌਲੀ ਹੌਲੀ ਜਿਹੜਾ ਸੀਗਾ ਉਹਨਾਂ ਚੀਜ਼ਾਂ ਨੂੰ ਸਿੱਖਣਾ ਸ਼ੁਰੂ ਹੋ ਜਾਂਦਾ ਉਹ। ਸੋ ਦੈਟ ਮੀਨਸ ਇਸ ਤਰੀਕੇ ਨਾਲ ਬੱਚੇ ਦੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਹੈ। ਅਸੀਂ ਬੱਚੇ ਨੂੰ ਕਹਿੰਦੇ ਹਾਂ ਇਹ ਕੌਣ ਹੈ? ਇਹ ਮਾਮਾ ਹੈ। ਇਹ ਕੌਣ ਹੈ? ਇਹ ਡੈਡੀ ਹੈ। ਠੀਕ ਹੈ ਜੀ। ਸੋ ਬੋਲ ਪਾਪਾ, ਬੋਲ ਬੱਚੇ, ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਉਹ ਇਮੀਟੇਸ਼ਨ ਦੇ ਨਾਲ, ਇਸ਼ਾਰਿਆਂ ਦੇ ਨਾਲ ਔਰ ਸੈਂਸਿਸ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਿੱਖਦਾ ਹੈ। ਇਹ ਜਿਹੜੀ ਸਟੇਜ ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਸੈਂਸਰੀ ਮੋਟਰ ਸਟੇਜ ਕਿਹਾ ਜਾਂਦਾ। ਇਹਦੇ ਵਿੱਚ ਹੋਰ ਬਹੁਤ ਸਾਰੀਆਂ ਸਟੇਜਸ ਆਉਂਦੀਆਂ ਨੇ, ਫਿਰ ਕਦੇ ਉਹਨਾਂ ਬਾਰੇ ਗੱਲ ਕਰਦੇ ਹਾਂ। ਬਟ ਬੇਸਿਕ ਜਿਹੜੀ ਚੀਜ਼ਾਂ ਨੇ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਉਹ ਇਹ ਚੀਜ਼ਾਂ ਨੇ, ਕਿਉਂਕਿ ਕੁਐਸਚਨ ਇਹਨਾਂ ਦੇ ਉਹਦੇ ਬੇਸਿਸ ਆ ਜਾਂਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਤੁਹਾਨੂੰ ਮਤਲਬ ਕੋਈ ਉਹਨਾਂ ਨੇ 4 ਆਪਸ਼ਨ ਪਾਤੀਆਂ, ਇਹਨਾਂ ਚੋਂ ਕਿਹੜੀ ਜਿਹੜੀ ਸਟੇਜ ਹੈਗੀ ਸੈਂਸਰੀ ਮੋਟਰ ਦਾ ਪਾਰਟ ਨਹੀਂ ਹੈ। ਠੀਕ ਹੈ, ਦੈਟ ਕੈਨ ਬੀ ਕਾਈਂਡ ਆਫ ਕੁਐਸਚਨ। ਠੀਕ ਹੈ। ਸੋ ਬੱਚਾ ਜਿਹੜਾ ਸੀਗਾ ਟॉयਜ਼ ਨਾਲ ਖੇਡਣਾ ਪਸੰਦ ਕਰਦਾ ਹੈ, ਖਿਡੌਣਿਆਂ ਨਾਲ ਖੇਡਣਾ ਪਸੰਦ ਕਰਦਾ ਹੈ। ਸੋ ਇਹ ਚੀਜ਼ਾਂ ਉਹਨੂੰ ਜਿਹੜੀ ਸੀਗੀਆਂ ਉਹ ਚੰਗੀਆਂ ਲੱਗਦੀਆਂ ਨੇ। ਠੀਕ ਹੈ। ਸੋ ਵਨਸ ਅਗੇਨ ਉਹਨੂੰ ਹੱਥ ਫੜਨਾ, ਇਹ ਪਰਮਾਨੈਂਟ ਸੇ ਬੱਚਾ ਜਿਹੜਾ ਸੀਗਾ ਮਾਂ ਨੂੰ ਮਤਲਬ ਘੁੱਟ ਕੇ ਜੱਫੀ ਪਾ ਕੇ ਚੱਲਦਾ ਉਹ। ਠੀਕ ਹੈ ਜੀ। ਸੋ ਦੀਜ਼ ਆਰ ਦਾ ਜਿਹੜੀ ਸੀਗੀਆਂ ਅਸੀਂ ਕਹਿ ਸਕਦੇ ਹਾਂ ਇਹ ਸਾਡੀਆਂ ਉਹ ਸੈਂਸਰੀ ਮੋਟਰ ਦੀਆਂ ਸਟੇਜਸ ਨੇ ਉਹ। ਸਟੇਜ 2 2 ਤੋਂ ਲੈ ਕੇ 7 ਸਾਲ। ਹੁਣ ਬੱਚੇ ਨੂੰ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ 2 ਸਾਲ ਦੇ ਬੱਚੇ ਨੂੰ ਤਕਰੀਬਨ ਕੋਈ 18 ਮਹੀਨੇ ਦੇ ਬੱਚੇ ਨੂੰ ਤਕਰੀਬਨ 20 ਅੱਖਰ ਤੇ 2 ਸਾਲ ਦੇ ਬੱਚੇ ਨੂੰ ਤਕਰੀਬਨ 100 ਅੱਖਰ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ। ਸੋ ਇੱਥੇ ਜਾ ਕੇ ਬੱਚਾ ਹੁਣ ਨਾ ਪਹਿਲਾਂ ਬੱਚਾ ਬੋਲਦਾ ਮਾਮਾ, ਪਾਪਾ, ਡੈਡੀ, ਦਾਦਾ। ਠੀਕ ਹੈ ਜੀ। ਇਸ ਤਰ੍ਹਾਂ ਦੇ ਅੱਖਰ, ਦੁੱਧੂ। ਠੀਕ ਹੈ, ਇਸ ਤਰ੍ਹਾਂ ਦੇ ਅੱਖਰ ਬੋਲਦਾ। ਹੁਣ ਜਦੋਂ 2 ਸਾਲ ਦਾ ਬੱਚਾ ਹੋ ਜਾਂਦਾ ਹੈ ਨਾ, ਉਹ 2 ਅੱਖਰ ਜੋੜਨ ਦੇ ਕਾਬਲ ਹੋ ਜਾਂਦਾ ਹੈ। ਠੀਕ ਹੈ। ਵਨਸ ਅਗੇਨ ਇਹ ਸਟੇਜ ਕਿਹੜੀ ਆ ਗਈ ਤੁਹਾਡੀ? ਉਹ ਪ੍ਰੀ ਆਪਰੇਸ਼ਨਲ ਸਟੇਜ ਆ ਗਈ। ਉਹ ਇਸ਼ਾਰਿਆਂ ਨਾਲ ਵੀ ਸਮਝਾ ਸਕਦਾ ਤੁਹਾਨੂੰ ਉਹ। ਠੀਕ ਹੈ ਜੀ। ਉਹ ਤੁਹਾਨੂੰ ਕਹਿ ਵੀ ਸਕਦਾ ਹੈ ਦੁੱਧੂ ਪੀਣਾ। ਠੀਕ ਹੈ ਜੀ। ਹੁਣ ਉਹ 2 ਅੱਖਰ ਇਕੱਠੇ ਜੋੜਨ ਦੇ ਕਾਬਲ ਹੋ ਜਾਂਦਾ ਇਸ ਵੇਲੇ। 2 ਸਾਲ ਦੀ ਉਮਰ ਦੇ ਵਿੱਚ ਬੱਚਾ 2 ਅੱਖਰ ਜੋੜਨ ਦੇ ਕਾਬਲ ਹੋ ਜਾਂਦਾ ਹੈ। ਦੁੱਧੂ ਪੀਣਾ ਹੈ। ਠੀਕ ਹੈ ਜੀ। ਬਾਹਰ ਜਾਣਾ ਹੈ। ਠੀਕ ਹੈ। ਸੋ ਬੱਚਾ ਇਸ਼ਾਰਾ ਕਰਕੇ ਸੀਗਾ ਉਹ ਕਹੂਗਾ ਮੈਂ ਬਾਹਰ ਜਾਣਾ ਹੈ। ਠੀਕ ਹੈ। ਕਿਉਂਕਿ ਇਸ ਤਰ੍ਹਾਂ ਬੱਚਿਆਂ ਨੂੰ ਇਹ ਚੀਜ਼ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਜੈਸਚਰਸ, ਲੈਂਗੁਏਜ ਐਂਡ ਸਿੰਬਲਸ, ਇਹ ਕਿਹੜੀ ਸਟੇਜ ਹੈਗੀ ਹੈ? ਦੈਟ ਇਜ਼ ਪ੍ਰੀ ਆਪਰੇਸ਼ਨਲ ਸਟੇਜ ਹੈ। ਐਨੀਮਿਜ਼ਮ, ਬੱਚਿਆਂ ਨੂੰ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ, ਉਹਨਾਂ ਨੂੰ ਖਿਡੌਣਿਆਂ ਦੇ ਨਾਲ, ਕੁੜੀਆਂ ਨੂੰ ਗੁੱਡੀਆਂ ਪਟੋਲਿਆਂ ਦੇ ਨਾਲ, ਬੱਚਿਆਂ ਨੂੰ ਮੁੰਡਿਆਂ ਨੂੰ ਕਾਰਾਂ ਦੇ ਨਾਲ, ਇਹਨਾਂ ਜਾਂ ਆਇਰਨ ਮੈਨ ਹੋ ਗਿਆ, ਉਹਨਾਂ ਦੇ ਨਾਲ ਖੇਡਣ ਦਾ ਬੜਾ ਸ਼ੌਕ ਹੁੰਦਾ ਔਰ ਉਹਨਾਂ ਨੂੰ ਲੱਗਦਾ ਕਿ ਵੀ ਇਹਨਾਂ ਦੇ ਵਿੱਚ ਲਾਈਫ ਹੈ। ਉਹ ਉਹਨਾਂ ਨੂੰ ਐਨੀਮੇਟ, ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਨਾਨ ਲਿਵਿੰਗ ਥਿੰਗਸ ਨੇ। ਇਹ ਉਹਨਾਂ ਨੂੰ ਲੱਗਦਾ ਕਿ ਵੀ ਜਿਵੇਂ ਅਸੀਂ ਹਾਂ ਉਵੇਂ ਹੀ ਇਹ ਨੇ। ਇਹ ਗੁੱਡੀਆਂ ਪਟੋਲੇ ਜਿਹੜੇ ਹੈਗੇ ਇਹ ਵੀ ਜਿਉਂਦੇ ਜਾਗਦੇ ਨੇ ਔਰ ਉਹਨਾਂ ਨੂੰ ਜਿਹੜਾ ਸੀਗਾ ਉਹ ਉਸੇ ਤਰੀਕੇ ਨਾਲ ਉਹਨਾਂ ਨਾਲ ਖੇਡਣਾ ਵੀ ਸ਼ੁਰੂ ਕਰਦੇ ਨੇ ਉਹ। ਠੀਕ ਹੈ ਜੀ। ਕਿ ਇਹਨੂੰ ਵੀ ਭੁੱਖ ਲੱਗੀ ਹੈ, ਇਹਨੇ ਵੀ ਸੌਣਾ ਹੈ, ਉਹਨੂੰ ਵੀ ਮਤਲਬ ਜਿਹੜਾ ਸੀਗਾ ਰਜਾਈ ਚਾਹੀਦੀ ਹੈ, ਕੰਬਲ ਚਾਹੀਦਾ ਹੈ, ਜਾਂ ਉਹਨੂੰ ਹਵਾ ਚਾਹੀਦੀ ਹੈ। ਸੋ ਉਸੇ ਤਰੀਕੇ ਨਾਲ ਉਹ ਜਿਹੜਾ ਸੀਗਾ ਇਹ ਉਹਨਾਂ ਦਾ ਪ੍ਰੋਸੈਸ ਆਫ ਲਰਨਿੰਗ ਹੈ, ਕਿਉਂਕਿ ਉਹ ਖਿਡੌਣਿਆਂ ਦੇ ਨਾਲ ਖੇਡ ਕੇ ਵੀ ਚੀਜ਼ਾਂ ਨੂੰ ਉਹ ਸਿੱਖ ਰਹੇ ਨੇ। ਸੋ ਦੈਟ ਇਜ਼ ਨੋਨ ਐਜ਼ ਐਨੀਮਿਜ਼ਮ, ਕਿ ਉਹਨਾਂ ਦੀ ਜਿਹੜੀ ਥਿੰਕਿੰਗ ਦਾ ਪ੍ਰੋਸੈਸ ਹੈਗਾ ਉਹ ਕਿਸ ਲੈਵਲ ਦੇ ਉੱਤੇ ਹੈਗਾ ਉਹ, ਕਿ ਇਹ ਖਿਡੌਣਿਆਂ ਦੇ ਵਿੱਚ ਵੀ ਜਾਨ ਹੈ ਔਰ ਉਹਨਾਂ ਦੇ ਨਾਲ ਉਹ ਪਾਰਟਿਸਿਪੇਟ ਕਰਦੇ ਨੇ ਔਰ ਉਹਦੇ ਨਾਲ ਉਹ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਇਰਰਿਵਰਸੀਬਲ ਥਿੰਕਿੰਗ। ਠੀਕ ਹੈ ਜੀ। ਹੁਣ ਇਰਰਿਵਰਸੀਬਲ ਥਿੰਕਿੰਗ ਜਿਹੜਾ ਇਹਦਾ ਮਤਲਬ ਜਿਹੜਾ ਸੀਗਾ ਕਿ ਉਹ ਸਿਰਫ ਇੱਕੋ ਪਾਸੇ ਸੋਚਦੇ ਨੇ। ਠੀਕ ਹੈ। ਉਹ ਦੈਟ ਮੀਨਸ ਆਪਾਂ ਕਹੀਏ ਕਿ 6 ਹੁਣ ਬੱਚਾ ਜਿਹੜਾ ਸੀਗਾ ਉਹ 2 ਤੋਂ 7 ਸਾਲ ਦਾ ਹੈ। ਠੀਕ ਹੈ ਜੀ। ਜਿਹੜਾ 6-7 ਸਾਲ ਦਾ ਬੱਚਾ ਉਹ ਜਮਾ ਜੋੜ ਕਰਨਾ ਸਿੱਖ ਜਾਂਦਾ ਹੈ, ਐਡੀਸ਼ਨ ਕਰਨੀ ਸਿੱਖ ਜਾਂਦਾ ਹੈ। ਜੇ ਮੈਂ ਕਹਾਂ 6 ਜਮਾ 4 = 10, ਠੀਕ ਹੈ ਜੀ, ਤਾਂ ਉਹਨੂੰ ਅਸੀਂ ਮੈਂ ਕਿਹਾ ਆਹ 6 ਬੋਲਾਂ ਇਹ ਨੇ, 4 ਟੌਫੀਆਂ ਨੇ, ਆਹ 4 ਟੌਫੀਆਂ ਮੈਂ ਤੈਨੂੰ ਹੋਰ ਦਿੱਤੀਆਂ, ਕਿੰਨੀਆਂ ਹੋ ਗਈਆਂ? 10 ਹੋ ਗਈਆਂ। ਠੀਕ ਹੈ ਜੀ। ਸੋ ਜੇ ਮੈਂ ਕਹਾਂ 10 = 6 + 4, ਠੀਕ ਹੈ ਜੀ, ਇਹ ਚੀਜ਼ ਹਾਲੇ ਉਹਦੇ ਸਮਝ ਨਹੀਂ ਆਉਂਦੀ। ਨਾਓ ਵਾਂਸ ਅਗੇਨ ਇਹ ਤੁਹਾਨੂੰ ਕਿਉਂ ਚੀਜ਼ ਦੱਸੀ ਜਾ ਰਹੀ ਹੈ? ਕਿਉਂਕਿ ਜਦੋਂ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਬੱਚਿਆਂ ਦਾ ਲੈਵਲ ਆਫ ਮਾਈਂਡ ਤੁਹਾਨੂੰ ਪਤਾ ਹੋਣਾ ਚਾਹੀਦਾ
ਕਿ ਬੱਚਿਆਂ ਨੂੰ ਅਸੀਂ ਹਾਲੇ ਜਿਹੜਾ ਸਮਝਾਉਣਾ, ਮੈਥਮੈਟਿਕਸ ਸਮਝਾਉਣਾ ਹੈ ਜਾਂ ਕੋਈ ਚੀਜ਼ ਸਮਝਾਉਣੀ ਹੈ, ਉਹ ਉਸ ਚੀਜ਼ ਨੂੰ ਜੈਸੇ ਇੱਕ ਫੈਸ਼ਨ ਦੇ ਸਮਝਦੇ ਨੇ, ਉਸ ਨੂੰ ਉਹ ਰਿਵਰਸ ਨਹੀਂ ਕਰ ਸਕਦੇ ਉਹ। ਸੋ ਦੈਟ ਇਜ਼ ਨੋਨ ਐਜ਼ ਇਰਰਿਵਰਸੀਬਲ ਥਿੰਕਿੰਗ ਦੀ ਇਹ ਇੱਕ ਐਗਜ਼ਾਮਪਲ ਹੈਗੀ ਹੈ। ਜਾਂ ਆਪਾਂ ਹੋਰ ਕਹੀਏ ਕਿ ਇੱਕ ਬੰਦਾ ਆ ਕੇ ਬੱਚੇ ਨੂੰ ਕਹੇ ਮੈਂ ਤੇਰਾ ਚਾਚਾ ਲੱਗਦਾ, ਠੀਕ ਹੈ ਜੀ, ਠੀਕ ਹੈ ਨਾ, ਮੈਂ ਤੇਰਾ ਕੀ ਲੱਗਦਾ, ਮੈਂ ਤੇਰਾ ਚਾਚਾ ਲੱਗਦਾ, ਠੀਕ ਹੈ ਜੀ। ਫਿਰ ਬੱਚਾ ਕਹੇ ਮੈਂ ਕੀ ਲੱਗਦਾ, ਠੀਕ ਹੈ ਜੀ, ਤੂੰ ਮੇਰਾ ਭਤੀਜਾ ਲੱਗਦਾ। ਉਹਨੂੰ ਮਤਲਬ ਕਿ ਇਹ ਗੱਲ ਨਹੀਂ ਸਮਝ ਆਉਂਦੀ, ਉਹਨੂੰ ਇੱਕੋ ਚੀਜ਼ ਸਮਝ ਆਉਂਦੀ ਹੈ ਕਿ ਇਹ ਜਿਹੜਾ ਬੰਦਾ ਖੜਾ ਇਹ ਮੇਰਾ ਚਾਚਾ ਹੈ, ਠੀਕ ਹੈ, ਮੈਂ ਉਹਦਾ ਭਤੀਜਾ ਲੱਗਦਾ। ਉਹਨੂੰ ਹਾਲੇ ਇਹ ਗੱਲ ਕਿਵੇਂ ਲੱਗਦਾ ਭਤੀਜਾ, ਉਹਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਉਹ, ਠੀਕ ਹੈ। ਸੋ ਦੈਟ ਇਜ਼ ਆਲਸੋ ਪਾਰਟ ਆਫ ਇਰਰਿਵਰਸੀਬਲ ਥਿੰਕਿੰਗ। ਨੈਕਸਟ ਸਾਡਾ ਹੈਗਾ ਦੈਟ ਇਜ਼ ਈਗੋਸੈਂਟਰਿਕ, ਠੀਕ ਹੈ ਜੀ। ਈਗੋਸੈਂਟਰਿਕ ਦਾ ਮਤਲਬ ਕੀ ਹੋਇਆ ਕਿ ਬੱਚਾ ਨਾ ਹਰ ਇੱਕ ਚੀਜ਼ ਸਮਝਦਾ ਕਿ ਇਹ ਮੇਰੀ ਚੀਜ਼ ਹੈ। ਉਹ ਹਰ ਇੱਕ ਚੀਜ਼ ਨੂੰ ਜਿਹੜਾ ਸੀਗਾ ਉਹ ਆਪਣੇ ਤੱਕ ਰੱਖਣਾ ਚਾਹੁੰਦਾ ਉਹ, ਕਿ ਇਹ ਮੇਰਾ ਡੈਡੀ ਹੈ, ਇਹ ਮੇਰੀ ਮਾਮਾ ਹੈ, ਠੀਕ ਹੈ ਜੀ, ਇਹ ਮੇਰੀ ਕਾਰ ਹੈ, ਠੀਕ ਹੈ। ਉਹ ਹਰ ਇੱਕ ਚੀਜ਼ ਨੂੰ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰਦਾ, ਉਹਨੂੰ ਖੋਹਣ ਦੀ ਕੋਸ਼ਿਸ਼ ਕਰਦਾ। ਇਹ ਚੀਜ਼ ਜਦ ਸੀ ਕਿ ਕੋਈ ਲੈਣਾ ਚਾਹੇ ਉਹ ਤਾਂ ਉਹਨੂੰ ਦਿੰਦਾ ਨਹੀਂ ਜਲਦੀ ਜਲਦੀ ਉਹ, ਠੀਕ ਹੈ। ਸੋ ਇਹ ਜਿਹੜਾ ਦੁਨੀਆ ਦਾ ਨਜ਼ਰੀਆ ਜਿਹੜਾ ਹੈ ਨਾ ਉਹਦਾ ਹਾਲੇ ਉਹ ਕੀ ਹੈਗਾ, ਉਹਦਾ ਈਗੋਸੈਂਟਰਿਕ ਹੈ। ਇਸ ਐਸਪੈਕਟ ਨੂੰ ਅਸੀਂ ਕੀ ਕਹਿੰਦੇ ਹਾਂ, ਇਹਨੂੰ ਈਗੋਸੈਂਟਰਿਕ ਕਹਿੰਦੇ ਹਾਂ। ਇਹਦੇ ਬੱਚੇ ਦਾ ਕਸੂਰ ਨਹੀਂ ਹੈਗਾ ਕੋਈ, ਇਹ ਸਾਰੇ ਬੱਚੇ ਇਸੇ ਸਟੇਜ ਤੋਂ ਨਿਕਲਦੇ ਨੇ। ਦੈਟ ਇਜ਼ ਵਾਟ ਯੂ ਨੀਡ ਟੂ ਅੰਡਰਸਟੈਂਡ ਕਿ ਸਾਰੇ ਬੱਚੇ ਇਸੇ ਸਟੇਜ ਤੋਂ ਨਿਕਲਦੇ ਨੇ। ਇਹ ਵੀ ਸਾਡੇ ਵਾਸਤੇ ਜਾਣਨਾ ਜ਼ਰੂਰੀ ਹੈ ਕਿ ਇਹ 6-7 ਸਾਲ ਤੱਕ ਬੱਚੇ ਇਸੇ ਤਰੀਕੇ ਨਾਲ ਚੀਜ਼ਾਂ ਨੂੰ ਸਮਝਦੇ ਨੇ ਉਹ, ਕਿ ਹਰ ਇੱਕ ਚੀਜ਼ ਨੂੰ ਜਿਹੜਾ ਸੀਗਾ ਉਹ ਕਹਿੰਦੇ ਨੇ ਕਿ ਇਹ ਚੀਜ਼ ਮੇਰੀ ਹੈ, ਠੀਕ ਹੈ ਜੀ। ਫਿਰ ਨੈਕਸਟ ਕੀ ਹੈ, ਸਿੰਬੋਲਿਕ ਥਾਟਸ, ਹਾਂਜੀ। ਸਿੰਬੋਲਿਕ ਥਾਟਸ ਜਿਹੜੇ ਸੀਗੇ, ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹ ਕਿ ਮੇਕ ਬਿਲੀਵ ਵਰਡ ਐਂਡ ਸਿੰਬੋਲਿਕ ਥਾਟਸ, ਠੀਕ ਹੈ। ਬੇਸਿਕਲੀ ਸਿੰਬੋਲਿਕ ਥਾਟਸ ਕੀ ਹੋ ਗਏ ਤੁਹਾਡੇ ਉਹ, ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਕਿ ਬੱਚੇ ਜਾਨਵਰਾਂ ਨੂੰ ਜਿਹੜੇ ਸੀਗੇ ਇਹ ਸਮਝਦੇ ਨੇ ਕਿ ਵੀ ਇਹ ਉਹਨਾਂ ਦੇ ਟॉयਜ਼ ਨੂੰ ਸਮਝਦੇ ਨੇ ਕਿ ਇਹ ਅਸਲੀ ਜਾਨਵਰ ਨੇ, ਠੀਕ ਹੈ। ਇਹ ਸਿੰਬੋਲਿਕ ਥਾਟ ਹੈ। ਉਹਨਾਂ ਨੂੰ ਕੀ ਚੰਗਾ ਲੱਗਦਾ, ਉਹਨਾਂ ਨੂੰ ਜਿਹੜਾ ਸੀਗਾ ਪਰੀਆਂ ਚੰਗੀਆਂ ਲੱਗਦੀਆਂ ਨੇ, ਠੀਕ ਹੈ ਜੀ। ਉਹਨਾਂ ਬਾਰੇ ਉਹ ਸੁਣਦੇ ਨੇ, ਸਮਝਦੇ ਨੇ ਕਿ ਪਰੀਆਂ ਹੁੰਦੀਆਂ ਨੇ, ਕਿ ਇਸ ਤਰ੍ਹਾਂ ਅਸਮਾਨ 'ਚ ਹੁੰਦੀਆਂ ਨੇ। ਫਿਰ ਜਾਂ ਉਹ ਕੀ ਕਰਦੇ ਨੇ, ਉਹ ਬੱਚਿਆਂ ਨਾਲ ਖੇਡਦੇ ਨੇ ਉਹ ਕਿ ਡਾਕਟਰ ਖੇਡਦੇ ਨੇ। ਆਮ ਤੌਰ ਤੇ ਤੁਸੀਂ ਦੇਖਿਆ ਉਹ ਕਰੋਗੇ ਬੱਚੇ ਜਿਹੜੇ ਸੀਗੇ ਉਹ ਆਪਸ 'ਚ ਖੇਡਣਾ ਸ਼ੁਰੂ ਕਰਦੇ ਨੇ। ਉਹ ਕਈ ਵਾਰੀ ਮੰਮੀ ਡੈਡੀ ਖੇਡਣਾ ਸ਼ੁਰੂ ਹੋ ਜਾਂਦੇ ਨੇ, ਮੈਂ ਤੇਰੀ ਮਾਮਾ ਤੂੰ ਮੇਰਾ ਬੱਚਾ, ਠੀਕ ਹੈ। ਇਸ ਤਰੀਕੇ ਦੀਆਂ ਗੇਮਾਂ ਖੇਡਣੀ ਸ਼ੁਰੂ ਸਿੰਬੋਲਿਕਲੀ। ਨਾਓ ਦੇ ਆਰ ਟਰਾਈਂਗ ਟੂ ਲਰਨ ਇਟ ਇਨ ਏ ਸਿੰਬੋਲਿਕ ਵੇ, ਠੀਕ ਹੈ। ਸੋ ਦੈਟ ਇਜ਼ ਸਿੰਬੋਲਿਕ ਥਾਟਸ। ਮੇਕ ਬਿਲੀਵ ਵਰਡ, ਇਹ ਉਹਨਾਂ ਦਾ ਇੱਕ ਮੇਕ ਬਿਲੀਵ ਵਰਡ ਵੀ ਹੈ, ਠੀਕ ਹੈ ਜੀ, ਕਿ ਆਪਣੇ ਆਪ ਨੂੰ ਜਿਹੜਾ ਸੀਗਾ ਉਹ ਸਮਝਦੇ ਨੇ ਕਿ ਮੈਂ ਵੱਡਾ ਹੋ ਗਿਆ, ਮੈਂ ਤੇਰੀ ਮਾਮਾ ਤੂੰ ਮੇਰਾ ਬੱਚਾ, ਠੀਕ ਹੈ ਜੀ। ਇਸ ਤਰੀਕੇ ਨਾਲ ਉਹ ਇਹਨਾਂ ਚੀਜ਼ਾਂ ਨੂੰ ਜਿਹੜਾ ਸੀਗਾ ਦੁਨੀਆ ਨੂੰ ਸਮਝਣ ਦਾ ਇੱਕ ਨਜ਼ਰੀਆ, ਉਹਨਾਂ ਦਾ ਨਜ਼ਰੀਆ ਡਿਵੈਲਪ ਹੋ ਰਿਹਾ। ਉਹ ਹੋਰ ਕੁਝ ਨਹੀਂ ਹੈਗਾ, ਇਹ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਸੀਗਾ ਉਹ ਡਿਵੈਲਪ ਹੋ ਰਿਹਾ ਉਹ। ਸੋ ਇਸ ਤੋਂ ਬਾਅਦ ਕੀ ਆਇਆ, ਸੈਂਟਰੇਸ਼ਨ। ਸੈਂਟਰੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ ਪਾਰਟ, ਠੀਕ ਹੈ ਜੀ। ਇਹਦੀਆਂ ਐਗਜ਼ਾਮਪਲ ਜਿਹੜੀਆਂ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੱਸਦਾ, ਉਹਦੇ ਨਾਲ ਸਮਝੋਗੇ ਤੁਸੀਂ ਉਹ। ਐਂਡ ਕਾਜ਼ ਐਂਡ ਇਫੈਕਟ, ਠੀਕ ਹੈ। ਬੱਚੇ ਨੂੰ ਕਾਜ਼ ਐਂਡ ਇਫੈਕਟ ਵੀ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ, ਠੀਕ ਹੈ ਜੀ। ਨਾ ਕਾਜ਼ ਐਂਡ ਇਫੈਕਟ ਦਾ ਮਤਲਬ ਜਿਹੜਾ ਸੀਗਾ ਕਿ ਬੱਚੇ ਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਆਹ ਕਰਦਾ ਤਾਂ ਇਹ ਹੋਏਗਾ। ਬੱਚੇ ਨੂੰ ਪਨਿਸ਼ਮੈਂਟ ਦਾ ਵੀ ਸਮਝ ਆਉਣਾ ਸ਼ੁਰੂ ਹੋ ਜਾਂਦਾ। ਬੱਚੇ ਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਕਿ ਵੀ ਮੈਨੂੰ ਗੁੱਸੇ ਹੋਏ ਨੇ ਇਹ, ਠੀਕ ਹੈ ਜੀ, ਮੈਨੂੰ ਇਹ ਕੰਮ ਕਰਨਾ, ਮੈਂ ਇਹ ਕੰਮ ਕਰਾਂਗਾ ਤਾਂ ਮੈਨੂੰ ਝਾੜ ਪਏਗੀ, ਜਾਂ ਮੈਂ ਇਹ ਕੰਮ ਕਰਾਂਗਾ ਤਾਂ ਮੇਰਾ ਨੁਕਸਾਨ ਹੋ ਜਾਏਗਾ, ਮੈਂ ਕਿਸੇ ਗਰਮ ਚੀਜ਼ ਨੂੰ ਹੱਥ ਲਾਉਂਗਾ ਤਾਂ ਮੇਰਾ ਹੱਥ ਸੜ ਜਾਏਗਾ, ਠੀਕ ਹੈ ਜੀ। ਆਪਾਂ ਕਹਿੰਦੇ ਬੱਚਾ ਕਹਿੰਦਾ ਇਹ ਹੌਟ ਹੈ, ਗਰਮ ਹੈ, ਠੀਕ ਹੈ ਜੀ। ਤਾਂ ਉਹਨੂੰ ਪਹਿਲਾਂ ਤਾਂ ਬੱਚਾ ਕੋਸ਼ਿਸ਼ ਕਰਦਾ ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ, ਠੀਕ ਹੈ ਜੀ। ਫਿਰ ਉਹਨੂੰ ਜਦੋਂ ਪਤਾ ਲੱਗਦਾ ਕਿ ਇਹ ਗਰਮ ਹੈ, ਠੀਕ ਹੈ ਜੀ, ਫਿਰ ਉਹ ਅਗਲੀ ਵਾਰ ਉਹਨੂੰ ਹੱਥ ਨਹੀਂ ਲਾਉਂਦਾ। ਸੋ ਕਾਜ਼ ਐਂਡ ਇਫੈਕਟ ਉਹਨੂੰ ਚੀਜ਼ ਦਾ ਸਮਝ ਆ ਗਿਆ ਉਹ। ਸੋ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਬੱਚਾ ਜਿਹੜਾ ਸੀਗਾ ਉਹਦੀ ਹੋ ਕੀ ਰਿਹਾ, ਉਹਦੀ ਡਿਵੈਲਪਮੈਂਟ ਹੋ ਰਹੀ ਹੈ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ, ਸੈਂਟਰੇਸ਼ਨ ਦੀ ਗੱਲ ਕਰ ਰਿਹਾ ਸੀਗਾ। ਨਾਓ ਇੱਥੇ ਇੱਕ ਐਗਜ਼ਾਮਪਲ ਲੈਂਦੇ ਆਪਾਂ, ਠੀਕ ਹੈ। ਬੱਚੇ ਨੂੰ ਜਿਹੜੀ ਆਪਾਂ ਗੱਲ ਕਰ ਸੀ ਈਗੋ ਸੈਂਟਰ ਦੀ ਗੱਲ ਕਰ ਰਹੇ ਸੀਗੇ, ਆਪਾਂ ਗੱਲ ਕਰ ਰਹੇ ਸੀ ਕਿ ਬੱਚਾ ਹਰ ਇੱਕ ਚੀਜ਼ ਨੂੰ ਆਪਣੇ ਕੋਲ ਲੈਣਾ ਚਾਹੁੰਦਾ, ਰੱਖਣਾ ਚਾਹੁੰਦਾ ਉਹ। ਉਹਦੇ ਵਿੱਚ ਨਾਲ ਜਿਹੜੀ ਸੀਗੀ ਇੱਕ ਐਗਜ਼ਾਮਪਲ ਹੈਗੀ ਸੈਂਟਰੇਸ਼ਨ ਦੀ ਐਗਜ਼ਾਮਪਲ ਹੈਗੀ ਹੈ। ਹੁਣ 2 ਗਲਾਸਾਂ 'ਚ ਦੁੱਧ ਪਾਇਆ ਹੋਇਆ ਹੈ, ਠੀਕ ਹੈ ਜੀ। 2 ਗਲਾਸਾਂ 'ਚ ਦੁੱਧ ਪਾਇਆ ਹੋਇਆ ਹੈ
ਔਰ ਇਹ ਦੁੱਧ ਜਿਹੜਾ ਪਾਇਆ ਉਹ ਇੱਕ ਗਲਾਸ ਦੇ ਵਿੱਚ ਜਿਹੜਾ ਸੀਗਾ ਵੱਡਾ ਗਲਾਸ, ਲੰਬਾ ਗਲਾਸ ਹੈ, ਪਤਲਾ ਗਲਾਸ ਹੈ, ਇੱਕ ਜਿਹੜਾ ਸੀ ਚੌੜਾ ਗਲਾਸ ਹੈ। ਜੇ ਇਸ ਦੁੱਧ ਨੂੰ ਪਤਲੇ ਗਲਾਸ ਪਾ ਦਿੱਤਾ ਜਾਵੇ ਤਾਂ ਉਹਦੀ ਜਿਹੜਾ ਸੀਗਾ ਉਹ ਦੁੱਧ ਦੇਖਣ ਨੂੰ ਜ਼ਿਆਦਾ ਲੱਗੂਗਾ। ਉਹ ਤਾਂ ਹੁਣ ਬੱਚਾ ਨੂੰ ਜਦੋਂ ਪੁੱਛੋਗੇ ਤੂੰ ਕਿਹੜਾ ਦੁੱਧ ਲੈਣਾ, ਕਿਹੜਾ ਗਲਾਸ ਲੈਣਾ, ਉਹ ਇਹਦੇ ਵਾਲੇ ਆਪਟ ਕਰੇਗਾ ਉਹ। ਠੀਕ ਹੈ, ਕਿਉਂ? ਕਿਉਂਕਿ ਉਹਨੂੰ ਲੱਗਦਾ ਹੈ ਕਿ ਇਹ ਜ਼ਿਆਦਾ ਹੈ। ਠੀਕ ਹੈ, ਜਦੋਂ ਕਿ ਇਹ ਦੋਨੋਂ ਗਲਾਸਾਂ ਦੇ ਵਿੱਚ ਦੁੱਧ ਇੱਕ ਬਰਾਬਰ ਹੈ ਇੱਥੇ। ਸੋ ਦੈਟ ਮੀਨਸ ਉਹਦੇ ਵਿੱਚ ਹਾਲੇ ਇਹ ਕਨਸੈਪਟ ਨਹੀਂ ਪੈਦਾ ਹੋਇਆ, ਲੌਜੀਕਲ ਥਿੰਕਿੰਗ ਉਹ ਲਈ ਡਿਵੈਲਪ ਨਹੀਂ ਹੋਈ ਕਿ ਇਹ ਜਿਹੜਾ ਸੀਗਾ ਇਹ ਦੋਨੋਂ ਦੁੱਧ ਬਰਾਬਰ ਹੋ ਸਕਦੇ ਨੇ ਕਿਉਂਕਿ ਇਹ ਗਲਾਸ ਪਤਲਾ ਹੈ। ਠੀਕ ਹੈ, ਸੋ ਦੈਟ ਇਜ਼ ਵਨ ਐਗਜ਼ਾਮਪਲ ਆਫ ਸੈਂਟਰੇਸ਼ਨ ਆਲਸੋ। ਦੂਜੀ ਐਗਜ਼ਾਮਪਲ ਜਿਹੜੀ ਸੀਗੀ, ਕਿਉਂਕਿ ਇਹਨਾਂ ਦੇ ਉੱਤੇ ਕੁਐਸਚਨ ਐਗਜ਼ਾਮ ਦੇ ਵਿੱਚ ਆ ਜਾਂਦੇ ਨੇ, ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ। ਇੱਕ ਇੱਥੇ ਨਾ ਦੋ ਲਾਈਨਾਂ ਦੇ ਵਿੱਚ ਸਿੱਕੇ ਰੱਖ ਦਿੱਤੇ ਅਸੀਂ ਉਹ। ਠੀਕ ਹੈ, ਨਾਓ ਇਹ ਕਿੰਨੇ ਸਿੱਕੇ ਹੈਗੇ ਨੇ ਤੁਹਾਡੇ? ਇਹ 6 ਸਿੱਕੇ ਨੇ। ਠੀਕ ਹੈ ਜੀ, ਇਹ ਕਿੰਨੇ ਸਿੱਕੇ ਨੇ? ਇਹ ਤੁਹਾਡੇ ਇਹ 6 ਸਿੱਕੇ ਨੇ। ਇੱਥੇ ਇਹ ਵੀ 6 ਸਿੱਕੇ ਨੇ, ਇਹ ਵੀ 6 ਸਿੱਕੇ ਨੇ। ਉਹਨੂੰ ਬੱਚੇ ਨੂੰ ਪੁੱਛੋ ਕਿ ਇਹ ਦੋਨੋਂ ਲਾਈਨਾਂ ਇਹ ਬਰਾਬਰ ਨੇ? ਉਹ ਕਹੇਗਾ ਹਾਂ ਬਰਾਬਰ ਨੇ ਇਹ। ਠੀਕ ਹੈ, ਹੁਣ ਇੱਥੇ ਕੀ ਕੀਤਾ, ਆ ਸਿੱਕਿਆਂ ਨੂੰ ਥੋੜਾ ਦੂਰ ਦੂਰ ਕਰ ਦਿੱਤਾ। ਹੁਣ ਤੁਸੀਂ ਪੁੱਛੋਗੇ ਕਿ ਕਿਹੜੇ ਸਿੱਕੇ ਜੇ ਤੂੰ ਲੈਣੇ ਨੇ, ਕਿਹੜੀ ਲਾਈਨ ਦੇ ਸਿੱਕੇ ਤੂੰ ਲੈਣੇ ਨੇ, ਉਹ ਕਿਹਨੂੰ ਆਪਟ ਕਰੇਗਾ? ਉਹ ਇਹਨੂੰ ਆਪਟ ਕਰੇਗਾ, ਕਿਉਂਕਿ ਉਹਨੂੰ ਕੀ ਲੱਗਦਾ ਹੈ ਇਹ ਜ਼ਿਆਦਾ ਨੇ। ਠੀਕ ਹੈ, ਜਦੋਂ ਕਿ ਇਹਦੇ ਵਿੱਚ ਵੀ 6 ਸਿੱਕੇ ਨੇ, ਇਹਦੇ ਵਿੱਚ ਵੀ 6 ਸਿੱਕੇ ਨੇ। ਠੀਕ ਹੈ ਜੀ, ਉਹ ਜਿਹੜੀ ਲੰਬੀ ਲਕੀਰ ਹੈ ਉਸ ਚੀਜ਼ ਨੂੰ ਉਹ ਜ਼ਿਆਦਾ ਪ੍ਰੈਫਰ ਕਰੇਗਾ। ਸਿਮਿਲਰਲੀ ਇੱਕ ਹੋਰ ਐਗਜ਼ਾਮਪਲ ਲਿੱਤੀ ਜਾਂਦੀ ਹੈ ਕਿ ਦੋ ਲਾਈਨਾਂ ਨੇ। ਬੱਚੇ ਨੂੰ ਪੁੱਛੋ ਕਿ ਕਿਹੜੀ ਦੋ ਲਾਈਨਾਂ ਬਰਾਬਰ ਹੈ ਕਿ ਇੱਕ ਲਾਈਨ ਵੱਡੀ ਇੱਕ ਛੋਟੀ ਹੈ? ਉਹ ਕਹੇਗਾ ਦੋਨੋਂ ਬਰਾਬਰ ਨੇ। ਜੇ ਤੁਸੀਂ ਹੁਣ ਉਹਨੂੰ ਪੁੱਛੋਗੇ ਕਿ ਕਿਹੜੀ ਲਾਈਨ ਵੱਡੀ ਆ ਤਾਂ ਉਹ ਕੀ ਕਹੇਗਾ ਕਿ ਆਹ ਲਾਈਨ ਵੱਡੀ ਹੈ। ਕਿਉਂ? ਕਿਉਂਕਿ ਹੁਣ ਦੇਖਣ ਦੇ ਵਿੱਚ ਹੈ ਤਾਂ ਦੋਨੋਂ ਲਾਈਨਾਂ ਬਰਾਬਰ ਇਹ ਐਕਚੁਅਲੀ, ਪਰ ਕਿਉਂਕਿ ਇਹ ਕਿਤੇ ਬਾਹਰ ਨਿਕਲਦੀ ਪਈ ਹੈ ਨਾ, ਤਾਂ ਉਹਨੂੰ ਇਹ ਲਾਈਨ ਵੱਡੀ ਨਜ਼ਰ ਆਉਂਦੀ ਹੈ। ਸੋ ਇਹ ਇਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ? ਉਹਨੂੰ ਸੈਂਟਰੇਸ਼ਨ ਕਿਹਾ ਜਾਂਦਾ। ਸਿਮਿਲਰਲੀ ਇੱਕ ਹੋਰ ਐਗਜ਼ਾਮਪਲ ਜਿਹੜੀ ਸੀ ਇੱਥੇ ਦਿੱਤੀ ਹੋਈ ਹੈ, ਦੈਟ ਇਜ਼ ਕਿ ਦੋ ਆਟੇ ਦੀਆਂ ਨਾ ਦੋ ਜਿਹੜੇ ਪੇੜੇ ਜੇ ਬਣਾ ਲਏ ਆਪਾਂ ਨੇ ਉਹ। ਠੀਕ ਹੈ ਜੀ, ਇੱਕ ਪੇੜਾ ਤੇ ਇੱਕ ਨੂੰ ਆਪਾਂ ਨੇ ਜਿਹੜਾ ਸੀਗਾ ਉਹਨੂੰ ਚਪਟਾ ਕਰ ਦਿੱਤਾ, ਦੱਬ ਕੇ ਚਪਟਾ ਕਰ ਦਿੱਤਾ। ਹੁਣ ਹੈ ਤਾਂ ਦੋਨਾਂ ਦੇ ਵਿੱਚ ਮਟੀਰੀਅਲ ਬਰਾਬਰ ਇਹ, ਪਰ ਬੱਚਾ ਕਿਹਨੂੰ ਪ੍ਰੈਫਰ ਕਰੇਗਾ? ਇਹਨੂੰ ਪ੍ਰੈਫਰ ਕਰੇਗਾ ਕਿਉਂਕਿ ਉਹਨੂੰ ਕੀ ਲੱਗਦਾ ਪਿਆ ਇਹ ਵੱਡਾ ਹੈ। ਠੀਕ ਹੈ, ਸੋ ਦਿਸ ਇਜ਼ ਅ ਪ੍ਰੋਸੈਸ ਜਿਹੜਾ ਅਸੀਂ ਉਹਨੂੰ ਕਹਿੰਦੇ ਹਾਂ ਅਸੀਂ ਇਹ ਕਿ ਸੈਂਟਰੇਸ਼ਨ ਦਾ ਪ੍ਰੋਸੈਸ ਉਹਨੂੰ ਕਿਹਾ ਜਾਂਦਾ। ਸੋ ਦੈਟ ਇਜ਼ ਦਾ ਥਰਡ। ਇਹ ਜਿਹੜੀ ਚੀਜ਼ ਹੈਗੀ ਹੈ ਹਾਲੇ ਤੱਕ ਉਹਨੂੰ ਸਮਝ ਨਹੀਂ ਆਈ, ਇਹ ਬਾਅਦ ਵਿੱਚ ਜਾ ਕੇ ਉਹਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜੀ ਸਟੇਜ ਕਿਹੜੀ ਹੈਗੀ ਹੈ? ਦੈਟ ਇਜ਼ ਆਪਰੇਸ਼ਨਲ ਸਟੇਜ ਹੈ। ਠੀਕ ਹੈ ਜੀ, ਥਰਡ ਸਟੇਜ ਹੈ ਦੈਟ ਇਜ਼ 7 to 11 ਈਅਰਸ ਦੀ ਸਟੇਜ ਹੈ। ਠੀਕ ਹੈ, ਸੋ ਦਿਸ ਇਜ਼ ਹੁਣ ਉਹ ਚੀਜ਼ਾਂ ਨੂੰ ਸਮਝਣ ਲੱਗ ਗਿਆ। ਠੀਕ ਹੈ ਜੀ, ਸੋ ਇਹਦੇ ਵਿੱਚ ਕਿਹੜੇ ਸਟੇजेस ਨੇ? ਡੀਸੈਂਟਰਿੰਗ, ਰਿਵਰਸੀਬਲ, ਸੀਰੀਏਸ਼ਨ, ਕਲਾਸੀਫਿਕੇਸ਼ਨ, ਹੌਰੀਜ਼ੌਂਟਲ ਥਿੰਕਿੰਗ ਐਂਡ ਲੌਜੀਕਲ ਥਿੰਕਿੰਗ। ਇਹ ਚੀਜ਼ਾਂ ਹੁਣ ਡਿਵੈਲਪ ਹੋਣੀਆਂ ਸ਼ੁਰੂ ਹੋ ਗਈਆਂ ਨੇ ਬੱਚੇ ਦੇ ਵਿੱਚ। ਸੋ ਦੈਟ ਮੀਨਸ ਹੀ ਕੈਨ ਨਾਓ ਲੁੱਕ ਐਟ ਦ ਡਿਫਰੈਂਟ ਆਸਪੈਕਟਸ। ਉਹ ਡਿਫਰੈਂਟ ਆਸਪੈਕਟਸ ਵੱਲ ਉਹ ਸਮਝ ਜਾਂਦਾ, ਉਹਨੂੰ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਠੀਕ ਹੈ, ਮੈਂ ਤੁਹਾਡੇ ਨਾਲ ਇੱਕ ਹੋਰ ਐਗਜ਼ਾਮਪਲ ਪਹਿਲਾਂ ਕਰਦਾ ਇਹਦੇ ਵਿੱਚ ਉਹ ਕਿ ਜਦੋਂ ਬੱਚਾ ਛੋਟਾ ਹੁੰਦਾ ਨਾ ਤਾਂ ਉਹਦੇ ਨਾਲ ਆਮ ਤੌਰ ਤੇ ਅਸੀਂ ਇੱਕ ਗੇਮ ਖੇਡਦੇ ਹਾਂ ਝਾਤ। ਠੀਕ ਹੈ ਜੀ, ਕਿ ਬੰਦਾ ਮਾਂ ਬਾਪ ਭੈਣ ਭਾਈ ਪਰਦੇ ਪਿੱਛੇ ਲੁਕ ਗਿਆ। ਠੀਕ ਹੈ ਜੀ, ਔਰ ਫਿਰ मतलब कि अपना ਮੂੰਹ ਬਾਹਰ ਕੱਢ ਕੇ ਉਹਦੇ ਵੱਲ ਦੇਖਿਆ, ਉਹਨੂੰ ਕਿਹਾ ਝਾਤ, ਜਾਂ ਅੰਗਰੇਜ਼ੀ ਪੀਕੋਬੂ ਕਹਿ ਦਿੰਦੇ ਆਪਾਂ ਉਹਨੂੰ। ਠੀਕ ਹੈ ਨਾ, ਬੱਚੇ ਨੂੰ ਇਹ ਚੀਜ਼ ਕਿਸ ਤਰੀਕੇ ਨਾਲ ਸਮਝ ਆ ਰਹੀ ਹੈ? ਬੱਚਾ ਕੀ ਸਮਝਦਾ ਹੈ? ਬੱਚਾ ਸਮਝਦਾ ਹੈ ਉਸ ਚੀਜ਼ ਨੂੰ ਉਹ ਨਾ ਦੈਟਸ ਅ ਸੈਂਸਰੀ ਮੋਟਰ ਸਟੇਜ ਬੇਸਿਕਲੀ ਉਹ ਜਿਹੜੀ ਸੀਗੀ ਉਹ, ਜਾਂ ਉਹ ਜਿਹੜੀ 2-2.5 ਸਾਲ ਦੀ ਉਮਰ ਦੇ ਵਿੱਚ ਜਿਹੜੀ ਸਟੇਜ ਹੈਗੀ ਉਹਦੇ 'ਚ ਉਹਨੂੰ ਕੀ ਨਜ਼ਰ ਆਉਂਦਾ ਕਿ ਕੋਈ ਚੀਜ਼ ਗੁੰਮੀ ਹੋਈ ਸੀ, ਉਹ ਚੀਜ਼ ਸਾਹਮਣੇ ਆ ਗਈ, ਉਹਨੂੰ ਬਹੁਤ ਚੰਗਾ ਲੱਗਦਾ, ਉਹ ਖੁਸ਼ ਹੁੰਦਾ ਉਸ ਚੀਜ਼ ਦੇ ਉੱਤੇ ਉਹ। ਠੀਕ ਹੈ ਜੀ ਨਾ, ਸੋ ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਹੈਗੀ ਹੈ ਦੈਟ ਇਜ਼ ਆਪਣੀ ਸਟੇਜ ਆਫ ਡਿਵੈਲਪਮੈਂਟ ਦੀ ਐਗਜ਼ਾਮਪਲ ਹੈਗੀ ਹੈ। ਠੀਕ ਹੈ, ਸੋ ਇਹਦੇ ਵਿੱਚ ਆਪਣੇ ਕੋਲ ਕੀ ਆ ਜਾਂਦਾ? ਆਪਰੇਸ਼ਨਲ ਸਟੇਜ ਆ ਜਾਂਦਾ। ਡੀਸੈਂਟਰਿੰਗ, ਡੀਸੈਂਟਰਿੰਗ ਦਾ ਮਤਲਬ ਕੀ ਹੈਗਾ? ਹੁਣ ਉਹ ਇੱਕ ਤੋਂ ਜ਼ਿਆਦਾ ਚੀਜ਼ਾਂ ਨੂੰ ਸਮਝਣਾ ਸ਼ੁਰੂ, ਜਿਵੇਂ ਆਪਾਂ ਹੁਣ ਪਾਣੀ ਵਾਲੀ ਗੱਲ ਕੀਤੀ ਸੀ, ਗਲਾਸ ਦੀ ਗੱਲ ਕੀਤੀ ਸੀ, ਉਹ ਕਿ 2 ਗਲਾਸਾਂ ਦੀ ਗੱਲ ਕੀਤੀ ਸੀ ਇਹ। ਠੀਕ ਹੈ ਜੀ, ਇੱਕ ਗਲਾਸ ਦੇ ਵਿੱਚ ਅਸੀਂ ਪਤਲਾ ਗਲਾਸ ਲੈ ਲਿਆ ਤੇ ਇੱਕ ਦੇ ਵਿੱਚ ਅਸੀਂ ਦੋਨਾਂ ਦੇ ਵਿੱਚ ਹੈ ਤਾਂ ਬਰਾਬਰ ਦੁੱਧ ਸੀਗਾ ਜਾਂ ਜੂਸ ਸੀਗਾ, ਪਰ ਪਤਲਾ ਗਲਾਸ ਸੀਗਾ ਤਾਂ ਬੱਚਾ ਇਹਨੂੰ ਪ੍ਰੈਫਰ ਕਰਦਾ ਸੀਗਾ।
ਪਰ ਹੁਣ ਉਹਨੂੰ ਚੀਜ਼ ਸਮਝ ਆਣੀ ਸ਼ੁਰੂ ਹੋ ਜਾਏਗੀ, ਠੀਕ ਹੈ ਜੀ, ਕਿ ਇਹ ਦੁੱਧ ਇਹਦੇ ਬਰਾਬਰ ਹੀ ਹੋ ਸਕਦਾ ਕਿਉਂਕਿ ਇਹ ਗਲਾਸ ਪਤਲਾ ਹੈ ਔਰ ਇਹ ਗਲਾਸ ਚੌੜਾ ਹੈ, ਠੀਕ ਹੈ ਜੀ। ਸੋ ਇਹ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ, ਇਹਨੂੰ ਇਹ ਕਿ ਉਹ ਅਲੱਗ ਨਜ਼ਰੀਏ ਨਾਲ ਜਿਹੜਾ ਸੀਗਾ ਦੋਨੋਂ ਐਸਪੈਕਟ ਨਾਲ ਦੇਖ ਸਕਦਾ ਚੀਜ਼ਾਂ ਨੂੰ, ਉਹਨੂੰ ਡੀਸੈਂਟਰਿੰਗ ਕਿਹਾ ਜਾਂਦਾ ਹੈ। ਹੁਣ ਇਹ ਰਿਵਰਸੀਬਲ, ਠੀਕ ਹੈ ਜੀ, ਮੈਂ ਆਪਾਂ ਤੁਹਾਨੂੰ ਕੱਲ 6 + 4 = 10, ਠੀਕ ਹੈ ਜੀ। ਹੁਣ ਉਹ 10 = 6 + 4, ਇਹ ਚੀਜ਼ ਵੀ ਉਹਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਇਹ ਵੀ ਸਮਝ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਉਹ ਮੇਰਾ ਚਾਚਾ ਹੈ, ਮੈਂ ਉਹਦਾ ਕੀ ਹਾਂ, ਭਤੀਜਾ, ਠੀਕ ਹੈ। ਸੋ ਦੈਟ ਇਜ਼ ਨੋਨ ਐਜ਼ ਰਿਵਰਸੀਬਲ। ਸੀਰੀਏਸ਼ਨ, ਠੀਕ ਹੈ ਜੀ, ਉਹਨੂੰ ਸੀਰੀਏਸ਼ਨ ਅਸੈਂਡਿੰਗ ਡਿਸੈਂਡਿੰਗ, ਠੀਕ ਹੈ ਜੀ, 1 2 3 4, ਠੀਕ ਹੈ ਜੀ, ਠੀਕ ਹੈ ਜੀ, ਜਾਂ ਡਿਸੈਂਡਿੰਗ 6 5 4 3, ਇਹ ਚੀਜ਼ਾਂ ਜਿਹੜੀਆਂ ਸੀ ਇਹ ਸਮਝ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਕਿ ਵੀ ਅਸੈਂਡਿੰਗ ਤੇ ਡਿਸੈਂਡਿੰਗ ਦੇ ਵਿੱਚ ਫਰਕ ਕੀ ਹੁੰਦਾ, ਇਹ ਚੀਜ਼ਾਂ ਸਮਝ ਆਉਣੀ ਸ਼ੁਰੂ ਹੋ ਗਈਆਂ। ਹੌਰੀਜ਼ੌਂਟਲ ਥਿੰਕਿੰਗ, ਠੀਕ ਹੈ ਜੀ। ਸੋ ਹੌਰੀਜ਼ੌਂਟਲ ਥਿੰਕਿੰਗ ਦੇ ਵਿੱਚ ਕੀ ਆ ਗਿਆ ਤੁਹਾਡੇ ਕੋਲ, ਇਹ ਕਿ A is greater than B, ठीक है जी, and B is greater than C, then A is greater than C also, ठीक है जी। सो लॉजिकल थिंकिंग ਜਿਹੜੀ ਸੀਗੀ, ਜਾਂ ਆਪਾਂ ਕਹਿ ਦਈਏ ਕਿ ਹੌਰੀਜ਼ੌਂਟਲ ਥਿੰਕਿੰਗ ਜਿਹੜੀ ਸੀਗੀ ਉਹਨੂੰ ਇਹ ਲੌਜੀਕਲ ਥਿੰਕਿੰਗ ਜਿਹੜੀ ਸੀ ਇਹ ਡਿਵੈਲਪ ਹੋਣੀ ਸ਼ੁਰੂ ਹੋ ਗਈ। ਸੋ ਬੇਸਿਕਲੀ ਇਸ ਨੂੰ ਅਸੀਂ ਲੌਜੀਕਲ ਥਿੰਕਿੰਗ ਵੀ ਕਹਿ ਦਾਂਗੇ, ਹੌਰੀਜ਼ੌਂਟਲ ਥਿੰਕਿੰਗ ਵੀ ਕਹਿ ਦਾਂਗੇ। ਇਹ ਚੀਜ਼ਾਂ ਜਿਹੜੀਆਂ ਸੀਗੀਆਂ ਹੁਣ ਬੱਚੇ ਦੇ ਵਿੱਚ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਦਿਸ ਇਜ਼ ਥਰਡ ਸਟੇਜ ਆਫ ਡਿਵੈਲਪਮੈਂਟ। ਹੁਣ ਜਿਹੜੀ ਫੋਰਥ ਸਟੇਜ ਹੈ ਉਹਨੂੰ ਕੀ ਕਹਿੰਦੇ ਆਪਾਂ, ਉਹਨੂੰ ਦੈਟ ਇਜ਼ ਨੋਨ ਐਜ਼ ਫਾਰਮਲ ਆਪਰੇਸ਼ਨ ਸਟੇਜ। ਔਰ ਇਸ ਸਟੇਜ ਦੇ ਵਿੱਚ ਨਾ ਵਾਟ ਇਜ਼ ਹੈਪਨਿੰਗ, ਐਬਸਟਰੈਕਟ ਥਿੰਕਿੰਗ ਡਿਵੈਲਪ ਹੋ ਗਈ ਹੈ, ਡਿਡਕਟਿਵ ਲॉजिक ਪ੍ਰੋਪਰਲੀ ਡਿਵੈਲਪ ਹੋ ਗਿਆ, ਔਰ ਪ੍ਰੋਬਲਮ ਸੋਲਵਿੰਗ ਜਿਹੜੀ ਸੀਗੀ ਦੈਟ ਹੈਜ਼ ਆਲਸੋ ਡਿਵੈਲਪਡ ਰਾਈਟ ਨਾਓ। ਸੋ ਇਹਨਾਂ ਦੀ ਐਗਜ਼ਾਮਪਲਸ ਕਰਦੇ ਹਾਂ ਐਬਸਟਰੈਕਟ ਥਿੰਕਿੰਗ ਦੇ ਵਿੱਚ। ਨਾਓ ਵਨ ਕੈਨ ਇਮੇਜਿਨ ਦ ਥਿੰਗਸ ਆਲਸੋ, ਇਮੇਜਿਨ ਕਰਕੇ ਜਿਹੜਾ ਸੀਗਾ ਉਹਦੇ ਹਿਸਾਬ ਦੇ ਨਾਲ ਜਿਹੜਾ ਸੀਗਾ ਹੀ ਕੈਨ ਕਮ ਟੂ ਦ ਸੋਲੂਸ਼ਨ ਆਲਸੋ। ਲੈਟ ਅਸ ਸੇ ਕਿ ਕਿਸੇ ਬੱਚੇ ਨੂੰ ਕਿਹਾ ਜਾਵੇ ਕਿ ਤੁਹਾਡੇ 2 ਅੱਖਾਂ ਨੇ, ਜੇ ਤੁਹਾਡੇ 3 ਅੱਖਾਂ ਹੁੰਦੀਆਂ ਤਾਂ ਤੀਜੀ ਅੱਖ ਤੁਸੀਂ ਕਿੱਥੇ ਲਾਉਂਦੇ? ਨਾਓ ਜਿਹੜਾ ਆਮ ਤੁਹਾਡਾ ਕਹਿ ਦਈਏ ਕਿ ਪ੍ਰੀ ਆਪਰੇਸ਼ਨ ਸਟੇਜ ਦਾ ਬੱਚਾ ਹੋਏਗਾ, ਜਾਂ ਆਪਾਂ ਕਹੀਏ 11 ਸਾਲ ਦਾ ਬੱਚਾ ਹੋਏਗਾ, ਹੀ ਮੇ ਸੇ ਕਿ ਸਾਡੇ ਮੱਥੇ ਦੇ ਵਿੱਚ ਹੋਣੀ ਚਾਹੀਦੀ ਹੈ ਤੀਜੀ ਅੱਖ, 2 ਅੱਖਾਂ ਦੇ ਸੈਂਟਰ ਦੇ ਵਿੱਚ ਜਿਹੜੀ ਅੱਖ ਲੱਗ ਜਾਏ, ਬਿਕਾਜ਼ ਉਸ ਨੂੰ ਹੋਰ ਜ਼ਿਆਦਾ ਨੌਲੇਜ ਨਹੀਂ, ਉਹ ਤੀਜੀ ਅੱਖ ਨੂੰ ਆਪਣੇ ਫੇਸ ਦੇ ਉੱਤੇ ਫਿੱਟ ਕਰਨ ਦੀ ਕੋਸ਼ਿਸ਼ ਕਰੇਗਾ। ਬਟ ਇਹ ਫਾਰਮਲ ਆਪਰੇਸ਼ਨ ਸਟੇਜ ਦੇ ਵਿੱਚ ਜਦੋਂ ਕਿ ਉਹਦੀ ਉਮਰ ਜਿਹੜੀ ਸੀਗੀ 13-14 ਸਾਲ ਹੋ ਗਈ ਹੈ, ਹੀ ਮੇ ਥਿੰਕ ਕਿ ਮੇਰੇ ਹੱਥ ਦੇ ਉੱਤੇ ਅੱਖ ਲੱਗੀ ਹੋਵੇ ਤਾਂ ਕਿ ਮੈਂ ਜਿਹੜੇ ਪਾਸੇ ਮਰਜ਼ੀ ਹੱਥ ਘੁਮਾਵਾਂ ਤੇ ਉਸ ਪਾਸੇ ਮੈਂ ਦੇਖ ਸਕਾਂ ਨਾ। ਕਿਉਂ? ਕਿਉਂਕਿ ਹੀ ਇਜ਼ ਏਬਲ ਟੂ ਥਿੰਕ ਇਨ ਏ ਐਬਸਟਰੈਕਟ ਮੈਨਰ ਆਲਸੋ, ਠੀਕ ਹੈ। ਸੋ ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਐਬਸਟਰੈਕਟ ਥਿੰਕਿੰਗ ਕਹਿੰਦੇ ਹਾਂ, ਠੀਕ ਹੈ। ਸਿਮਿਲਰਲੀ ਹਾਈਪੋਥੇਸਿਸ ਤੇ ਡਿਡਕਟਿਵ ਨੌਲੇਜ। ਨਾਓ ਜਦੋਂ ਆਪਾਂ ਕਨਸੈਪਟਸ ਦੀ ਗੱਲ ਕਰਦੇ ਹਾਂ ਉਦੋਂ ਆਪਾਂ ਕਹਿੰਦੇ ਹਾਂ ਕਿ 2 + 3 = 5 and 5 + 7 = 12, ਠੀਕ ਹੈ ਜੀ। ਸੋ ਆਪਾਂ ਇੱਕ ਲੌਜੀਕਲੀ ਹਰ ਇੱਕ ਚੀਜ਼ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ, ਜਾਂ ਅਸੀਂ ਜਦੋਂ 2 ਸਟੇਟਮੈਂਟਸ ਲੈ ਕੇ ਉਹਨਾਂ ਦਾ ਕੋਈ ਚੀਜ਼ ਡਿਡਕਟ ਕਰਨ ਦੀ ਕੋਸ਼ਿਸ਼ ਕਰੀਏ, ਆਪਾਂ ਗੱਲ ਕਰੀਏ all boys are men, all men are boys, ਠੀਕ ਹੈ ਜੀ। ਸੋ ਇਹ ਇਟ ਕੈਨ ਬੀ ਫਰੋਮ ਦ ਡਿਫਰੈਂਟ ਸਟੇਟਮੈਂਟਸ ਆਲਸੋ ਕਿ ਆਪਾਂ ਗੱਲ ਕਰੀਏ ਕਿ ਜਿਹੜੇ ਮੁੰਡੇ ਹੀ ਹੁੰਦੇ ਨੇ ਉਹੀ ਆਦਮੀ ਬਣਦੇ ਨੇ ਨਾ। ਇਹ ਵਨਸ ਅਗੇਨ ਇਹ ਕੀ ਹੈ, ਤੁਹਾਡਾ ਇੱਕ ਤਰ੍ਹਾਂ ਦਾ ਲੌਜਿਕ ਹੈ ਇਹ ਕਿ ਕੁੜੀਆਂ ਜਿਹੜੀਆਂ ਸੀਗੀਆਂ ਉਹ ਆਦਮੀ ਨਹੀਂ ਹੁੰਦੀਆਂ, ਜਿਹੜੇ ਮੁੰਡੇ ਨੇ ਉਹੀ ਆਦਮੀ ਬਣਦੇ ਨੇ ਉਹ। ਸੋ ਇਹ ਇੱਕ ਤਰ੍ਹਾਂ ਦਾ ਲੌਜੀਕਲ ਡਿਵੈਲਪਮੈਂਟ ਹੈਗੀ, ਲੌਜੀਕਲ ਥਿੰਕਿੰਗ ਦਾ ਪ੍ਰੋਸੈਸ ਹੈਗਾ। ਫਿਰ ਪ੍ਰੋਬਲਮ ਸੋਲਵਿੰਗ ਆਲਸੋ। ਸੋ ਪ੍ਰੋਬਲਮ ਸੋਲਵਿੰਗ ਦੇ ਵਿੱਚ ਕੀ ਆ ਜਾਂਦਾ ਸਾਡੇ ਕੋਲ ਇੱਥੇ ਇਹ ਕਿ ਹੁਣ ਜਦੋਂ ਉਹਨੂੰ ਡਿਫਰੈਂਟ ਤਰੀਕੇ ਦੀਆਂ ਪ੍ਰੋਬਲਮ ਦਿੱਤੀਆਂ ਜਾਂਦੀਆਂ ਨੇ, ਉਹ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਹੈ। ਉਹਨੂੰ ਕੋਈ ਇਕੁਏਸ਼ਨ ਦਿੱਤੀ ਜਾਂਦੀ ਹੈ, ਉਸ ਚੀਜ਼ ਨੂੰ ਸੋਲਵ ਕਰ ਸਕਦਾ ਹੈ। ਜਿਵੇਂ ਆਪਾਂ ਐਬਸਟਰੈਕਟ ਦੇ ਵਿੱਚ ਗੱਲ ਕਰਦੇ ਸੀਗੇ, ਅਲਜੈਬਰਾ ਅਸੀਂ ਕੋਈ 4th-5ਵੀਂ ਕਲਾਸ ਨੂੰ ਪੜ੍ਹਾਉਣਾ ਨਹੀਂ ਸ਼ੁਰੂ ਕਰ ਦਿੰਦੇ। ਅਲਜੈਬਰਾ ਜਿਹੜਾ ਸੀਗਾ ਤੁਹਾਡਾ ਜਾ ਕੇ ਉਹ 8ਵੀਂ-9ਵੀਂ ਕਲਾਸ ਦੇ ਸ਼ੁਰੂ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਨਾਓ ਚੀਜ਼ਾਂ ਜਿਹੜੀਆਂ ਸੀ ਉਹ ਐਬਸਟਰੈਕਟ ਹੋ ਗਈਆਂ ਨੇ। ਨਾਓ you can have ਕਿ a + b the whole square is equal to a square + b square, ਔਰ ਸਿਮਿਲਰਲੀ ਇਹ ਇਸ ਤਰ੍ਹਾਂ ਦੀ ਇਕੁਏਸ਼ਨ ਜਿਹੜੀਆਂ ਹੈਗੀਆਂ ਨੇ, ਇਹ ਜਦੋਂ ਬੱਚਾ ਇੱਕ ਫਾਰਮਲ ਸਟੇਜ ਦੇ ਵਿੱਚ ਆ ਜਾਂਦਾ ਹੈ ਉਸ ਵੇਲੇ ਇਹਨਾਂ ਚੀਜ਼ਾਂ ਨੂੰ ਉਹ ਸਮਝਣਾ ਸ਼ੁਰੂ ਕਰ ਦਿੰਦਾ ਹੈ। ਸੋ ਦਿਸ ਵਾਸ ਦਾ 4th ਸਟੇਜ ਆਫ ਡਿਵੈਲਪਮੈਂਟ ਜਿਹੜੀ ਕਿ ਪਿਆਜੇ ਨੇ ਕਹੀ ਸੀਗੀ।
ਸੋ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਿਹਾ ਸੀ ਕਿ ਬੇਸਿਕਲੀ ਇਧਰ 4 ਸਟੇजेस ਆਫ ਡਿਵੈਲਪਮੈਂਟ, ਔਰ ਜਿਹੜੀ ਪਹਿਲੀ ਸੀ ਤੁਹਾਡੀ ਸੈਂਸਰੀ ਮੋਟਰ ਸੀਗੀ, ਫਿਰ ਤੁਹਾਡੀ ਪ੍ਰੀ ਆਪਰੇਸ਼ਨਲ ਸਟੇਜ ਸੀਗੀ, ਫਿਰ ਤੁਹਾਡੀ ਉਹ ਪ੍ਰੀ ਫਾਰਮਲ ਸਟੇਜ ਸੀਗੀ, ਔਰ ਇਹ ਫਾਰਮਲ ਆਪਰੇਸ਼ਨ ਸਟੇਜ ਹੈਗੀ। ਸੋ ਥੀਸ ਆਰ ਦ 4 ਸਟੇजेस ਜਿਨ੍ਹਾਂ ਦੇ ਉੱਤੇ ਪਿਆਜੇ ਨੇ ਕੰਮ ਕੀਤਾ, ਔਰ ਇਹਨਾਂ ਦੇ ਬੇਸਡ ਕੁਐਸਚਨ ਜਿਹੜੇ ਸੀਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਕੁਐਸਚਨ ਦੇ ਉੱਤੇ ਆਪਾਂ ਗੱਲ ਕਰਾਂਗੇ। ਥੈਂਕ ਯੂ।